ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ YouTube ਚੈਨਲ ਦੇ ਉੱਤੇ। ਮੈਰੀਟੋਰੀਅਲ ਸਕੂਲ ਦਾ ਐਗਜ਼ਾਮ ਜੋ ਕੰਡਕਟ ਕਰਵਾਇਆ ਗਿਆ ਸੀ 3 ਅਕਤੂਬਰ ਨੂੰ, ਆਈ ਥਿੰਕ ਕਿ ਸਾਰੇ ਬੱਚਿਆਂ ਦਾ ਐਗਜ਼ਾਮ ਬਹੁਤ ਜ਼ਿਆਦਾ ਵਧੀਆ ਹੋਇਆ ਹੋਵੇਗਾ। ਐਂਡ ਉਸ ਤੋਂ ਬਾਅਦ ਬੱਚਿਆਂ ਨੇ ਕਾਫੀ ਜ਼ਿਆਦਾ ਰਿਕੁਐਸਟ ਕੀਤੀ ਕਿ ਇਸ ਦਾ ਜੋ ਸੋਲਿਊਸ਼ਨ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇ। ਸੋਲਿਊਸ਼ਨ ਆਪਾਂ ਇਸ ਦਾ ਲੈ ਕੇ ਆਏ ਹਾਂ, ਬਟ ਜਿਵੇਂ ਜਿਵੇਂ ਮੈਨੂੰ ਇਸ ਦੀਆਂ PDFs ਮਿਲਣਗੀਆਂ ਉਵੇਂ ਮੈਂ ਇਸ ਦਾ ਸੋਲਿਊਸ਼ਨ ਪ੍ਰੋਵਾਈਡ ਕਰਾਂਗਾ। ਐਂਡ ਸਾਇੰਸ ਦੀ ਜੋ PDF ਆ ਮੈਨੂੰ ਇੱਕ ਬਹੁਤ ਹੀ ਵਧੀਆ ਕਲੈਰਿਟੀ ਵਿੱਚ ਮਿਲੀ ਹੈ, ਇਸ ਕਰਕੇ ਮੈਂ ਪਹਿਲਾਂ ਇਹ ਸ਼ੁਰੂ ਕੀਤੀ ਹੈ। ਜੇਕਰ ਇਸ ਤੋਂ ਬਾਅਦ ਮੇਰੇ ਕੋਲ ਬਾਕੀ ਮੈਥ ਜਾਂ ਇੰਗਲਿਸ਼ ਦੀ PDF ਵੀ ਆਉਂਦੀ ਹੈ ਤਾਂ ਮੈਂ ਉਸ ਦੀ ਵੀਡੀਓ ਵੀ ਬਣਾ ਕੇ ਜਲਦੀ ਹੀ ਅਪਲੋਡ ਕਰ ਦੇਵਾਂਗਾ। ਐਂਡ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂਗਾ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ। ਦੇਖੋ ਜੇ ਆਪਾਂ ਧਿਆਨ ਦੇ ਨਾਲ ਦੇਖੀਏ, ਜਿਹੜਾ ਚੈਪਟਰ ਪੂਰਾ ਆਪਾਂ ਪੜ੍ਹੇ ਸੀ, ਜੋ ਆਪਾਂ ਮੈਰਾਥਨ ਸੈਸ਼ਨ ਵੀ ਕੀਤੇ ਸੀ, ਉਹਦੇ ਵਿੱਚ ਜ਼ਿਆਦਾਤਰ ਕੁਐਸਚਨ ਉਹਦੇ ਵਿੱਚੋਂ ਆਏ ਆ। ਪਲੱਸ ਮੈਂ ਉੱਥੇ ਤੁਹਾਨੂੰ ਚੀਜ਼ਾਂ ਜਿਹੜੀਆਂ ਐਕਸਪਲੇਨ ਕੀਤੀਆਂ ਸੀ ਉਹਦੇ ਵਿੱਚੋਂ ਵੀ ਕਾਫੀ ਕੁਝ ਪੁੱਛਿਆ ਗਿਆ ਵਾ। ਤਾਂ ਮੈਂ ਤੁਹਾਨੂੰ ਕਿਹਾ ਸੀ ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਜਿਹੜੇ ਮੈਂ ਮੈਰਾਥਨ ਦੇ ਵਿੱਚ ਕਰਾਇਆ ਤੁਸੀਂ ਉਹੀ ਪੜ੍ਹੋ, ਨਾਲ ਦੀ ਨਾਲ ਇਹ ਵੀ ਜਿੰਨਾ ਕੁਛ ਵੀ ਉਹ ਤੋਂ ਐਕਸਟਰਾ ਮੈਂ ਨਾਲ ਲਿਖ ਕੇ ਉੱਥੇ ਦੱਸਦਾ ਸੀ, ਮੈਂ ਕਿਹਾ ਸੀ ਇਹ ਵੀ ਪੜ੍ਹ ਕੇ ਜਾਇਓ ਕਿਉਂਕਿ ਇਹਦੇ ਵਿੱਚੋਂ ਵੀ ਆਉਣ ਦੇ ਕਾਫੀ ਜ਼ਿਆਦਾ ਚਾਂਸਸ ਆ। ਤਾਂ ਪੇਪਰ ਜ਼ਿਆਦਾਤਰ ਉਹਦੇ ਵਿੱਚੋਂ ਆਇਆ ਵਾ। ਦੇਖੋ ਧਿਆਨ ਦੇ ਨਾਲ ਜੇ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ। ਫਸਟ ਉਹਨਾਂ ਨੇ ਕਿਹਾ ਆਈਡੈਂਟੀਫਾਈ ਦੀ ਸਬਸਟੈਂਸ ਵਿਚ ਇਜ਼ ਆਕਸੀਡਾਈਜ਼ਡ। ਦੇਖੋ ਆਕਸੀਡਾਈਜ਼ਡ ਕਿਹੜਾ ਸਬਸਟੈਂਸ ਹੁੰਦਾ? ਜਿਹਦੇ ਨਾਲ ਆਕਸੀਜਨ ਲੱਗ ਜਾਂਦੀ ਹੁੰਦੀ ਤੇ ਠੀਕ ਆ। ਹੁਣ ਜਿਹਦੇ ਨਾਲ ਆਕਸੀਜਨ ਲੱਗੂਗੀ ਉਹ ਸਬਸਟੈਂਸ ਆਕਸੀਡਾਈਜ਼ ਹੋ ਜਾਊਗਾ। ਹੁਣ ਧਿਆਨ ਨਾਲ ਦੇਖੋ, ਇੱਥੇ ਆਪਣੇ ਕੋਲ ਆਕਸੀਜਨ ਲੱਗੀ ਹੋਈ ਆ ਤਾਂ ਇੱਥੇ ਤਾਂ ਆਕਸੀਜਨ ਅੱਗੇ ਰਿਮੂਵ ਹੋ ਗਈ। ਜੇ ਇਹਦੀ ਆਕਸੀਜਨ ਰਿਮੂਵ ਹੋ ਗਈ, ਇਹਦੀ ਆਕਸੀਜਨ ਚਲੀ ਗਈ ਕਿਤੇ, ਇਟ ਮੀਨਸ ਇਹ ਹੋ ਗਿਆ ਕਿ ਇਹ ਤਾਂ ਫਿਰ ਆਕਸੀਡੇਸ਼ਨ ਹੋ ਨਹੀਂ ਨਾ ਸਕਦੀ। ਤੇ ਫਿਰ ਬਚਿਆ ਕੀ ਆਪਣੇ ਕੋਲੇ HCl ਬਚਿਆ, ਕਿਉਂਕਿ ਇੱਧਰੋਂ ਤਾਂ ਕੋਈ ਵੀ ਜਿਹੜਾ ਇੱਧਰ ਜਿੰਨੇ ਵੀ ਆਪਣੇ ਕੋਲੇ ਪ੍ਰੋਡਕਟ ਪਏ ਹੋਏ ਆ ਇਹਨਾਂ ਦੇ ਵਿੱਚੋਂ ਕੋਈ ਵੀ ਆਨਸਰ ਨਹੀਂ ਆ ਸਕਦਾ। ਤਾਂ ਜਾਂ ਤਾਂ ਫਿਰ MnO2 ਆਊਗਾ ਜਾਂ ਫਿਰ HCl ਆਊਗਾ। ਤੇ ਫਿਰ ਆਪਣੇ ਕੋਲ ਜਿਹੜਾ ਕਰੈਕਟ ਆਨਸਰ ਹੋ ਜਾਊਗਾ ਉਹ ਕੀ ਹੋ ਜਾਊਗਾ? HCl ਹੋ ਜਾਊਗਾ, ਕਿਉਂਕਿ ਇੱਥੇ ਆਕਸੀਡੇਸ਼ਨ ਹੋਈ ਆ, ਇਹਦੇ ਵਿੱਚ ਹੀ ਆਕਸੀਜਨ ਦੀ ਐਡੀਸ਼ਨ ਹੋਈ ਆ। ਤੁਸੀਂ ਧਿਆਨ ਨਾਲ ਦੇਖੋਗੇ ਵੀ ਤਾਂ ਦੇਖੋ ਇੱਥੇ ਹਾਈਡਰੋਜਨ ਦੇ ਨਾਲ ਆਕਸੀਜਨ ਦੀ ਐਡੀਸ਼ਨ ਹੋਈ ਹੈ ਐਂਡ ਕਲੋਰੀਨ ਦੇ ਨਾਲੋਂ ਹਾਈਡਰੋਜਨ ਚਲਿਆ ਗਿਆ। ਤਾਂ ਆਪਾਂ ਆਕਸੀਡੇਸ਼ਨ ਬਾਰੇ ਇਹੀ ਪੜ੍ਹਿਆ ਹੋਇਆ ਸੀ, ਜਾਂ ਤਾਂ ਫਿਰ ਐਡੀਸ਼ਨ ਆਫ ਆਕਸੀਜਨ ਜਾਂ ਫਿਰ ਰਿਮੂਵਲ ਆਫ ਹਾਈਡਰੋਜਨ। ਇਹ ਦੋਨੇ ਚੀਜ਼ਾਂ ਹੀ ਆਪਣੇ ਕੋਲੇ ਕੀ ਹੁੰਦੀਆਂ ਵਾ? ਆਕਸੀਡੇਸ਼ਨ ਦੀ ਨਿਸ਼ਾਨੀ ਹੁੰਦੀਆਂ ਵਾ। ਤਾਂ HCl ਦੇ ਵਿੱਚ ਦੇਖੀਏ ਤਾਂ ਹਾਈਡਰੋਜਨ ਦੇ ਵਿੱਚ ਆਕਸੀਜਨ ਦੀ ਐਡੀਸ਼ਨ ਹੋ ਗਈ, ਕਲੋਰੀਨ ਦੇ ਵਿੱਚੋਂ ਹਾਈਡਰੋਜਨ ਚਲਿਆ ਗਿਆ, ਤਾਂ ਇਟ ਮੀਨਸ ਕਿ HCl ਤੇ ਆਪਣੇ ਕੋਲੇ ਕੀ ਹੋ ਗਈ? ਆਕਸੀਡੇਸ਼ਨ ਹੋ ਗਈ। ਠੀਕ ਆ, ਤਾਂ ਪਹਿਲੇ ਦਾ ਆਨਸਰ ਆਪਣੇ ਕੋਲੇ B ਆਉਣਾ ਸੀ। ਉਸ ਤੋਂ ਬਾਅਦ ਅੱਗੇ ਆਪਾਂ ਦੇਖੀਏ ਤਾਂ ਬੜਾ ਹੀ ਜ਼ਿਆਦਾ ਸੌਖਾ, ਮੈਂ ਤੁਹਾਨੂੰ ਇਹਦੇ ਨਾਲ ਦਾ ਕਰਾਇਆ ਵੀ ਸੀ, ਬਿਲਕੁਲ ਦੱਸਿਆ ਸੀ ਕਿ ਅਕਰੋਸ ਬਿਟਵੀਨ ਅ ਟਾਲ ਟੀ ਪਲਾਂਟ ਐਂਡ ਅ ਸ਼ਾਰਟ ਟੀ ਪਲਾਂਟ ਰਿਜ਼ਲਟਡ ਇਨ ਅ ਪ੍ਰੋਜੈਨੀਜ਼ that are all tall plant because ਦੇਖੋ ਹੁਣ ਧਿਆਨ ਦੇ ਨਾਲ ਦੇਖੋ, ਕਹਿੰਦੇ ਵੀ ਆਪਣੇ ਕੋਲੇ ਇੱਕ ਟਾਲ ਟੀ ਪਲਾਂਟ ਆ, ਇੱਕ ਆਪਣੇ ਕੋਲੇ ਸ਼ਾਰਟ ਟੀ ਪਲਾਂਟ ਆ। ਇਹਨਾਂ ਦੇ ਵਿਚਕਾਰ ਕੀ ਹੋਇਆ? ਕ੍ਰੋਸ ਪੋਲੀਨੇਸ਼ਨ ਹੋਈ ਤੇ ਜਿਹੜੇ ਆਪਣੇ ਕੋਲੇ ਪਲਾਂਟ ਬਣੇ ਆ ਨਵੇਂ, ਉਹ ਸਾਰੇ ਦੇ ਸਾਰੇ ਕੀ ਸੀ? ਆਪਣੇ ਕੋਲੇ ਟਾਲ ਸੀ। ਹੁਣ ਉਹ ਕਹਿੰਦੇ ਇਹਦਾ ਕੀ ਕਾਰਨ ਹੋ ਸਕਦਾ? ਇਹਦਾ ਦੇਖੋ ਕੀ ਕਾਰਨ ਹੋ ਸਕਦਾ ਕਿ ਆਪਣੇ ਕੋਲ ਜਿਹੜੇ ਟਾਲਨੈਸ ਹੋਊਗੀ ਉਹ ਕੀ ਰਿਸੈਸਿਵ ਹੋਊਗਾ? ਰਿਸੈਸਿਵ ਤਾਂ ਨਹੀਂ ਹੋ ਸਕਦਾ। ਰਿਸੈਸਿਵ ਦਾ ਮਤਲਬ ਹੁੰਦਾ ਕਿ ਜਿਹਦਾ ਪ੍ਰਭਾਵ ਘੱਟ ਹੋਵੇ, ਇਹਦਾ ਮਤਲਬ ਇਹ ਤਾਂ ਰੋਂਗ ਆ। ਠੀਕ ਆ, ਜੇ ਇਹਦਾ ਪ੍ਰਭਾਵ ਘੱਟ ਹੁੰਦਾ ਫਿਰ ਟੋਲੈਸਟ ਦੋਨਾਂ ਨੇ ਕਿਵੇਂ ਬਣਨਾ ਸੀ? ਸ਼ਾਰਟਨੈਸ ਦੇ ਵਿੱਚ ਜੇ ਸ਼ਾਰਟਨੈਸ ਡੋਮੀਨੇਟ ਹੁੰਦਾ, ਡੋਮੀਨੇਟ ਮਤਲਬ ਜਿਹਦਾ ਪ੍ਰਭਾਵ ਵੱਧ ਹੋਊਗਾ, ਤੇ ਜੇ ਇਹ ਆਪਣੇ ਕੋਲੇ ਡੋਮੀਨੇਟ ਹੁੰਦਾ ਤਾਂ ਫਿਰ ਦੋਨੇ ਆਪਣੇ ਕੋਲੇ ਛੋਟੇ ਬਣਨੇ ਸੀ, ਇਹਦਾ ਮਤਲਬ ਇਹ ਵੀ ਰੋਂਗ ਆ। ਹਾਈਟ ਆਫ ਦੀ ਪੀ ਪਲਾਂਟ ਇਜ਼ ਨਾਟ ਗਵਰਨਡ ਬਾਈ ਦੀ ਜੀਨ TNT। ਇਹ ਕਹਿੰਦੇ ਵੀ ਜਿਹੜਾ T ਆ ਇਹਦੇ ਤੇ ਹਾਈਟ ਡਿਪੈਂਡ ਹੀ ਨਹੀਂ ਕਰਦੀ, ਇਹਦਾ ਮਤਲਬ ਇਹ ਵੀ ਰੋਂਗ ਹੋ ਗਿਆ। ਤਾਂ ਆਪਣੇ ਕੋਲੇ ਲਾਸਟ ਕੀ ਆ? ਕਰੈਕਟ ਆਨਸਰ ਆ, ਕਿਉਂਕਿ ਜਿਹੜੀ ਟੋਲਨੈਸ ਹੁੰਦੀ ਆ ਉਹ ਆਪਣੇ ਕੋਲੇ ਡੋਮੀਨੇਟ ਟ੍ਰੇਟ ਹੋਊਗਾ, ਤਾਂ ਹੀ ਆਪਣੇ ਕੋਲੇ ਜਿਹੜਾ ਉਹਦੀ ਸਾਈਜ਼ ਹੋਊਗਾ ਉਹ ਵੱਡੇ ਹੋਣਗੇ। ਠੀਕ ਆ। ਔਨ ਪਾਸਿੰਗ ਥਰੂ ਅ ਪ੍ਰਿਜ਼ਮ ਵਿਚ ਕਲਰ ਆਫ ਅ ਵਾਈਟ ਲਾਈਟ ਬੈਂਡ ਲੀਸਟ। ਸਭ ਤੋਂ ਘੱਟ ਜਿਹੜੀ ਲਾਈਟ ਉਹ ਬੈਂਡ ਕਿਹੜੀ ਕਰਦੀ ਹੈ? ਦੇਖੋ ਜਦੋਂ ਆਪਾਂ ਵਾਈਟ ਲਾਈਟ ਲੈਂਦੇ ਹਾਂ, ਇਹਦੇ ਵਿੱਚੋਂ ਵਾਈਟ ਲਾਈਟ ਆਪਾਂ ਇੱਦਾਂ ਪਾਸ ਕਰਦੇ ਹੁੰਦੇ ਹਾਂ ਤਾਂ 7 ਰੰਗਾਂ ਦੇ ਵਿੱਚ ਐਂ ਟੁੱਟ ਜਾਂਦੀ ਹੁੰਦੀ। ਠੀਕ ਆ, 7 ਰੰਗ 3 4 5 6 ਐਂਡ 7। ਤਾਂ ਆਪਾਂ ਦੇਖੀਏ ਤਾਂ ਇਹ 7 ਰੰਗਾਂ ਦੇ ਵਿੱਚ ਉਹ ਟੁੱਟ ਜਾਂਦੀ ਹੁੰਦੀ ਆ। ਐਂਡ ਉਹ ਜਿਹੜੇ 7 ਰੰਗ ਹੁੰਦੇ ਉਹ ਜੇ ਆਪਾਂ ਉਹਨਾਂ ਨੂੰ ਲਿਖੀਏ ਤਾਂ ਆਪਣੇ ਕੋਲ ਕੀ ਬਣਦਾ ਹੁੰਦਾ? ਵੈਬ ਗਿਓਰ। ਤਾਂ ਉਹ ਆਪਣੇ ਕੋਲ ਕੀ ਬਣਦਾ ਹੁੰਦਾ? ਵੈਬ ਗਿਓਰ। ਹੁਣ ਧਿਆਨ ਦੇ ਨਾਲ ਦੇਖੋ, ਇਹ ਆਪਣੇ ਕੋਲੇ ਵੈਬ ਗਿਓਰ ਬਣਿਆ ਤੇ ਇਹਦੇ ਵਿੱਚੋਂ ਜੇ ਤੁਸੀਂ ਦੇਖੋਗੇ ਵੀ ਤਾਂ ਸਭ ਤੋਂ ਜਿਹੜਾ ਘੱਟ ਰੰਗ ਆ, ਜਿਹੜਾ ਘੱਟ ਮੁੜਿਆ ਵਾ, ਤਾਂ ਜੇ ਆਪਾਂ ਸਭ ਤੋਂ ਵੱਧ ਦੇਖੀਏ ਤਾਂ ਵਾਇਲਟ ਮੁੜਿਆ ਵਾ, ਜੇ ਸਭ ਤੋਂ ਘੱਟ ਦੇਖੀਏ ਤਾਂ ਰੈੱਡ ਮੁੜਿਆ ਵਾ। ਇਹਦਾ ਮਤਲਬ ਰੈੱਡ ਆਪਣੇ ਕੋਲੇ ਸਹੀ ਆਨਸਰ ਆਊਗਾ, ਕਿਉਂਕਿ ਉਹਨਾਂ ਨੇ ਇਹ ਪੁੱਛਿਆ ਕਿ ਸਭ ਤੋਂ ਘੱਟ ਕਿਹੜਾ ਰੰਗ ਮੁੜਿਆ ਵਾ ਇਹਨਾਂ ਦੇ ਵਿੱਚੋਂ। ਜੇਕਰ ਆਪਾਂ ਅੱਗੇ ਦੇਖੀਏ, ਐਨ ਐਟਮ ਆਫ ਐਨ ਐਲੀਮੈਂਟ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈਗੀ ਉਹਦੀ 2A2 ਟੂ ਵਿਚ ਉਹਦੀ ਐਲੀਮੈਂਟ ਕੈਮੀਕਲੀ ਸਿਮਿਲਰ। ਮੈਂ ਇਹ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ, ਮੈਂ ਇਹ ਦੱਸਿਆ ਸੀ ਕਿ ਕੈਮੀਕਲ ਸਿਮਿਲੈਰਿਟੀ ਕਿਵੇਂ ਪਤਾ ਲੱਗਦਾ ਹੁੰਦਾ? ਆਖਰ ਵਾਲੇ ਸ਼ੈੱਲ ਵਿੱਚ ਸੇਮ ਇਲੈਕਟ੍ਰੋਨ ਹੋਣੇ ਚਾਹੀਦੇ ਆ। ਹੁਣ ਤੁਸੀਂ ਦੇਖ ਲਓ, ਇਹਦੇ ਆਖਰ ਵਾਲੇ ਸ਼ੈੱਲ ਵਿੱਚ ਕਿੰਨੇ ਇਲੈਕਟ੍ਰੋਨ ਆ? 3 ਆ। ਇਹਦੇ ਆਖਰ ਵਾਲੇ ਸ਼ੈੱਲ ਵਿੱਚ ਕਿੰਨੇ ਇਲੈਕਟ੍ਰੋਨ ਆ? ਇਹ ਬਣ ਗਿਆ ਆਪਣੇ ਕੋਲੇ 20 ਆ, ਇਹ ਬਣ ਗਿਆ ਆਪਣੇ ਕੋਲੇ 2 8 8 ਐਂਡ 2। ਠੀਕ ਆ। ਐਂਡ ਉਸ ਤੋਂ ਬਾਅਦ ਜੇਕਰ ਆਪਾਂ ਸੋਡੀਅਮ ਦੇਖੀਏ ਤਾਂ ਬਣ ਜਾਊ ਆਪਣੇ ਕੋਲੇ 281 ਐਂਡ ਜੇ ਆਪਾਂ ਸਲਫਰ ਦੇਖੀਏ ਤਾਂ ਆਪਣੇ ਕੋਲ ਬਣ ਜਾਊਗਾ 286।
ਹੁਣ ਲਾਸਟ ਵਿੱਚ 2 ਇਲੈਕਟ੍ਰੋਨ ਕਿਹਦੇ ਕੋਲੇ ਆ, 2 ਇਲੈਕਟ੍ਰੋਨ ਤਾਂ ਇਹਦੇ ਕੋਲੇ ਹੀ ਆ, ਇਹਦਾ ਮਤਲਬ ਇਲੈਕਟ੍ਰੋਨਿਕ ਕਨਫੀਗਰੇਸ਼ਨ ਜੇ ਇਹਨਾਂ ਦੋਨਾਂ ਦੀ ਜਿਹੜੇ ਵੈਲੈਂਸ ਸ਼ੈਲ ਵਿੱਚ 2 ਇਲੈਕਟ੍ਰੋਨ ਇਹਦੇ ਕੋਲ ਆ, 2 ਇਲੈਕਟ੍ਰੋਨ ਇਹਦੇ ਕੋਲ ਆ, ਇਟ ਮੀਨਸ ਕਿ ਇਹਨਾਂ ਦੋਨਾਂ ਦੀ ਪ੍ਰੋਪਰਟੀ ਜਿਹੜੀ ਹੋਊਗੀ ਉਹ ਸੇਮ ਹੋਊਗੀ। ਠੀਕ ਆ, ਤਾਂ ਇਹ ਧਿਆਨ ਨਾਲ ਦੇਖੋ, ਆਪਣੇ ਕੋਲੇ ਕੀ ਦੇਖਣਾ ਹੁੰਦਾ ਆਪਾਂ ਕੈਮੀਕਲ ਪ੍ਰੋਪਰਟੀਜ਼ ਵਾਸਤੇ, ਉਹਨਾਂ ਦੇ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨ ਆ, ਇਹੀ ਡਿਸਾਈਡ ਕਰਨਗੇ ਕਿ ਉਹਨਾਂ ਦੀ ਜਿਹੜੀ ਪ੍ਰੋਪਰਟੀ ਆ ਕੈਮੀਕਲ ਉਹ ਸੇਮ ਹੋਊਗੀ। ਠੀਕ ਆ, ਤਾਂ ਇੱਥੇ ਵੀ 2 ਨੰਬਰ ਆਫ ਇਲੈਕਟ੍ਰੋਨ ਸੀ, ਇੱਥੇ ਵੀ 2 ਨੰਬਰ ਆਫ ਇਲੈਕਟ੍ਰੋਨ, ਇਟ ਮੀਨਸ ਕਿ ਦੋਨਾਂ ਦੀ ਕੈਮੀਕਲ ਪ੍ਰੋਪਰਟੀ ਸੇਮ ਹੋਊਗੀ। ਇਹਦਾ ਆਂਸਰ ਆਪਣੇ ਕੋਲੇ ਕੈਲਸ਼ੀਅਮ ਸੀ। ਦੇਖੋ ਆ ਤਾਂ ਐਜ਼ ਇਟ ਇਜ਼ ਹੀ ਆ ਗਿਆ ਜਿਹੜਾ ਮੈਂ ਤੁਹਾਨੂੰ ਮੈਰਾਥਨ ਦੇ ਵਿੱਚ ਕਰਾਇਆ ਸੀ, ਕਾਰਬਨ ਡਾਈਆਕਸਾਈਡ, ਵਾਟਰ ਐਂਡ ਐਨਰਜੀ ਬ੍ਰੇਕਡਾਊਨ ਕਿੱਥੇ ਹੁੰਦੀ ਹੈ, ਤੇ ਮੈਂ ਤੁਹਾਨੂੰ ਦੱਸਿਆ ਸੀ ਮਾਈਕਰੋਕੌਂਡਰੀਆ ਦੇ ਵਿੱਚ ਹੁੰਦੀ ਆ। ਠੀਕ ਆ, ਤਾਂ ਇਹ ਆਈ ਥਿੰਕ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਉਸ ਤੋਂ ਬਾਅਦ ਦੇਖੋ ਕੀ ਪੁੱਛਿਆ ਹੋਇਆ, ਵਟ ਇਜ਼ ਦੀ ਪਾਵਰ ਆਫ ਅ ਕਨਕੇਵ ਲੈਂਸ। ਠੀਕ ਆ, ਕਨਕੇਵ ਲੈਂਸ ਦੀ ਪਾਵਰ ਦੱਸੀ ਆ, ਜਿਹਦੀ ਆਪਣੇ ਕੋਲੇ 2 ਮੀਟਰ, ਇਹ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ। ਜੇ ਤੁਸੀਂ ਵੀਡੀਓ ਧਿਆਨ ਨਾਲ ਦੇਖੀ ਹੋਊਗੀ ਤਾਂ ਮੈਂ ਉੱਥੇ ਪਾਵਰ ਤੁਹਾਨੂੰ ਕਢਵਾਈ ਸੀ। ਜਿੰਨਾ ਵੀ ਆਪਣੇ ਕੋਲੇ ਉਹਦੀ ਫੋਕਲ ਲੈਂਥ ਦਿੱਤੀ ਹੁੰਦੀ ਉਹਨੂੰ ਡਿਵਾਈਡ ਕਰ ਦਿਓ ਤਾਂ ਇਹ ਆਪਣੇ ਕੋਲ ਬਣ ਜਾਣਾ 0.5D। ਤਾਂ ਆਂਸਰ ਆਪਣੇ ਕੋਲ ਬਣ ਜਾਣਾ 0.5D। ਤਾਂ ਆਪਣੇ ਕੋਲ ਇਹ ਹੋਊਗਾ ਇਹਦਾ ਕਰੈਕਟ ਆਂਸਰ। ਠੀਕ ਆ, ਤਾਂ ਆਈ ਥਿੰਕ ਕਿ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਹੋਊਗੀ। ਆਈ ਥਿੰਕ ਕਿ ਬੱਚੇ ਤੋਂ ਕਿਤੋਂ ਰਿਪੀਟ ਹੋ ਗਿਆ, ਜੋ PDF ਉਹ ਰਿਪੀਟ ਹੋ ਗਈ ਹੈ। ਮੈਂ ਇੱਕ ਵਾਰ ਦੁਬਾਰਾ ਅੱਗੇ ਦੇਖਦਾ, ਚਲੋ ਅੱਗੇ ਦੇਖਦੇ ਹਾਂ ਆਪਾਂ। ਤਾਂ ਅੱਗੇ ਉਹਨਾਂ ਨੇ ਦੇਖੋ ਕਿ ਆਪਣੇ ਕੋਲ ਇੱਕ ਇਕੁਏਸ਼ਨ ਦਿੱਤੀ ਹੋਈ ਆ, ਇੱਕ ਆਪਣੇ ਕੋਲ ਸਮੀਕਰਨ, ਇੱਕ ਆਪਣੇ ਕੋਲ ਰਿਐਕਸ਼ਨ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ x ਐਂਡ y ਦਾ ਜਿਹੜੀ ਵੈਲਿਊ ਆ ਉਹ ਕੀ ਹੋਊਗੀ। ਦੇਖੋ ਜੇ ਤੁਸੀਂ ਨਹੀਂ ਵੀ ਇਹਨੂੰ ਫਾਈਂਡ ਆਊਟ ਕਰ ਸਕਦੇ ਸੀ ਨਾ, ਤਾਂ ਤੁਸੀਂ ਸਿੰਪਲੀ ਪੁੱਟ ਕਰਕੇ ਵੀ ਚੈੱਕ ਕਰ ਸਕਦੇ ਸੀ। ਉੱਥੇ ਪੁੱਟ ਕਰ ਦਿੰਦੇ ਕੱਲੀ ਵੈਲਿਊ, ਉਹ ਵੀ ਕੋਈ ਬਾਹਲਾ ਟਾਈਮ ਲੱਗਣਾ ਨਹੀਂ ਸੀ। ਫਿਰ ਵੀ ਆਈ ਥਿੰਕ ਕਿ ਬੱਚੇ ਕਾਫੀ ਜ਼ਿਆਦਾ ਇੰਟੈਲੀਜੈਂਟ ਐਂਡ ਵਧੀਆ ਪੇਪਰ ਕੀਤਾ ਹੋਊਗਾ, ਐਂਡ ਬੱਚਿਆਂ ਦਾ ਜਿਹੜੇ ਆਨਸਰ ਆ ਉਹ ਸਹੀ ਹੋਏ ਹੋਣਗੇ। ਹੁਣ ਧਿਆਨ ਨਾਲ ਦੇਖੋ, ਇੱਥੇ ਆਪਣੇ ਕੋਲੇ ਇੱਧਰ ਜੇ ਆਪਾਂ ਕਾਰਬਨ ਦੇਖੀਏ ਐਂਡ ਇਸ ਸਾਈਡ ਤੇ ਕਾਰਬਨ ਦੇਖੀਏ ਤਾਂ ਦੋਨੇ ਕਾਰਬਨ 1 ਐਂਡ ਕਾਰਬਨ ਨੂੰ ਤਾਂ ਆਪਾਂ ਨੂੰ ਇੱਥੇ ਸਹੀ ਕਰਨ ਦੀ ਕੋਈ ਲੋੜ ਨਹੀਂਗੀ। ਉਸ ਤੋਂ ਬਾਅਦ ਜੇਕਰ ਆਪਾਂ ਆਕਸੀਜਨ ਦੇਖੀਏ ਤਾਂ ਇਸ ਸਾਈਡ ਦੇ ਵਿੱਚ ਆਕਸੀਜਨ 2 ਆ, ਬਟ ਇਸ ਸਾਈਡ ਦੇ ਵਿੱਚ ਆਕਸੀਜਨ ਮੇਰੇ ਕੋਲੇ 3 ਆ। ਬਟ ਇਸ ਸਾਈਡ ਦੇ ਵਿੱਚ ਮੇਰੇ ਕੋਲੇ ਜਿਹੜੇ ਹਾਈਡਰੋਜਨ ਆ ਉਹ 4 ਆ, ਐਂਡ ਇੱਧਰ ਮੇਰੇ ਕੋਲੇ ਜਿਹੜੇ ਹਾਈਡਰੋਜਨ ਆ ਉਹ 2 ਆ। ਤਾਂ ਮੈਂ ਇੱਥੇ 2 ਨਾਲ ਮਲਟੀਪਲਾਈ ਕਰ ਦੂੰਗਾ, ਤਾਂ ਮੇਰੇ ਕੋਲੇ ਹਾਈਡਰੋਜਨ ਕਿੰਨੇ ਹੋ ਗਏ, 4 ਹੋ ਗਏ। ਸਹੀ ਆ, ਜਿਹੜੇ ਮੇਰੇ ਕੋਲੇ ਕਾਰਬਨ ਉਹ ਵੀ ਸਹੀ ਹੋ ਗਏ। ਬਟ ਮੇਰੇ ਕੋਲ ਜੇ ਇੱਥੋਂ ਧਿਆਨ ਦੇ ਨਾਲ ਮੈਂ ਦੇਖਾਂ ਤਾਂ ਆਕਸੀਜਨ ਮੇਰੇ ਕੋਲ ਇੱਧਰ 4 ਆ ਤੇ ਇੱਧਰ ਵੀ ਮੇਰੇ ਕੋਲ 2 ਆ, ਤਾਂ ਮੈਂ ਇੱਥੇ 2 ਨਾਲ ਮਲਟੀਪਲਾਈ ਕਰ ਦੂੰਗਾ। ਇਹਦਾ ਮਤਲਬ ਫਸਟ ਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕੀਤਾ, 1 ਦੇ ਨਾਲ ਕੀਤਾ। ਸੈਕਿੰਡ ਨੂੰ ਕਿਹਦੇ ਨਾਲ ਮਲਟੀਪਲਾਈ ਕੀਤਾ, 2 ਨਾਲ ਕੀਤਾ। ਫਿਰ ਇੱਧਰ ਪ੍ਰੋਡਕਟ ਵਾਲੀ ਸਾਈਡ ਦੇ ਵਿੱਚ 2 ਨਾਲ ਕੀਤਾ, ਇੱਥੇ ਮੈਂ ਕਿਹਦੇ ਨਾਲ ਕੀਤਾ, 1 ਦੇ ਨਾਲ ਕੀਤਾ। ਤਾਂ ਦੇਖੋ ਇਹਦਾ ਮਤਲਬ ਜੇ ਫਸਟ ਦੇ ਵਿੱਚ ਮੇਰੇ ਕੋਲ ਕੀ ਸੀ, y ਸੀ, ਇਹਦਾ ਮਤਲਬ y ਦੀ ਵੈਲਿਊ ਮੇਰੇ ਕੋਲ ਕਿੰਨੀ ਆ ਗਈ, 1 ਆ ਗਈ। ਸੈਕਿੰਡ ਵਿੱਚ ਮੇਰੇ ਕੋਲ x ਸੀ, ਇਹਦਾ ਮਤਲਬ x ਦੀ ਵੈਲਿਊ ਮੇਰੇ ਕੋਲ ਕਿੰਨੀ ਆ ਗਈ, 2 ਆ ਗਈ। ਤਾਂ ਹੁਣ ਉਹਨਾਂ ਨੇ ਕੀ ਪੁੱਛਿਆ, x ਦੀ ਵੈਲਿਊ ਪਹਿਲਾਂ, y ਦੀ ਵੈਲਿਊ ਬਾਅਦ ਵਿੱਚ। x ਦੀ ਵੈਲਿਊ ਕਿੰਨੀ ਆ, 2, ਤੇ y ਦੀ ਵੈਲਿਊ ਮੇਰੇ ਕੋਲ ਕਿੰਨੀ ਆ, 1। ਇਹਦਾ ਮਤਲਬ 2 1 ਆਂਸਰ ਆਊਗਾ। ਐਂਡ 2 1 ਦੇਖੋ ਮੇਰੇ ਕੋਲ D ਵਿੱਚ ਪਿਆ ਹੋਇਆ, ਇਟ ਮੀਨਸ D ਇਜ਼ ਅ ਕਰੈਕਟ ਆਂਸਰ। ਤੁਸੀਂ ਵੈਲਿਊਜ਼ ਪੁੱਟ ਕਰਕੇ ਵੀ ਚੈੱਕ ਕਰ ਸਕਦੇ ਸੀ, ਇਹਦੇ ਨਾਲ ਵੀ ਉੱਥੋਂ ਈਜ਼ੀਲੀ ਫਾਈਂਡ ਆਊਟ ਹੋ ਜਾਣਾ ਸੀ। ਅ ਪਲਾਂਟ ਹਾਰਮੋਨ ਵਿਚ ਇਜ਼ ਅ ਸਿੰਥੇਸਾਈਜ਼ਡ ਐਟ ਅ ਸ਼ੂਟ ਟਿਪ ਹੈਲਪ ਇਨ ਸੈੱਲ ਟੂ ਗਰੋ ਲੌਂਗਰ। ਤਾਂ ਉਹਦਾ ਆਪਾਂ ਸਿੰਪਲੀ ਨਾਮ ਯਾਦ ਰੱਖਣਾ ਸੀ, ਆਕਸੀਜਨ ਹੁੰਦਾ ਆਪਣੇ ਕੋਲੇ। ਇਹਦੀ ਜਿਹੜੀ ਆਪਣੇ ਕੋਲੇ ਕਰੁੰਬਲਾਂ ਹੁੰਦੀਆਂ ਨਾ, ਜਿਹਨੂੰ ਆਪਾਂ ਕਰੁੰਬਲਾਂ ਕਹਿ ਦਾਂਗੇ, ਜਾਂ ਆਪਾਂ ਕਹਿ ਦਾਂਗੇ ਟਿਪ ਕਹਿ ਦਾਂਗੇ, ਸ਼ੂਟ ਟਿਪ ਹੁੰਦੀ ਹੈ ਜਿਹੜੀ, ਉਹਦੀ ਲੰਬਾਈ ਵਿੱਚ ਵਾਧਾ ਕਰਨ ਦੇ ਵਿੱਚ, ਉਹਨੂੰ ਮਤਲਬ ਇਨਕਰੀਜ਼ ਕਰਨ ਦੇ ਵਿੱਚ ਹੈਲਪ ਕਰਦਾ ਹੁੰਦਾ। ਡੇਂਜਰ ਸਿਗਨਲ ਆ ਕਹਿੰਦੇ ਉਹ ਕਿਹੜੇ ਕਲਰ ਦਾ ਹੁੰਦਾ, ਪਹਿਲਾਂ ਲਿਖਿਆ ਹੋਇਆ ਸੌਰੀ ਰੈੱਡ ਕਲਰ ਦਾ ਹੁੰਦਾ। ਕਾਹ ਤੋਂ ਹੁੰਦਾ ਵਾ, ਰੈੱਡ ਕਲਰ ਦਾ ਤਾਂ ਹੁੰਦਾ ਕਿਉਂਕਿ ਇਹਦੇ ਸਕੈਟਰਿੰਗ ਹੀ ਨਹੀਂ ਹੁੰਦੀ। ਠੀਕ ਹੈ, ਬਹੁਤ ਘੱਟ ਸਕੈਟਰਿੰਗ ਹੁੰਦੀ ਆ, ਤਾਂ ਰੈੱਡ ਕਲਰ ਇਜ਼ ਅ ਲੀਸਟ ਸਕੈਟਰਡ। ਆਪਣੇ ਕੋਲ ਸਹੀ ਆਂਸਰ ਆ ਜਾਊਗਾ, ਸੀ ਇਜ਼ ਅ ਕਰੈਕਟ ਆਂਸਰ, ਰੈੱਡ ਕਲਰ ਇਜ਼ ਅ ਲੀਸਟ ਸਕੈਟਰਡ। ਅੱਗੇ ਆਪਾਂ ਨੂੰ ਉਹਨੇ ਪੁੱਛਿਆ ਹੋਇਆ, ਵੈਨ ਸਮ ਡ੍ਰੌਪਸ ਆਫ ਅ ਫਿਨੋਲਫਿਥਲੀਨ ਇਜ਼ ਐਡਡ ਟੂ NaOH। NaOH ਆਪਣੇ ਕੋਲ ਕੀ ਹੁੰਦਾ, ਇੱਕ ਬੇਸ ਹੁੰਦਾ, ਇੱਕ ਕੀ ਹੁੰਦਾ ਆਪਣੇ ਕੋਲੇ, ਖਾਰ ਹੁੰਦਾ। ਹੁਣ ਜੇ ਆਪਾਂ ਖਾਰ ਦੇ ਵਿੱਚ ਫਿਨੋਲਫਿਥਲੀਨ ਪਾਵਾਂਗੇ ਤਾਂ ਉਹਦਾ ਜਿਹੜਾ ਕਲਰ ਕੀ ਹੋ ਜਾਂਦਾ ਹੁੰਦਾ, ਉਹ ਪਿੰਕ ਹੋ ਜਾਂਦਾ ਹੁੰਦਾ। ਯਾਦ ਰੱਖਿਓ ਉਹਦਾ ਕਲਰ ਕੀ ਹੋ ਜਾਂਦਾ ਹੁੰਦਾ, ਪਿੰਕ ਹੋ ਜਾਂਦਾ ਹੁੰਦਾ। ਬਟ ਬੇਸਿਕਲੀ ਜੇ ਆਪਾਂ ਐਸਿਡ ਐਡ ਕਰਦੇ ਹੁੰਦੇ ਤਾਂ ਉਹ ਕੀ ਹੋ ਜਾਂਦਾ ਹੁੰਦਾ, ਕਲਰਲੈਸ ਹੋ ਜਾਂਦਾ ਹੁੰਦਾ। ਠੀਕ ਆ, ਇਹ ਚੀਜ਼ ਵੀ ਮੈਂ ਤੁਹਾਨੂੰ ਕਿਹਾ ਸੀ, ਮੈਂ ਜਿੰਨੇ ਵੀ ਉੱਥੇ ਲਿਖੇ ਸੀ ਮੈਂ ਕਿਹਾ ਸੀ ਇੰਡੀਕੇਟਰ ਬਾਰੇ ਇੱਕ ਵਾਰੀ ਜ਼ਰੂਰ ਪੜ੍ਹ ਕੇ ਜਾਇਓ। ਦੇਖੋ ਆ ਨੋਨ ਬਾਇਓਡੀਗ੍ਰੇਡੇਬਲ ਵਾਲਾ ਵੀ ਮੈਂ ਕਰਵਾਇਆ ਹੋਇਆ ਵਾ। ਨੋਨ ਬਾਇਓਡੀਗ੍ਰੇਡੇਬਲ ਕਿਹੜਾ ਇਹਨਾਂ ਦੇ ਵਿੱਚੋਂ, ਮਤਲਬ ਜਿਹਦਾ ਜਿਹੜਾ ਵਿਘਟਨ ਨਹੀਂ ਹੁੰਦਾ, ਮਤਲਬ ਜਿਹੜਾ ਜਿਵੇਂ ਆਪਾਂ ਕਹਦੇ ਗਲਦਾ ਨਹੀਂਗਾ। ਤਾਂ ਜੇ ਆਪਾਂ ਵੂਲ ਦੀ ਗੱਲ ਕਰੀਏ, ਉੱਨ ਜਿਹੜਾ ਹੁੰਦਾ, ਜਾਂ ਆਪਣੇ ਕੋਲ ਐਨੀਮਲਸ ਬੋਨ ਹੁੰਦੀਆਂ ਵਾ, ਜਾਂ ਆਪਣੇ ਕੋਲ ਟੀ ਲੀਵਸ ਹੁੰਦੀਆਂ। ਦੇਖੋ ਇਹ ਵੀ ਆਪਣੇ ਕੋਲ ਇੱਕ ਆਰਗੈਨਿਕ ਮਟੀਰੀਅਲ ਆ, ਇਹ ਵੀ ਆਪਣੇ ਕੋਲ ਆਰਗੈਨਿਕ ਮਟੀਰੀਅਲ, ਇਹ ਵੀ ਆਪਣੇ ਕੋਲ ਇੱਕ ਆਰਗੈਨਿਕ ਮਟੀਰੀਅਲ ਆ। ਤਾਂ ਜਿਹੜੇ ਆਰਗੈਨਿਕ ਮਟੀਰੀਅਲ ਹੋਣਗੇ ਉਹ ਤਾਂ ਸਾਰੇ ਦੇ ਸਾਰੇ ਬਾਇਓਡੀਗ੍ਰੇਡੇਬਲ ਹੀ ਹੋਣਗੇ। ਬਟ ਜਿਹੜਾ ਹਿਊਮਨ ਮੇਡ ਕੋਈ ਬਣੀਆਂ ਹੋਣਗੀਆਂ ਚੀਜ਼ਾਂ, ਜਿਵੇਂ ਆਪਣੇ ਕੋਲ ਨਾਈਲੋਨ ਆ, ਇਹ ਤਾਂ ਹਿਊਮਨ ਮੇਡ ਹੈ ਨਾ, ਇਟ ਮੀਨਸ ਕਿ ਆਪਣੇ ਕੋਲ ਨੋਨ ਬਾਇਓਡੀਗ੍ਰੇਡੇਬਲ ਆ। ਠੀਕ ਆ, ਤਾਂ ਅੱਗੇ ਜੇਕਰ ਆਪਾਂ ਦੇਖੀਏ, ਵਟ ਇਜ਼ ਦੀ ਸਪੀਡ ਆਫ ਲਾਈਟ। ਲਾਈਟ ਦੀ ਜਿਹੜੀ ਸਪੀਡ ਹੁੰਦੀ ਆ ਵੈਕਿਊਮ ਦੇ ਵਿੱਚ ਕਿੰਨੀ ਹੁੰਦੀ ਆ, 3 × 10⁸ ਮੀਟਰ ਪਰ ਸੈਕਿੰਡ ਹੁੰਦੀ ਆ। ਠੀਕ ਆ, ਇਹ ਵੀ ਤੁਸੀਂ ਯਾਦ ਰੱਖਣੀ ਆ। ਕਦੇ ਕਦੇ ਪੇਪਰ ਦੇ ਵਿੱਚ 2.99 ਵੀ ਲਿਖਿਆ ਹੁੰਦਾ, ਬਟ ਇੱਥੇ ਆਪਣੇ ਕੋਲ ਐਗਜ਼ੈਕਟ ਆਂਸਰ 3 × 10⁸ ਮੀਟਰ ਪਰ ਸੈਕਿੰਡ ਸੀ। ਦੇਖੋ ਆ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਸੀ, ਨੰਬਰ ਆਫ ਪੀਰੀਅਡਸ ਐਂਡ ਗਰੁੱਪ ਵੀ ਮੈਂ ਤੁਹਾਨੂੰ ਕਰਵਾਏ ਹੋਏ ਸੀ ਕਿ ਨੰਬਰ ਆਫ ਪੀਰੀਅਡਸ ਆਪਣੇ ਕੋਲ ਕਿੰਨੇ ਆ, ਨੰਬਰ ਆਫ ਪੀਰੀਅਡ ਆਪਣੇ ਕੋਲ 7 ਆ, ਤੇ ਨੰਬਰ ਆਫ ਗਰੁੱਪ ਆਪਣੇ ਕੋਲ ਕਿੰਨੇ ਆ, 18 ਆ।
ਤਾਂ ਮੈਂ ਤੁਹਾਨੂੰ ਇਹ ਦੱਸਿਆ ਹੋਇਆ ਸੀ ਆਨਸਰ। ਜੇ ਤੁਸੀਂ ਮੈਰਾਥਨ ਸੈਸ਼ਨ ਧਿਆਨ ਨਾਲ ਦੇਖਿਆ ਹੋਊਗਾ ਤਾਂ ਤੁਹਾਨੂੰ ਇਹਦਾ ਆਨਸਰ ਪਤਾ ਹੋਊਗਾ। ਦੀ ਪ੍ਰੋਸੈਸ ਵੇਅਰ ਦੀ ਕਰੈਕਟਰਿਸਟਿਕ ਆਫ ਆ ਟਰਾਂਸਮਿਟਡ ਫਰੋਮ ਆ ਪੇਰੈਂਟਸ ਟੂ ਆਫਸਪਰਿੰਗ। ਆਫਸਪਰਿੰਗ ਮਤਲਬ ਬੱਚਿਆਂ ਦੇ ਵਿੱਚ ਜਿਹੜੀਆਂ ਆਪਣੇ ਕੋਲੇ ਕਹਿੰਦੇ ਉਹ ਜਿਹੜਾ ਪ੍ਰੋਸੈਸ ਹੁੰਦਾ ਉਹ ਪ੍ਰੋਸੈਸ ਨੂੰ ਕੀ ਕਹਿੰਦੇ ਆ, ਜਿਹਦੇ ਵਿੱਚ ਆਪਣੀਆਂ ਜਿਹੜੀਆਂ ਕਰੈਕਟਰਿਸਟਿਕ ਆ ਉਹ ਪੇਰੈਂਟ ਤੋਂ ਉਹਨਾਂ ਦੇ ਬੱਚਿਆਂ ਦੇ ਵਿੱਚ ਚਲੀਆਂ ਜਾਂਦੀਆਂ। ਤਾਂ ਇਹਦਾ ਜਿਹੜਾ ਆਨਸਰ ਸੀ ਨਾ ਆਪਣੇ ਕੋਲੇ ਇੱਥੇ ਆਨਸਰ ਇਹਦਾ ਹੋਣਾ ਸੀ ਹੈਰੀਡਿਟੀ। ਹੁਣ ਕਈ ਬੱਚੇ ਇੱਥੇ ਜੀਨ ਵੀ ਸੋਚਣਗੇ, ਕਈ ਬੱਚੇ ਇੱਥੇ ਟ੍ਰੇਟਸ ਵੀ ਸੋਚਣਗੇ। ਦੇਖੋ ਜੀਨਸ ਤਾਂ ਇੱਕ ਮਾਧਿਅਮ ਆ ਕਿ ਉਹਦੇ ਜਿਹੜੀਆਂ ਪ੍ਰੋਪਰਟੀਜ਼ ਆ ਪੇਰੈਂਟ ਦੀਆਂ ਉਹ ਕਿਹਦੇ ਤੱਕ ਆਫਸਪਰਿੰਗ ਤੱਕ ਜਾਣੀਆਂ, ਮਤਲਬ ਬੱਚਿਆਂ ਤੱਕ ਜਾਣੀਆਂ। ਟ੍ਰੇਟ ਜਿਹੜੇ ਹੁੰਦੇ ਆ ਇਹ ਤਾਂ ਵਿਸ਼ੇਸ਼ਤਾਵਾਂ ਹੁੰਦੀਆਂ, ਇਹਦਾ ਲੱਛਣ ਹੁੰਦੇ ਆ, ਬਟ ਵੇਰੀਏਸ਼ਨ ਤਾਂ ਕੋਈ ਹੈ ਹੀ ਨਹੀਂ ਸੀ। ਮਤਲਬ ਇਹਦੇ ਵਿੱਚ ਤੁਹਾਡੇ ਕੋਲੇ ਕਨਫਿਊਜ਼ਨ ਹੋ ਸਕਦੀ ਸੀ। ਬਟ ਜਿਹੜਾ ਉਹਨੇ ਪ੍ਰੋਸੈਸ ਪੁੱਛਿਆ ਕਿਹੜਾ ਵਾ, ਉਹ ਪ੍ਰੋਸੈਸ ਕਿਹੜਾ ਹੁੰਦਾ ਆਪਣੇ ਕੋਲੇ ਹੈਰੀਡਿਟੀ ਹੁੰਦਾ ਵਾ। ਅੱਗੇ ਦੇਖੋ ਵਿਚ ਟਾਈਪ ਆਫ ਅ ਲੈਂਸ ਆਲਵੇਜ਼ ਫਾਰਮਡ ਅ ਵਰਚੁਅਲ ਇਮੇਜ। ਵਰਚੁਅਲ ਇਮੇਜ ਕੌਣ ਬਣਾਉਂਦਾ ਹੁੰਦਾ, ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੋਇਆ। ਮੈਂ ਕਿਹਾ ਸੀ ਕਿ ਜਿਹੜੀ ਵਰਚੁਅਲ ਇਮੇਜ ਹੁੰਦੀ ਆ ਉਹ ਆਪਣੇ ਕੋਲੇ 2 ਟਾਈਪ ਦੇ ਲੈਂਸਸ ਹੁੰਦੇ ਆ। ਇੱਕ ਤਾਂ ਆਪਣੇ ਕੋਲੇ ਹੁੰਦਾ ਕਨਕੇਵ ਲੈਂਸ, ਇੱਕ ਆਪਣੇ ਕੋਲੇ ਹੁੰਦਾ ਕਨਵੈਕਸ ਲੈਂਸ। ਹੁਣ ਜਿਹੜਾ ਕਨਵੈਕਸ ਲੈਂਸ ਹੁੰਦਾ ਮੈਂ ਤੁਹਾਨੂੰ ਇਹ ਦੱਸਿਆ ਹੋਇਆ ਸੀ, ਕਨਵੈਕਸ ਐਂਡ ਕਨਕੇਵ ਦੋਨਾਂ ਬਾਰੇ ਗਏ, ਧਿਆਨ ਨਾਲ ਪੜ੍ਹ ਕੇ ਜਾਇਓ। ਇਹਦੇ ਵਿੱਚ ਆਪਣੇ ਕੋਲੇ ਬੇਸਿਕਲੀ ਜੇ ਆਪਾਂ ਦੇਖੀਏ ਤਾਂ ਇੱਥੇ ਇਮੇਜ ਬਣਦੀ ਹੁੰਦੀ, ਇੱਧਰ ਬਣਦੀ ਹੁੰਦੀ ਨਾ ਇਮੇਜ ਆਪਣੇ ਕੋਲੇ। ਤਾਂ ਇੱਥੇ ਜੇ ਇਮੇਜ ਬਣੂਗੀ, ਇਹਨੇ ਆਲਵੇਜ਼ ਪੁੱਛਿਆ ਹੋਇਆ, ਯਾਦ ਨਾਲ ਦੀ ਨਾਲ ਯਾਦ ਰੱਖਿਓ ਇਹਨੇ ਕੀ ਪੁੱਛਿਆ ਹੋਇਆ ਵਾ, ਆਲਵੇਜ਼ ਕਿਹਾ ਹੋਇਆ ਵਾ। ਜੇ ਇੱਥੇ ਆਪਣੇ ਕੋਲੇ ਮਿਰਰ ਦਿੱਤਾ ਹੁੰਦਾ ਨਾ ਤਾਂ ਮਿਰਰ ਦਿੱਤਾ ਹੁੰਦਾ ਫਿਰ ਥੋੜੀ ਕਨਫਿਊਜ਼ਨ ਹੋ ਜਾਣੀ ਸੀ। ਬਟ ਦੇਖੋ ਧਿਆਨ ਦੇ ਨਾਲ, ਜੇ ਮੈਂ ਲੈਂਸ ਦੇਖਾਂ ਤਾਂ ਇੱਧਰ ਹਮੇਸ਼ਾ ਰੇਜ਼ ਮਿਲਦੀਆਂ ਹੁੰਦੀਆਂ, ਇਹਦੇ ਵਿੱਚ ਜਿਹੜੀਆਂ ਆਪਣੇ ਕੋਲੇ ਰੇਜ਼ ਹੁੰਦੀਆਂ ਉਹ ਬੇਸਿਕਲੀ ਜੇਕਰ ਆਪਾਂ ਦੇਖੀਏ ਤਾਂ ਉਹ ਇੱਧਰ ਵਾਪਸ ਚਲੀਆਂ ਜਾਂਦੀਆਂ ਹੁੰਦੀਆਂ। ਬਟ ਆਪਾਂ ਨੂੰ ਇਨਕਰੀਜ਼ ਕਰਦੇ ਹੁੰਦੇ ਤਾਂ ਫਿਰ ਉਹ ਆਪਣੇ ਕੋਲ ਇੱਥੇ ਇਮੇਜ ਬਣਾ ਲੈਂਦਾ ਹੁੰਦਾ। ਇੱਥੇ ਆਪਣੇ ਕੋਲ ਜਿਹੜੀ ਉਹਦੀ ਇਮੇਜ ਉਹ ਬਣ ਜਾਂਦੀ ਹੁੰਦੀ ਆ। ਹੁਣ ਇਹਨੇ ਵਰਚੁਅਲ ਇਮੇਜ ਕਿਹਾ ਵਾ, ਮਤਲਬ ਰੀਅਲ ਦੇ ਵਿੱਚ ਨਹੀਂ ਹੋ ਸਕਦੀ ਉਹ, ਇੱਥੇ ਤਾਂ ਰੀਅਲ ਬਣ ਰਹੀ ਨਾ, ਰੀਅਲ ਦੇ ਵਿੱਚ ਮਤਲਬ ਰੇਜ਼ ਮਿਲ ਰਹੀਆਂ ਵਾ। ਜਿੱਥੇ ਰੀਅਲ ਦੇ ਵਿੱਚ ਇਮੇਜਸ ਆਪਣੇ ਕੋਲੇ ਰੇਜ਼ ਉਹ ਨਹੀਂ ਮਿਲ ਰਹੀਆਂ ਤਾਂ ਉਹ ਆਪਣੇ ਕੋਲੇ ਕਨਕੇਵ ਆ। ਇਹਦਾ ਮਤਲਬ ਜਿਹੜੀ ਆਪਣੇ ਕੋਲੇ ਇੱਥੇ ਆਪਸ਼ਨ ਹੋਊਗੀ ਉਹ ਇਹ ਕਰੈਕਟ ਹੋਊਗੀ, ਕਨਕੇਵ ਲੈਂਸ ਆਪਣੇ ਕੋਲੇ ਇਹਦਾ ਸਹੀ ਆਨਸਰ ਹੋਊਗਾ। ਠੀਕ ਆ, ਤਾਂ ਅੱਗੇ ਆਪਾਂ ਦੇਖੀਏ ਗੋਇਟਰ ਇਜ਼ ਕਾਜ਼ ਡਿਊ ਟੂ ਦੀ ਡੈਫੀਸ਼ੀਐਂਸੀ ਆਫ। ਗੋਇਟਰ ਕਿਹਦੇ ਕਰਕੇ ਹੁੰਦਾ ਆਪਣੇ ਕੋਲ, ਆਇਓਡੀਨ ਦੇ ਕਰਕੇ ਹੁੰਦਾ। ਠੀਕ ਹੈ, ਇਹਦਾ ਪਤਾ ਹੀ ਸੀ ਬੱਚਿਆਂ ਨੂੰ। ਮੈਗਨੈਟਿਕ ਫੀਲਡ ਲਾਈਨਸ ਕੈਨ ਕੀ ਹੈ, ਮੈਗਨੈਟਿਕ ਫੀਲਡ ਲਾਈਨਸ ਦੇਖੋ ਇਹ ਵੀ ਮੈਂ ਤੁਹਾਨੂੰ ਮੈਰਾਥਨ ਸੈਸ਼ਨ ਦੇ ਵਿੱਚ ਕਰਾਇਆ ਹੋਇਆ ਸੀ। ਇੰਟਰਸੈਕਟ ਈਚ ਅਦਰ ਐਟ ਅ 45 ਡਿਗਰੀ, 45 ਡਿਗਰੀ ਤੇ ਇੰਟਰਸੈਕਟ ਕਰ ਸਕਦੀਆਂ, ਮਤਲਬ ਮਿਲ ਸਕਦੀਆਂ ਇੱਕ ਦੂਜੇ ਨੂੰ, ਜਾਂ ਇੱਕ ਦੂਜੇ ਨੂੰ 90 ਦੇ ਐਂਗਲ ਤੇ ਮਿਲ ਸਕਦੀਆਂ ਵਾ, 30 ਦੇ ਐਂਗਲ ਤੇ ਮਿਲ ਸਕਦੀਆਂ ਵਾ, ਇੰਟਰਸੈਕਟ ਕਰ ਸਕਦੀਆਂ, ਜਾਂ ਕੈਨ ਨਾਟ ਇੰਟਰਸੈਕਟ ਈਚ ਅਦਰ। ਤਾਂ ਆਪਾਂ ਨੂੰ ਪਤਾ ਕਿ ਸੀ ਕਰੈਕਟ ਆਨਸਰ ਸੀ, ਕਦੇ ਵੀ ਇੱਕ ਦੂਜੇ ਨੂੰ ਨਹੀਂ ਮਿਲਦੀਆਂ ਹੁੰਦੀਆਂ। ਇਹ ਮੈਂ ਤੁਹਾਨੂੰ ਮੈਰਾਥਨ ਸੈਸ਼ਨ ਦੇ ਵਿੱਚ ਦੱਸਿਆ ਹੋਇਆ ਸੀ। ਠੀਕ ਆ, ਚਲੋ ਅੱਗੇ ਦੇਖਦੇ ਹਾਂ। ਤਾਂ ਆਪਣੇ ਕੋਲੇ ਕੀ ਆ, ਸਲਫਰ ਆਪਣੇ ਕੋਲੇ ਆਇਰਨ ਸਲਫੇਟ ਆ। ਆਇਰਨ ਸਲਫੇਟ ਨੂੰ ਜਦੋਂ ਆਪਾਂ ਗਰਮ ਕਰਦੇ ਹੁੰਦੇ ਆ ਤਾਂ ਆਪਣੇ ਕੋਲੇ ਫੈਰਿਕ ਆਕਸਾਈਡ ਦੇ ਵਿੱਚ ਪਲੱਸ ਆਪਣੇ ਕੋਲੇ ਸਲਫਰ ਡਾਈਆਕਸਾਈਡ ਐਂਡ ਸਲਫਰ ਟ੍ਰਾਈਆਕਸਾਈਡ ਦੇ ਵਿੱਚ ਕਨਵਰਟ ਹੋ ਜਾਂਦਾ ਹੁੰਦਾ। ਤੇ ਕਹਿੰਦੇ ਕਿਹੜੀ ਰਿਐਕਸ਼ਨ ਆ, ਤੇ ਮੈਂ ਤੁਹਾਨੂੰ ਜਿਹੜਾ ਮੈਰਾਥਨ ਸੈਸ਼ਨ ਦੀ ਉਹਦੇ ਵਿੱਚ ਪਹਿਲਾ ਜਿਹੜਾ MCQ ਸੀ ਉਹਦੇ ਵਿੱਚ ਇਹੀ ਦੱਸਿਆ ਸੀ ਕਿ ਜਦੋਂ ਕੋਈ ਇੱਕ ਚੀਜ਼ ਟੁੱਟ ਕੇ 2 ਜਾਂ 3 ਚੀਜ਼ਾਂ ਬਣਾਉਗੀ ਤਾਂ ਉਹ ਆਪਣੇ ਕੋਲ ਕਿਹੜੀ ਰਿਐਕਸ਼ਨ ਹੁੰਦੀ ਆ, ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀ ਆ। ਤਾਂ ਇੱਥੋਂ ਆਪਣੇ ਕੋਲ ਜਿਹੜਾ ਆਨਸਰ ਆ ਜਾਣਾ ਸੀ ਉਹ ਡੀਕੰਪੋਜੀਸ਼ਨ ਆ ਜਾਣਾ ਸੀ। ਅੱਗੇ ਦੇਖੀਏ ਤਾਂ ਟਾਈਨੀ ਪੋਰਸ ਔਨ ਦੀ ਸਰਫੇਸ ਆਫ ਦੀ ਲੀਫ, ਜਿਹੜੇ ਪੱਤੇ ਹੁੰਦੇ ਆ ਉਹਤੇ ਨਿੱਕੀਆਂ ਨਿੱਕੀਆਂ ਮੋਰੀਆਂ ਜਿਹੜੀਆਂ ਹੁੰਦੀਆਂ ਉਹ ਆਪਣੇ ਕੋਲੇ ਕੀ ਹੁੰਦਾ, ਸਟੋਮੇਟਾ ਹੁੰਦਾ। ਮੈਂ ਤੁਹਾਨੂੰ ਦੱਸਿਆ ਸੀ ਇਹਦੇ ਬਾਰੇ ਵੀ ਜਦੋਂ ਮੈਂ ਫੋਟੋਸਿੰਥੇਸਿਸ ਮੈਰਾਥਨ ਸੈਸ਼ਨ ਦੇ ਵਿੱਚ ਕਰਾਇਆ ਸੀ, ਜਿੱਥੇ ਮੈਂ ਤੁਹਾਨੂੰ ਟਰਾਂਸਪੀਰੇਸ਼ਨ ਟਰਾਂਸਲੋਕੇਸ਼ਨ ਦੇ ਬਾਰੇ ਦੱਸਿਆ ਸੀ। ਤਾਂ ਆਪਣੇ ਕੋਲ ਇਹਦਾ ਆਨਸਰ ਸਟੋਮੇਟਾ ਆਉਣਾ ਸੀ। ਦੀ ਪ੍ਰੋਸੈਸ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਇਹ ਵੀ ਮੈਂ ਤੁਹਾਨੂੰ ਦੱਸਿਆ ਸੀ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਡਿਟੋ ਆਇਆ ਹੋਇਆ ਵਾ ਜਿਹੜਾ ਮੈਂ ਮੈਰਾਥਨ ਸੈਸ਼ਨ ਵਿੱਚ ਕਰਾਇਆ ਸੀ। ਦੀ ਪ੍ਰੋਸੈਸ ਆਫ ਚਾਰਜਿੰਗ ਆ ਬੋਡੀ, ਇਹ ਵੀ ਕੈਂਸਲ ਹੋ ਜਾਣਾ। ਦੀ ਪ੍ਰੋਸੈਸ ਆਫ ਜਰਨੇਟਿੰਗ ਅ ਮੈਗਨੈਟਿਕ ਫੀਲਡ ਡਿਊ ਟੂ ਅ ਕਰੰਟ ਕੈਰਿੰਗ ਥਰੂ ਅ ਲੂਪ ਐਂਡ ਪ੍ਰੋਡਿਊਸਿੰਗ ਅ ਇੰਡਿਊਸਡ ਕਰੰਟ ਔਨ ਅ ਕੋਇਲ ਡਿਊ ਟੂ ਰਿਲੇਟਿਵ ਮੋਸ਼ਨ ਆਫ ਮੈਗਨੈਟਿਕ ਫੀਲਡ ਐਂਡ ਦੀ ਕੋਇਲ। ਤਾਂ ਆਪਣੇ ਕੋਲੇ ਕੀ ਆਣਾ ਸੀ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਵਿੱਚ ਸੀ ਇਹਦਾ ਕਰੈਕਟ ਆਨਸਰ ਆ ਜਾਣਾ ਸੀ। ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਸੀ ਮੈਰਾਥਨ ਸੈਸ਼ਨ ਦੇ ਵਿੱਚ। ਜਦੋਂ ਆਪਾਂ ਮੈਗਨੈਟਿਕ ਫੀਲਡ ਜਰਨੇਟ ਕਰਦੇ ਹੁੰਦੇ ਹਾਂ, ਕਰੰਟ ਪਾਸ ਕਰਦੇ, ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਇਲੈਕਟ੍ਰੋਮੈਗਨੈਟਿਕ ਇਫੈਕਟ ਹੁੰਦਾ ਵਾ, ਇਹ ਵੱਖਰੀ ਚੀਜ਼ ਆ, ਇੱਕ ਡਿਫਰੈਂਟ ਚੀਜ਼ ਆ। ਇਹ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਵਾ। ਠੀਕ ਆ, ਤਾਂ ਦੇਖੋ ਅੱਗੇ ਥੋੜਾ ਜਿਹੜੇ ਬੱਚੇ ਨੇ ਭੇਜਿਆ ਹੋਇਆ ਬਲਰ ਆ, ਤਾਂ ਮੈਂ ਦੇਖੂੰਗਾ, ਚਲੋ ਬਾਅਦ ਵਿੱਚ ਇਹਦੀ ਵੀਡੀਓ ਪਾ ਦੂੰਗਾ, ਅਲੱਗ ਅਪਲੋਡ ਕਰ ਦੂੰਗਾ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਚੱਲ ਰਿਹਾ ਕੀ ਲਿਖਿਆ ਹੋਇਆ। ਤਾਂ ਆਪਾਂ ਲਾਸਟ ਇੱਕ ਵਾਰੀ ਦੇਖ ਲੈਂਦੇ ਹਾਂ, ਲਾਸਟ MCQ ਕਿਹੜਾ ਕੀਤਾ, ਕਿੰਨੇ ਨੰਬਰ ਵਾਲਾ, ਤੇ ਫਿਰ ਕਿਹੜੇ ਕਿਹੜੇ ਰਹਿ ਗਏ। ਓਕੇ, ਆਪਾਂ 86 ਕੀਤਾ ਹੋਇਆ। ਠੀਕ ਹੈ, 86 ਤੋਂ ਬਾਅਦ 85th ਕੀਤਾ ਹੋਇਆ, 86 ਹੋਣਾ ਚਾਹੀਦਾ। ਚਲੋ 86 ਹੀ ਆ, ਉਹ ਇਮੇਜ ਖਰਾਬ ਆ ਤਾਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ। ਸਿਲਵਰ ਕਲੋਰਾਈਡ ਜਿਹੜਾ ਹੁੰਦਾ ਵਾ ਉਹ ਆਪਣੇ ਕੋਲੇ ਕਲਰ ਦੀ ਸਿਲਵਰ ਕਲੋਰਾਈਡ ਟਰਨ ਇਨ ਵਿਚ ਕਲਰ ਇਨ ਦੀ ਪ੍ਰੈਜ਼ੈਂਸ ਆਫ ਸਨਲਾਈਟ। ਤਾਂ ਕਹਿੰਦੇ ਜਿਹੜਾ ਸੂਰਜੀ ਪ੍ਰਕਾਸ਼ ਵਿੱਚ ਜਿਹੜਾ ਸਿਲਵਰ ਕਲੋਰਾਈਡ ਉਹ ਕਿਹੜੇ ਕਲਰ ਵਿੱਚ ਬਦਲ ਜਾਂਦਾ ਹੁੰਦਾ। ਤਾਂ ਆਪਾਂ ਨੂੰ ਪਤਾ ਗ੍ਰੇ ਕਲਰ ਦੇ ਵਿੱਚ ਪਹਿਲਾਂ ਉਹ ਵਾਈਟ ਹੁੰਦਾ। ਠੀਕ ਆ, ਪਹਿਲਾਂ ਉਹ ਵਾਈਟ ਹੁੰਦਾ ਆਪਣੇ ਕੋਲੇ AgCl2 ਪਹਿਲਾਂ ਵਾਈਟ ਕਲਰ ਦਾ ਹੁੰਦਾ, ਬਾਅਦ ਵਿੱਚ ਉਹ ਕੱਚ ਕਨਵਰਟ ਹੋ ਜਾਂਦਾ ਹੁੰਦਾ ਆਪਣੇ ਕੋਲੇ ਗ੍ਰੇ ਕਲਰ ਦੇ ਵਿੱਚ ਕਨਵਰਟ ਹੋ ਜਾਂਦਾ ਹੁੰਦਾ। ਠੀਕ ਆ, ਯਾਦ ਰੱਖਿਓ। ਉਸ ਤੋਂ ਬਾਅਦ ਅੱਗੇ ਆਪਾਂ ਦੇਖੀਏ ਦੀ ਲੌਂਗੈਸਟ ਫਾਈਬਰ ਇਨ ਦੀ ਸੈੱਲ ਬੋਡੀ ਆਫ ਦੀ ਨਿਊਰੋਨ।
ਨਿਊਰੋਨ ਦੇ ਵਿੱਚ ਸਭ ਤੋਂ ਜਿਹੜੀ ਲੌਂਗੈਸਟ ਫਾਈਬਰ ਕਿਹੜੀ ਹੁੰਦੀ ਹੈ? ਤਾਂ ਦੇਖੋ ਆਪਣੇ ਕੋਲੇ ਕੀ ਹੋਊਗੀ, ਡੈਂਡਰਾਈਟਸ ਬਾਰੇ ਆਪਾਂ ਪੜ੍ਹਿਆ ਹੋਇਆ ਵਾ, ਡੈਂਡਰਾਈਟ ਜਿਹੜੀਆਂ ਬਾਹਰ ਆਪਣੇ ਕੋਲ ਨਿਕਲਦੀਆਂ ਹੁੰਦੀਆਂ, ਠੀਕ ਹੈ, ਡੈਂਡਰਾਈਟਸ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਤਾਂ ਸਭ ਤੋਂ ਜਿਹੜੀ ਲੰਬੀ ਹੁੰਦੀ ਆਪਾਂ ਪੜ੍ਹਿਆ ਵੀ ਹੋਇਆ ਐਗਜ਼ਨ ਹੀ ਹੁੰਦੀ ਹੈ ਨਾ, ਠੀਕ ਹੈ, ਐਗਜ਼ਨ ਸਭ ਤੋਂ ਲੰਬੀ ਹੁੰਦੀ ਹੈ ਆਪਣੇ ਕੋਲੇ, ਤੇ ਇਹਦਾ ਆਪਣੇ ਕੋਲ ਐਗਜ਼ਨ ਆਂਸਰ ਆ ਜਾਣਾ ਸੀ, ਕਰੈਕਟ ਆਂਸਰ ਆਪਣੇ ਕੋਲ ਕੀ ਸੀ, ਐਗਜ਼ਨ, ਠੀਕ ਆ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਅ ਟਰੂ ਅਬਾਊਟ ਅ ਇਲੈਕਟ੍ਰਿਕ ਮੋਟਰ? ਇਲੈਕਟ੍ਰਿਕ ਮੋਟਰ ਦੇ ਵਿੱਚ ਕਿਹੜੀ ਟਰੂ ਆ? ਹੁਣ ਦੇਖੋ ਇਲੈਕਟ੍ਰਿਕ ਮੋਟਰ ਕੀ ਹੁੰਦੀ ਆਪਾਂ ਨੂੰ ਪਤਾ ਹੀ ਹੈ, ਇਹਦੇ ਬਾਰੇ ਮੈਂ ਦੱਸਿਆ ਹੋਇਆ ਸੀ ਮੈਰਾਥਨ ਸੈਸ਼ਨ ਦੇ ਵਿੱਚ ਕਿ ਜਦੋਂ ਆਪਾਂ ਬਿਜਲੀ ਦੇਵਾਂਗੇ ਮੋਟਰ ਨੂੰ ਤਾਂ ਬਿਜਲੀ ਘੁੰਮਣ ਲੱਗ ਆਪਣੇ ਕੋਲੇ ਮੋਟਰ ਘੁੰਮਣ ਲੱਗ ਜੂਗੀ। ਜੇ ਮੋਟਰ ਘੁੰਮਣ ਲੱਗ ਜੂਗੀ ਇਹਦਾ ਮਤਲਬ ਇਲੈਕਟ੍ਰੀਕਲ ਜਿਹੜੀ એનર્ਜੀ ਆ ਉਹਨੂੰ ਕਿਹਦੇ ਵਿੱਚ ਕਨਵਰਟ ਕਰਦਾ, ਮਕੈਨੀਕਲ એનર્ਜੀ ਦੇ ਵਿੱਚ। ਤਾਂ ਇਹਦਾ ਮਤਲਬ ਆਪਣੇ ਕੋਲੇ ਕੀ ਹੋਊਗਾ, ਸੀ ਕਰੈਕਟ ਆਂਸਰ ਹੋਊਗਾ। ਜਨਰੇਟਰ ਇਹਦਾ ਪੁੱਠਾ ਕਰਦਾ ਹੁੰਦਾ ਵਾ। ਉਸ ਤੋਂ ਬਾਅਦ ਦੇਖੋ ਜਿਹਨੂੰ ਬੱਚਿਆਂ ਨੂੰ ਕਾਫੀ ਜ਼ਿਆਦਾ ਡਾਊਟਸ ਇਹਦੇ ਵਿੱਚ ਕਿ ਜਿਹੜਾ ਪੀਐਚ ਆਫ ਅ ਬਲੱਡ ਉਹਦਾ ਕੀ ਆਂਸਰ ਹੋਊਗਾ। ਤਾਂ ਬੇਸਿਕਲੀ ਇਹਦਾ ਜਿਹੜਾ ਆਂਸਰ ਹੁੰਦਾ ਉਹ 7.3 ਤੋਂ ਲੈ ਕੇ 7.4 ਤੱਕ ਹੁੰਦਾ, 7.4 ਤੱਕ ਹੁੰਦਾ। ਬਟ ਉਹ ਬੇਸਿਕ ਇਨ ਨੇਚਰ ਹੁੰਦਾ ਤਾਂ ਇੱਥੇ 7.4 ਨਹੀਂ ਦਿੱਤਾ ਹੋਇਆ, ਤਾਂ 7.3 ਆਪਣੇ ਕੋਲੇ ਸਹੀ ਆਂਸਰ ਹੋਊਗਾ, ਠੀਕ ਆ। ਇਹ ਯਾਦ ਰੱਖਿਓ। ਦੇਖੋ ਕਾਫੀ ਜ਼ਿਆਦਾ ਬੱਚਿਆਂ ਨੂੰ ਇਹ ਚੀਜ਼ ਦੇ ਵਿੱਚ ਡਾਊਟ ਆ ਕਿ ਜਿਹੜਾ ਬਲੱਡ ਹੁੰਦਾ, ਹਿਊਮਨ ਬਲੱਡ ਹੁੰਦਾ, ਉਹਦਾ ਜਿਹੜਾ ਪੀਐਚ ਹੁੰਦਾ ਉਹਦੀ ਵੈਲਿਊ ਕੀ ਹੋਊਗੀ। ਤਾਂ ਹਿਊਮਨ ਬਲੱਡ ਦੀ ਜਿਹੜੀ ਪੀਐਚ ਆ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਸੀ ਕਿ ਹਿਊਮਨ ਬਲੱਡ ਦੀ ਜਿਹੜੀ ਪੀਐਚ ਵੈਲਿਊ ਹੁੰਦੀ ਉਹ ਇੱਕ ਬੇਸ ਹੁੰਦਾ। ਤਾਂ ਜੇ ਬੇਸ ਹੋਊਗਾ ਇਟ ਮੀਨਸ ਕਿ ਆਪਣੇ ਕੋਲੇ ਪਹਿਲੇ ਦੋਨੇ ਜਿਹੜੇ ਆਪਸ਼ਨ ਹੁੰਦੇ ਆ, ਜਿਵੇਂ ਮੰਨ ਲਓ ਆਪਣੇ ਕੋਲੇ A ਐਂਡ B ਹੈ ਤਾਂ ਦੋਨੇ ਕੱਟੇ ਗਏ। ਹੁਣ ਲਾਸਟ ਵਾਲੇ ਦੋਨਾਂ ਦੇ ਵਿੱਚੋਂ ਹੀ ਆਪਣੇ ਕੋਲ ਇੱਕ ਆਪਸ਼ਨ ਰਹਿ ਗਿਆ ਸੀ ਜਿਹਦਾ ਆਪਾਂ ਆਨਸਰ ਦੇ ਸਕਦੇ ਸੀ, ਹੈ ਨਾ। ਤੇ ਇਹਦੇ ਵਿੱਚੋਂ ਜੇ ਆਪਾਂ ਨੂੰ ਥੋੜਾ ਬਹੁਤ ਵੀ ਦੇਖੋ, ਜੇ ਤਾਂ ਤੁਹਾਨੂੰ ਇੰਨਾ ਪਤਾ ਹੁੰਦਾ ਕਿ A ਤੇ B ਇਨਕਰੈਕਟ ਆ ਤਾਂ ਦੋਨਾਂ ਵਿੱਚੋਂ ਆਪਸ਼ਨ ਸਿਲੈਕਟ ਕਰਨਾ ਥੋੜਾ ਸੌਖਾ ਹੋ ਜਾਂਦਾ ਵਾ। ਬਟ ਜੇ ਤੁਹਾਨੂੰ ਇਹ ਵੀ ਨਹੀਂ ਪਤਾ ਹੀ ਫਿਰ ਥੋੜਾ ਮਤਲਬ ਜਦੋਂ ਚਾਰ ਆਪਸ਼ਨ ਦੇ ਦਿੱਤੇ ਹੋਣ ਤਾਂ ਚਾਰ ਆਪਸ਼ਨ ਦੇ ਵਿੱਚੋਂ ਆਪਾਂ ਨੂੰ ਆਨਸਰ ਸਿਲੈਕਟ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਹੁੰਦਾ, ਠੀਕ ਆ। ਤਾਂ ਇੱਥੇ ਆਪਣੇ ਕੋਲ ਜਿਹੜਾ ਆਪਸ਼ਨ ਹੋਣਾ ਸੀ ਆਪਣੇ ਕੋਲੇ 7.3 ਆਉਣਾ ਸੀ। ਤਾਂ ਇਹ ਪੀਐਚ ਵੈਲਿਊ ਆਪਣੇ ਕੋਲੇ ਕਿੰਨੀ ਹੋ ਗਈ, 7.3 ਹੋ ਗਈ, ਕਰੈਕਟ ਆਨਸਰ ਹੋ ਗਿਆ। ਅੱਗੇ ਦੇਖੋ, ਦੀ ਨੰਬਰ ਆਫ ਪੇਅਰ ਆਫ ਦੀ ਸੈਕਸ ਕ੍ਰੋਮੋਸੋਮਸ ਆਫ ਆ ਜਾਈਗੋਟਸ ਆਫ ਆ ਹਿਊਮਨ ਬੋਡੀਜ਼। ਹੁਣ ਧਿਆਨ ਦੇ ਨਾਲ ਦੇਖੋ, ਨੰਬਰ ਆਫ ਉਹਨਾਂ ਨੇ ਪੇਅਰਸ ਪੁੱਛਿਆ ਹੋਇਆ ਵਾ, ਠੀਕ ਆ। ਇੱਥੇ ਵੀ ਬੱਚਿਆਂ ਨੇ ਕਾਫੀ ਜ਼ਿਆਦਾ ਗਲਤੀ ਕੀਤੀ ਆ, ਕਈ ਬੱਚਿਆਂ ਨੇ ਸ਼ਾਇਦ ਪੜ੍ਹਿਆ ਨਹੀਂ ਧਿਆਨ ਦੇ ਨਾਲ, ਤਾਂ ਇੱਥੇ ਨੰਬਰ ਆਫ ਪੇਅਰਸ ਉਹ ਪੁੱਛਿਆ ਹੋਇਆ ਵਾ, ਠੀਕ ਆ। ਤਾਂ ਦੇਖੋ ਇੱਥੇ ਧਿਆਨ ਦੇ ਨਾਲ ਆਪਣੇ ਕੋਲ ਜਿਹੜੇ ਪੇਅਰਸ ਹੁੰਦੇ ਆ, ਦੇਖੋ ਜਿਵੇਂ ਆਪਾਂ ਹਿਊਮਨ ਬੀਇੰਗ ਦੇਖਦੇ ਆ, ਮੇਲ ਦੇ ਬਾਰੇ ਦੇਖਾਂਗੇ ਤਾਂ ਮੇਲ ਦੇ ਵਿੱਚ ਆਪਾਂ ਨੂੰ ਪਤਾ ਐਕਸ ਐਂਡ ਵਾਈ ਹੁੰਦਾ, ਐਂਡ ਆਪਣੇ ਕੋਲੇ ਫੀਮੇਲ ਦੇ ਅੰਦਰ ਆਪਣੇ ਕੋਲੇ XX ਹੁੰਦਾ, ਠੀਕ ਆ। ਸਿਮਿਲਰਲੀ ਇੱਥੋਂ ਕਈ ਵਾਰ ਬੱਚਿਆਂ ਨੇ ਕੀ ਕੀਤਾ, ਇਹਨਾਂ ਨੂੰ ਕਾਊਂਟ ਕਰਕੇ ਕਈਆਂ ਨੇ 4 ਆਨਸਰ ਲਾਉਂਦਾ, ਕਈਆਂ ਨੇ ਇਹਨਾਂ ਦੋਨਾਂ ਨੂੰ ਕਾਊਂਟ ਕਰਕੇ 2 ਆਨਸਰ ਲਾਉਂਦਾ। ਦੇਖੋ ਧਿਆਨ ਦੇ ਨਾਲ ਉਹਨੇ ਇਹ ਪੁੱਛਿਆ ਹੋਇਆ ਦੀ ਨੰਬਰ ਆਫ ਪੇਅਰਸ ਆਫ ਸੈਕਸ ਹਾਰਮੋਨਸ ਇਨ ਜਾਇਓਟਸ ਆਫ ਦੀ ਹਿਊਮਨ ਬੀਇੰਗ। ਤਾਂ ਉਹਦੇ ਅੰਦਰ ਦੇਖੋ ਇੱਕ ਤਾਂ ਮੇਲ ਵਾਲੀ ਸਾਈਡ ਤੋਂ ਇੱਕ ਆਊਗਾ, ਠੀਕ ਆ, X ਆ ਸਕਦਾ, Y ਆ ਸਕਦਾ, ਮੰਨ ਲੈਂਦੇ ਆਪਾਂ X ਆ ਗਿਆ। ਸਿਮਿਲਰਲੀ ਫੀਮੇਲ ਵਾਲੀ ਸਾਈਡ ਤੋਂ ਵੀ ਇੱਕ ਆਊਗਾ, X ਆ ਗਿਆ। ਤਾਂ ਇਹਦੇ ਅੰਦਰ ਟੋਟਲ ਕਿੰਨੇ ਨੰਬਰ ਆਫ ਪੇਅਰ ਆ, ਤਾਂ ਇਹ ਇੱਕ ਪੇਅਰ ਹੀ ਬਣੂਗਾ। ਪੇਅਰ ਪੁੱਛਿਆ ਵਾ, ਇੱਥੋਂ ਵੀ 2 ਨਾ ਕਾਊਂਟ ਕਰ ਲਓ, 1 ਐਂਡ 2, ਤੇ 1 ਸੀ ਆਪਣੇ ਕੋਲੇ, ਇਹਦਾ ਆਨਸਰ C ਆਉਣਾ ਸੀ ਆਪਣੇ ਕੋਲੇ, ਠੀਕ ਆ। ਕਈ ਬੱਚਿਆਂ ਨੇ ਇਹਦਾ A ਆਨਸਰ ਲਾਉਂਦਾ, ਕਿਸੇ ਨੇ D ਲਾਉਂਦਾ, ਬਟ ਇਹਦਾ C ਆਪਣੇ ਕੋਲੇ ਕੀ ਸੀ, ਕਰੈਕਟ ਆਨਸਰ ਸੀਗਾ। ਉਸ ਤੋਂ ਬਾਅਦ ਦੇਖੋ ਇਹ ਚੀਜ਼ ਮੈਂ ਵੀ ਤੁਹਾਨੂੰ ਦੱਸੀ ਹੋਈ ਸੀ ਪਹਿਲਾਂ, ਵਿਚ ਆਫ ਦੀ ਫੋਲੋਇੰਗ ਡਜ਼ ਨਾਟ ਰਿਪਰੈਜ਼ੈਂਟ ਦੀ ਇਲੈਕਟ੍ਰਿਕ ਪਾਵਰ। ਤਾਂ ਇਲੈਕਟ੍ਰਿਕ ਪਾਵਰ ਮੈਂ ਤੁਹਾਨੂੰ ਕਿਹਾ ਸੀ P = VI ਹੁੰਦਾ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ V = IR ਹੁੰਦਾ। V = IR ਦੇ ਵਿੱਚੋਂ ਆਪਾਂ V ਦੀ ਵੈਲਿਊ IR ਪੁੱਟ ਕੀਤਾ ਸੀ ਤਾਂ ਆਪਣੇ ਕੋਲ ਬਣ ਗਿਆ ਸੀ I²R, ਠੀਕ ਆ। ਉਸ ਤੋਂ ਬਾਅਦ ਜਦੋਂ ਆਪਾਂ I ਦੀ ਵੈਲਿਊ ਪੁੱਟ ਕੀਤਾ ਬਣ ਗਿਆ ਸੀ V²R। ਤਾਂ ਆਪਣੇ ਕੋਲੇ 3 ਇਹਦੇ ਆਪਸ਼ਨ ਆ ਗਏ ਸੀ, ਉਹਦੇ ਵਿੱਚੋਂ ਜਿਹੜਾ ਇਨਕਰੈਕਟ ਸੀ ਉਹ ਆਪਾਂ ਕੱਟਤਾ ਸੀ। ਤਾਂ I² ਆਪਣੇ ਕੋਲੇ ਸਹੀ ਸੀ, ਉਹਨੇ ਕਿਹਾ ਨੋ, ਇਹਦਾ ਮਤਲਬ ਇਹਦਾ ਸਹੀ ਆ, ਇਹ ਵੀ ਆਪਣੇ ਕੋਲ ਸਹੀ ਆ, ਇਹ ਵੀ ਆਪਣੇ ਕੋਲ ਸਹੀ ਆ। ਤਾਂ ਆਪਣੇ ਕੋਲ ਕਰੈਕਟ ਆਨਸਰ ਕੀ ਆਉਣਾ ਸੀ, B ਆਉਣਾ ਸੀ, ਜਿਹੜਾ ਨਹੀਂ ਗਾ, ਠੀਕ ਆ। ਜਿਹੜਾ ਨਹੀਂ ਗਾ ਉਹ ਆਪਣੇ ਕੋਲੇ ਸਹੀ ਆਨਸਰ ਸੀ, ਤਾਂ B ਆਪਣੇ ਕੋਲੇ ਕੀ ਸੀਗਾ, ਕਰੈਕਟ ਆਨਸਰ ਸੀਗਾ। ਚਲੋ ਅੱਗੇ ਦੇਖਦੇ ਹਾਂ। ਵਿਚ ਐਸਿਡ ਇਜ਼ ਪ੍ਰੈਜ਼ੈਂਟ ਇਨ ਟੋਮੈਟੋ। ਟੋਮੈਟੋ ਦੇ ਵਿੱਚ ਕਿਹੜਾ ਐਸਿਡ ਹੁੰਦਾ ਇਹਦੇ ਬਾਰੇ ਦੱਸਣਾ ਆਪਾਂ, ਠੀਕ ਆ। ਹੁਣ ਟੋਮੈਟੋ ਨੂੰ ਜੇਕਰ ਆਪਾਂ ਧਿਆਨ ਨਾਲ ਦੇਖੀਏ, ਆਪਾਂ ਇਹਨੂੰ ਨਾ ਇਹ ਮਤਲਬ ਜੇ ਨਾ ਵੀ ਪਤਾ ਹੁੰਦਾ ਨਾ, ਆਪਾਂ ਇਹਨੂੰ ਥੋੜ੍ਹਾ ਧਿਆਨ ਦੇ ਨਾਲ ਦੇਖਦੇ ਤਾਂ ਆਪਾਂ ਉਹ ਕਰ ਸਕਦੇ ਸੀ, ਇਹਨੂੰ ਐਲੀਮੀਨੇਟ ਕਰ ਸਕਦੇ ਸੀ, ਠੀਕ ਆ। ਐਲੀਮੀਨੇਟ ਨਾਲ ਵੀ ਆਪਾਂ ਥੋੜ੍ਹਾ ਕਰ ਸਕਦੇ ਸੀ। ਹੁਣ ਲੈਕਟਿਕ ਐਸਿਡ ਦਾ ਆਪਾਂ ਨੂੰ ਪਤਾ ਦਹੀਂ ਦੇ ਵਿੱਚ ਹੁੰਦਾ, ਹੈ ਨਾ। ਲੈਕਟਿਕ ਐਸਿਡ ਦਾ ਆਪਾਂ ਨੂੰ ਪਤਾ ਕਿ ਦਹੀਂ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਤਾਂ ਇਹਦਾ ਉੱਥੋਂ ਕੱਟਿਆ ਗਿਆ, ਹੈ ਨਾ। ਉਸ ਤੋਂ ਬਾਅਦ ਜਿਹੜੇ ਬਾਕੀ ਜਿਵੇਂ ਮੰਨ ਲਓ ਆਪਣੇ ਕੋਲ ਇਥਾਨੋਇਕ ਐਸਿਡ ਹੁੰਦਾ, ਇਥਾਨੋਇਕ ਐਸਿਡ ਵੀ ਨਹੀਂ ਆਊਗਾ, ਠੀਕ ਆ। ਇਥਾਨੋਇਕ ਐਸਿਡ ਵੀ ਇੱਥੋਂ ਕੱਟਿਆ ਜਾਊਗਾ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਸਿਟਰਿਕ ਐਸਿਡ ਹੁੰਦਾ ਹੈ, ਟਾਰਟੈਰਿਕ ਐਸਿਡ ਹੁੰਦਾ, ਇਹਨਾਂ ਦੋਨਾਂ ਦੇ ਵਿੱਚੋਂ ਹੁਣ ਆਪਣੇ ਕੋਲ ਆਪਸ਼ਨ ਰਹਿ ਗਿਆ ਜਿਹਦੇ ਵਿੱਚੋਂ ਆਪਾਂ ਫਾਈਂਡ ਆਊਟ ਕਰਨਾ ਸੀ ਕਿ ਟੋਮੈਟੋ ਦੇ ਵਿੱਚ ਕਿਹੜਾ ਐਸਿਡ ਪ੍ਰੈਜ਼ੈਂਟ ਹੁੰਦਾ। ਜਿਹੜਾ ਟਾਰਟੈਰਿਕ ਐਸਿਡ ਆ ਇਹ ਆਪਣੇ ਕੋਲੇ ਕਿਹਦੇ ਅੰਦਰ ਪ੍ਰੈਜ਼ੈਂਟ ਹੁੰਦਾ, ਜੇ ਆਪਾਂ ਨੂੰ ਸਿਰਫ ਇਹ ਵੀ ਪਤਾ ਹੁੰਦਾ ਨਾ ਤਾਂ ਵੀ ਆਪਾਂ ਆਨਸਰ ਲਿਖ ਸਕਦੇ ਸੀ। ਤਾਂ ਜਿਹੜਾ ਆਪਣੇ ਕੋਲੇ ਟਾਰਟੈਰਿਕ ਐਸਿਡ ਹੁੰਦਾ ਨਾ, ਇਹ ਆਪਣੇ ਕੋਲੇ ਟੈਮਾਰਿਨ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਤਾਂ ਹੁਣ ਆਪਣੇ ਕੋਲ ਇੱਕ ਹੀ ਰਹਿ ਗਿਆ, ਸਿਟਰਿਕ ਐਸਿਡ। ਹੁਣ ਜ਼ਿਆਦਾਤਰ ਬੱਚਿਆਂ ਨੂੰ ਇੱਥੇ ਪ੍ਰੋਬਲਮ ਇਹ ਸੀ ਕਿ ਜਿਹੜਾ ਸਿਟਰਿਕ ਐਸਿਡ ਹੁੰਦਾ ਇਹ ਤਾਂ ਆਪਣੇ ਕੋਲੇ ਜੇ ਆਪਾਂ ਬੁੱਕ ਦੇ ਵਿੱਚ ਪੜ੍ਹਿਆ ਔਰੇਂਜਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਹੈ ਨਾ, ਤਾਂ ਲੈਮਨ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਬਟ ਜਿਹੜਾ ਆਪਣੇ ਕੋਲੇ ਟੋਮੈਟੋ ਹੁੰਦਾ ਉਹਦੇ ਅੰਦਰ ਤਾਂ ਜੇ ਆਪਾਂ ਪੜ੍ਹਿਆ ਹੁੰਦਾ ਕਿ ਉਹਦੇ ਅੰਦਰ ਤਾਂ ਆਪਣੇ ਕੋਲੇ ਐਗਜ਼ੈਲਿਕ ਐਸਿਡ ਹੁੰਦਾ ਵਾ,
है ना, पढ़िया होया ना ऑक्सैलिक एसिड हुंदा। हाँ, ਉਹਦਾ आंसर ਜਿਹੜਾ ਆਪਣੇ ਕੋਲੇ ਸਹੀ आंसर ਉਹਦਾ ऑक्सैलिक एसिड ही ਆਉਣਾ ਸੀ ਜੇ ਆਪਸ਼ਨ ਦੇ ਵਿੱਚ ਹੁੰਦਾ ਤਾਂ। ਜੇ ਆਪਸ਼ਨ ਦੇ ਵਿੱਚ ਨਹੀਂ ਦਿੱਤਾ ਹੋਇਆ ਤਾਂ ਟੋਮੈਟੋ ਦੇ ਅੰਦਰ ਆਪਣੇ ਕੋਲੇ ਸਿਟਰਿਕ ਐਸਿਡ ਵੀ ਪ੍ਰੈਜ਼ੈਂਟ ਹੁੰਦਾ, ਕਿਉਂਕਿ ਟੋਮੈਟੋ ਜਦੋਂ ਆਪਾਂ ਕਦੇ ਟੋਮੈਟੋ ਆਪਾਂ ਦੇਖੀਏ ਤਾਂ ਥੋੜਾ ਖਟਾਸ ਜੀ ਹੁੰਦੀ ਉਹਦੇ ਵਿੱਚ, ਥੋੜਾ ਜਿਹਾ ਖੱਟਾ ਸਵਾਦ ਹੁੰਦਾ ਉਹਦਾ, ਤਾਂ ਸਿਟਰਿਕ ਆਪਣੇ ਕੋਲੇ ਸਹੀ ਆਂਸਰ ਆਉਣਾ ਸੀ ਇੱਥੇ। ਠੀਕ ਆ। ਟਾਰਟੈਰਿਕ ਤਾਂ ਆਪਣੇ ਕੋਲੇ ਟੈਮਰਿਨ ਦੇ ਵਿੱਚ ਹੁੰਦਾ, ਲੈਕਟਿਕ ਐਸਿਡ ਆਪਣੇ ਕੋਲੇ ਦਹੀਂ ਦੇ ਵਿੱਚ ਹੁੰਦਾ, ਇਹ ਵੀ ਕੱਟਿਆ ਜਾਣਾ ਸੀ। ਠੀਕ ਆ। ਈਥਾਨੋਇਕ ਐਸਿਡ ਜਿਹੜਾ ਹੁੰਦਾ, ਇਸ ਤੋਂ ਬਾਅਦ ਆਪਣੇ ਕੋਲੇ ਮੀਥਾਨੋਇਕ ਹੁੰਦਾ ਵਾ ਜਿਹੜਾ ਆਪਣੇ ਕੋਲੇ ਸਟਿੰਗ ਦੇ ਅੰਦਰ ਹੁੰਦਾ, ਐਂਡ ਸਟਿੰਗ ਦੇ ਅੰਦਰ ਹੁੰਦਾ ਵਾ, ਹੈ ਨਾ। ਤਾਂ ਉਹ ਜਿਹੜਾ ਆਪਣੇ ਕੋਲ ਦੇਖੋ ਈਥਾਨੋਇਕ ਤਾਂ ਆਪਾਂ ਖਾ ਵੀ ਨਹੀਂ ਨਾ ਸਕਦੇ, ਠੀਕ ਆ, ਤਾਂ ਆਪਣੇ ਕੋਲ ਕਿਹੜਾ ਸਿਟਰਿਕ ਹੀ ਬਚਿਆ, ਫਿਰ ਸਿਟਰਿਕ ਇਹਦਾ ਸਹੀ ਆਂਸਰ ਆਉਣਾ ਸੀ। ਉਸ ਤੋਂ ਬਾਅਦ ਅੱਗੇ ਆਪਾਂ ਦੇਖੀਏ ਤਾਂ ਬਲੱਡ ਵੈਜ਼ਲ ਵਿੱਚ ਪੰਪ ਆਕਸੀਜਨੇਟਡ ਬਲੱਡ ਫਰੋਮ ਅ ਹਾਰਟ ਟੂ ਇੰਟਾਇਰ ਬੋਡੀ ਦੇ ਵਿੱਚ ਕਹਿੰਦੇ ਕਿਹੜੀ ਇਹੋ ਜੀ ਜਿਹੜੀ ਪੰਪ ਕਰਦੀ ਆ। ਦੇਖੋ ਜੇ ਤਾਂ ਆਪਾਂ ਇਹਦਾ ਸਹੀ ਆਂਸਰ ਦੇਖੀਏ ਕਿਹੜੀ ਵੈਜ਼ਲ ਆ ਜਿਹੜੀ ਪੰਪ ਕਰਦੀ ਆ ਆਕਸੀਜਨੇਟਡ ਬਲੱਡ ਫਰੋਮ ਹਾਰਟ ਟੂ ਇੰਟਾਇਰ ਬੋਡੀ, ਉਹ ਤਾਂ ਅਰੋਟਾ ਹੁੰਦੀ ਆ, ਹੈ ਨਾ। ਤੁਸੀਂ ਵੀ ਪੜ੍ਹਿਆ ਹੋਊਗਾ ਕਿ ਅਰੋਟਾ ਹੁੰਦੀ ਆ, ਪਰ ਇੱਥੇ ਧਿਆਨ ਦੇ ਨਾਲ ਦੇਖੋ ਆਪਾਂ ਐਲੀਮੀਨੇਟ ਕਰ ਸਕਦੇ ਹਾਂ। ਹੋਮੋਗਲੋਬਨ ਦੇਖੋ, ਹੋਮੋਗਲੋਬਨ ਕੋਈ ਆਪਣੇ ਪਤਾ ਵੈਜ਼ਲ ਹੁੰਦੀ ਆ, ਹੋਮੋਗਲੋਬਨ ਦਾ ਇੱਕ ਪਿਗਮੈਂਟ ਹੁੰਦਾ ਵਾ ਜਿਹੜਾ ਬਲੱਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਵਾ, ਹੈ ਨਾ। ਤਾਂ ਇਹ ਤਾਂ ਆਕਸੀਜਨ ਨੂੰ ਡਿਜ਼ੋਲਵ ਕਰਦਾ ਹੁੰਦਾ ਆਪਣੇ ਆਪ ਵਿੱਚ, ਇਹ ਤਾਂ ਕੈਂਸਲ ਹੀ ਹੋ ਗਿਆ। ਉਸ ਤੋਂ ਬਾਅਦ ਵੀਨਸ ਦੇ ਵਿੱਚ ਕਿਹੜੀਆਂ ਹੁੰਦੀਆਂ ਆਪਣੇ ਕੋਲੇ ਡੀਆਕਸੀਜਨੇਟਡ ਬਲੱਡ ਹੁੰਦਾ, ਤਾਂ ਇਹ ਵੀ ਕੱਟਿਆ ਗਿਆ। ਉਸ ਤੋਂ ਬਾਅਦ ਕੈਪਲਰੀਜ਼ ਕੀ ਹੁੰਦਾ ਆਪਣੇ ਕੋਲੇ, ਕੈਪਲਰੀਜ਼ ਮੈਂ ਤੁਹਾਨੂੰ ਦੱਸਿਆ ਸੀ ਨਾ, ਮੈਂ ਦੇਖੋ ਸਾਰਾ ਕੁਝ ਕਰਾਇਆ ਹੋਇਆ ਵਾ ਮੈਂ ਆਪਣੇ ਮੈਰਾਥਨ ਸੈਸ਼ਨ ਦੇ ਵਿੱਚ। ਤਾਂ ਮੈਂ ਕੀ ਕਿਹਾ ਸੀ, ਇੱਕ ਸਾਈਡ 'ਤੇ ਆਪਣੇ ਕੋਲੇ ਆਰਟਰੀ ਹੁੰਦੀ, ਇੱਕ ਸਾਈਡ 'ਤੇ ਵੀਨ ਹੁੰਦੀ ਆ, ਅਤੇ ਇਹਨਾਂ ਦੋਨਾਂ ਨੂੰ ਜਿਹੜੇ ਜਿੱਥੇ ਮਿਲਦੀਆਂ ਉਹਨੂੰ ਆਪਾਂ ਕਹਿੰਦੇ ਹੁੰਦੇ ਕੈਪਲਰੀਜ਼। ਤਾਂ ਫਿਰ ਆਪਣੇ ਕੋਲ ਇਕੱਲਾ ਇੱਕ ਹੀ ਆਂਸਰ ਰਹਿ ਗਿਆ ਆਰਟਰੀਜ਼, ਕਿਉਂਕਿ ਆਰਟਰੀ ਦੇ ਵਿੱਚ ਆਪਣੇ ਕੋਲ ਕਿਹੜਾ ਬਲੱਡ ਹੁੰਦਾ, ਆਕਸੀਜਨੇਟਡ ਬਲੱਡ ਹੁੰਦਾ। ਤਾਂ ਆਪਣੇ ਕੋਲ ਇਹਦਾ ਕਰੈਕਟ ਆਂਸਰ ਹੋਣਾ ਸੀ, ਬਿਕੋਜ਼ ਆਰਟਰੀ ਕੰਟੇਨ ਨਾ ਆਕਸੀਜਨੇਟਡ ਬਲੱਡ। ਹੁਣ ਦੇਖੋ ਆ ਵੀ ਮੈਂ ਤੁਹਾਨੂੰ ਕਰਾਇਆ ਹੋਇਆ ਮੈਰਾਥਨ ਸੈਸ਼ਨ ਦੇ ਵਿੱਚ, ਐਗਜ਼ੈਕਟ ਤਾਂ ਨਹੀਂ ਕਰਾਇਆ ਬਟ ਮੈਂ ਤੁਹਾਨੂੰ ਦੱਸਿਆ ਜ਼ਰੂਰ ਹੋਇਆ ਸੀ ਵੀ ਕਿਵੇਂ ਕਰਨਾ ਵਾ। ਸੈਟ ਆਫ ਆ ਰਜਿਸਟਰ ਆਪਣੇ ਕੋਲ ਹੈਗੇ R1 ਐਂਡ R2 ਕਨੈਕਟਡ ਇਨ ਅ ਸੀਰੀਜ਼, ਤਾਂ ਉਹ ਕਹਿੰਦੇ ਸੀਰੀਜ਼ ਦੇ ਵਿੱਚ ਜੋੜਤੇ ਆਏ। ਤਾਂ ਸੀਰੀਜ਼ ਵਿੱਚ ਜੋੜਾਂਗੇ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਜੇ ਸੀਰੀਜ਼ ਵਿੱਚ ਜੋੜਾਂਗੇ ਤਾਂ ਸਿੰਪਲ ਐਡ ਹੋ ਜਾਂਦੇ ਹੁੰਦੇ R1 + R2, ਠੀਕ ਆ। ਤੇ ਇੱਥੇ R1 + R2 ਦੇਖੋ ਕਿੱਥੇ ਲਿਖਿਆ ਹੋਇਆ ਹੈ, ਆਪਣੇ ਕੋਲ R1 + R2 ਲਿਖਿਆ ਹੋਇਆ, ਤਾਂ ਆਪਣੇ ਕੋਲ DA ਦਾ ਕਰੈਕਟ ਆਂਸਰ ਹੋ ਜਾਣਾ ਸੀ, ਹੈ ਨਾ। ਅੱਗੇ ਦੇਖੀਏ ਕੰਪਲੀਟ ਦੀ ਫੋਲੋਇੰਗ ਰਿਐਕਸ਼ਨ, ਇਹ ਰਿਐਕਸ਼ਨ ਨੂੰ ਕੰਪਲੀਟ ਕਰਨਾ। ਦੇਖੋ ਇਹ ਮੇਰੇ ਤੁਹਾਨੂੰ ਡਿਸਪਲੇਸਮੈਂਟ ਰਿਐਕਸ਼ਨ ਵੀ ਦੱਸੀ ਹੋਈ ਸੀ ਜਦੋਂ ਮੈਂ ਮੈਰਾਥਨ ਸੈਸ਼ਨ ਕਰਾਇਆ, ਤਾਂ ਫਸਟ ਮੈਨੂੰ ਲੱਗਦਾ ਇਹੀ ਆਪਣੇ ਕੋਲ ਰਿਐਕਸ਼ਨ ਸੀਗੀ ਮੈਰਾਥਨ ਸੈਸ਼ਨ ਦੇ ਵਿੱਚ। ਤਾਂ ਇੱਥੇ ਆਪਣੇ ਕੋਲ ਕੀ ਹੈ, ਜਿਹੜਾ ਜ਼ਿੰਕ ਆ ਉਹ ਕਾਪਰ ਦੀ ਜਗ੍ਹਾ ਰਿਪਲੇਸ ਹੋ ਜਾਊਗਾ, ਤਾਂ ਡਿਸਪਲੇਸ ਕਰ ਦੋਗੇ ਇੱਥੋਂ ਕਾਪਰ ਨੂੰ, ਤਾਂ ਇੱਥੇ ਆਪਣੇ ਕੋਲ ਕੀ ਬਣ ਜਾਣਾ ਫਿਰ ਜ਼ਿੰਕ ਸਲਫੇਟ ਬਣ ਜਾਣਾ। ਤਾਂ ਜ਼ਿੰਕ ਸਲਫੇਟ ਆਪਣੇ ਕੋਲ C ਦੇ ਵਿੱਚ ਪ੍ਰੈਜ਼ੈਂਟ ਆ। ਦੇਖੋ ਇਹਨੂੰ ਐਲੀਮੀਨੇਟ ਵੀ ਕਰੋਗੇ ਨਾ ਬਹੁਤ ਹੀ ਈਜ਼ੀਲੀ ਆਪਣੇ ਕੋਲ ਹੋ ਜਾਣਾ ਐਲੀਮੀਨੇਟ ਵੀ। ਦੇਖੋ S ਆ ਸਕਦਾ ਕਦੇ ਵੀ ਇਕੱਲਾ ਉਹ ਆ ਸਕਦਾ, ਫਿਰ SO4 ਕਿੱਧਰ ਗਿਆ, ਫਿਰ ਇਹ ਕਿੱਧਰ ਗਿਆ ਆਪਣੇ ਕੋਲ, ਠੀਕ ਆ। ਤਾਂ ਇਹਦੇ ਨਾਲ ਵੀ ਆਪਾਂ ਇਹਨੂੰ ਐਲੀਮੀਨੇਟ ਕਰਕੇ ਵੀ ਫਾਈਂਡ ਆਊਟ ਕਰ ਸਕਦੇ ਹਾਂ ਵੀ ਸਹੀ ਆਂਸਰ ਕੀ ਆਊਗਾ। ਵਿਚ ਗਲੈਂਡ ਸੀਕ੍ਰੇਟ ਦੀ ਗਰੋਥ ਹਾਰਮੋਨਸ, ਕਿਹੜੇ ਗਲੈਂਡ ਆ ਜਿਹੜੇ ਉਹ ਸੀਕ੍ਰੇਟ ਕਰਦੇ ਆ ਗਰੋਥ ਹਾਰਮੋਨਸ ਨੂੰ। ਗਰੋਥ ਹਾਰਮੋਨਸ ਮਤਲਬ ਆਪਣੇ ਵਾਧੇ ਵਾਸਤੇ, ਠੀਕ ਆ। ਆਪਾਂ ਜਦੋਂ ਆਪਣੀ ਬੋਡੀ ਦੀ ਗਰੋਥ ਹੋਣੀ ਆ ਤਾਂ ਉਹਦੇ ਵਾਸਤੇ ਕੋਈ ਹਾਰਮੋਨਸ ਆਪਾਂ ਨੂੰ ਚਾਹੀਦੇ ਹੁੰਦੇ, ਤਾਂ ਉਹ ਹਾਰਮੋਨਸ ਕਿਹੜੇ ਗਲੈਂਡ ਸੀਕ੍ਰੇਟ ਕਰਦੇ ਆ। ਤਾਂ ਇਹਦਾ ਆਂਸਰ ਆਪਣੇ ਕੋਲ ਆਇਆ ਨਾ ਸੀ A, ਪਿਟੂਇਟਰੀ ਗਲੈਂਡਸ ਹੁੰਦੇ ਆ ਜਿਹੜੇ ਆਪਣੇ ਕੋਲੇ, ਉਹ ਆਪਣੇ ਕੋਲੇ ਗਰੋਥ ਹਾਰਮੋਨਸ ਨੂੰ ਸੀਕ੍ਰੇਟ ਕਰਦੇ ਆ, ਠੀਕ ਆ। ਚਲੋ ਅੱਗੇ ਦੇਖਦੇ ਆਪਾਂ। A wire of a given material having a length L and area of cross section A, ਤੇ ਉਹਦਾ resistance ਹੈਗਾ ਆਪਣੇ ਕੋਲੇ 8 ohm। What would be the resistance if the wire ਦੀ ਆਪਾਂ length ਘਟਾਤੀ and area ਉਹਦਾ ਡਬਲ ਕਰਤਾ। ਇਹ ਮੈਂ ਤੁਹਾਨੂੰ ਦੇਖੋ ਧਿਆਨ ਦੇ ਨਾਲ ਦੇਖੋ, ਮੈਂ ਤੁਹਾਨੂੰ ਇਹ ਕਰਵਾਇਆ ਹੋਇਆ ਸੀ ਜਿਹੜਾ ਮੈਰਾਥਨ ਸੈਸ਼ਨ ਸੀ ਉਹਦੇ ਵਿੱਚ। ਤਾਂ ਮੈਂ ਤੁਹਾਨੂੰ ਕੀ ਕਿਹਾ ਹੋਇਆ ਸੀ, ਜਿਹੜਾ ਮੇਰੇ ਕੋਲੇ R ਹੁੰਦਾ ਉਹ ਕਿਹਦੀ ਇਕੁਅਲ ਹੁੰਦਾ, ਰੋ L/A ਦੇ ਇਕੁਅਲ ਹੁੰਦਾ। ਸਮਝ ਲੱਗੀ। ਹੁਣ ਧਿਆਨ ਨਾਲ ਦੇਖੋ, ਜਦੋਂ ਦੇਖੋ ਧਿਆਨ ਦੇ ਨਾਲ ਉਹਨੇ ਕੀ ਕੀਤਾ, ਜਿਹੜੀ ਲੈਂਥ ਉਹਨੇ ਅੱਧੀ ਕਰਤੀ। ਤਾਂ ਦੇਖੋ ਜੇ ਮੈਂ ਇੱਥੇ R' ਲਿਖਾਂ, ਜੇ ਮੈਂ ਇੱਥੇ R' ਵੀ ਲਿਖਾਂ ਤਾਂ L ਉਹਨੇ ਅੱਧੀ ਕਰਤੀ। ਇਹਦਾ ਮਤਲਬ ਜੇ ਪਹਿਲਾਂ L ਸੀ ਤਾਂ ਫਿਰ ਉਹ L/2 ਹੋ ਗਈ। ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਜਿਹੜਾ ਕ੍ਰੋਸ ਸੈਕਸ਼ਨ ਏਰੀਆ ਸੀਗਾ ਉਹਨੇ ਕੀ ਕਰਤਾ, ਉਹ 2A ਬਣ ਗਿਆ। ਮਤਲਬ ਜਿਹੜਾ ਪਹਿਲਾਂ A ਸੀ ਉਹ ਹੁਣ 2A ਹੋ ਗਿਆ। ਤਾਂ ਦੇਖੋ ਇੱਥੇ A ਨਾਲ A ਕੱਟੇ ਗਿਆ, ਤਾਂ ਆਪਣੇ ਕੋਲੇ ਰੋ L/A ਉਹੀ ਚੀਜ਼ ਬਚ ਜਾਣੀ, ਉਹੀ ਚੀਜ਼ ਰਹਿ ਗਈ ਨਾ ਦੁਬਾਰਾ। ਫਿਰ ਇੱਥੇ ਡਾਇਆਮੀਟਰ ਨਹੀਂ ਦਿੱਤਾ ਹੋਇਆ, ਧਿਆਨ ਨਾਲ ਦੇਖੋ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜਾ ਆਪਣੇ ਕੋਲੇ ਉਹਦਾ ਰੈਜ਼ਿਸਟੈਂਸ ਆ ਕ੍ਰੋਸ ਸੈਕਸ਼ਨ ਏਰੀਆ ਬਿਕਮ 2A, ਠੀਕ ਆ। ਕ੍ਰੋਸ ਸੈਕਸ਼ਨ ਏਰੀਆ ਉਹਦਾ ਆਪਣੇ ਕੋਲ ਕੀ ਬਣ ਗਿਆ, 2A ਹੋ ਗਿਆ। ਤਾਂ ਇੱਥੇ ਆਪਣੇ ਕੋਲ ਆਂਸਰ ਤਾਂ 8, ਦੇਖੋ ਕਿਤੇ ਗਲਤੀ ਹੋ ਗਈ ਜਾਂ ਮੇਰੇ ਤੋਂ ਕਿਤੇ ਕੈਲਕੂਲੇਸ਼ਨ ਕਰਨ ਦੇ ਵਿੱਚ। ਦੇਖ ਜੇ ਮੈਂ R' ਲਿਖਾਂ ਤਾਂ R' ਮੇਰੇ ਕੋਲ ਕੀ ਆਊਗਾ, ਰੋ L/2 ਐਂਡ 2A, ਠੀਕ ਆ। ਸੌਰੀ ਆ ਕੈਂਸਲ ਆਊਟ ਨਹੀਂ ਹੋਊਗਾ 2 ਇੱਥੇ, ਠੀਕ ਆ। ਤਾਂ ਮੇਰੇ ਕੋਲ ਕੈਂਸਲ ਆਊਟ ਨਹੀਂ ਹੋਊਗਾ, ਤਾਂ 2 ਥੱਲੇ ਮਲਟੀਪਲਾਈ ਹੋ ਜਾਊਗਾ, ਤਾਂ 2 ਥੱਲੇ ਮਲਟੀਪਲਾਈ ਹੋਗਾ 4A ਬਣ ਜਾਣਾ, ਠੀਕ ਆ। ਤਾਂ ਇਟ ਮੀਨਸ ਕਿ ਜਿੰਨਾ ਮੇਰੇ ਕੋਲੇ ਪਹਿਲਾਂ ਉਹਦਾ ਰੈਜ਼ਿਸਟੈਂਸ ਦਿੱਤਾ ਹੋਇਆ ਸੀ ਉਹਨੂੰ 4 ਨਾਲ ਡਿਵਾਈਡ ਕਰ ਦਿਓ, ਤਾਂ 4 ਨਾਲ ਡਿਵਾਈਡ ਕੀਤਾ ਤਾਂ ਮੇਰੇ ਕੋਲ ਕਿੰਨਾ ਰਹਿ ਗਿਆ, 2। ਇਟ ਮੀਨਸ ਕਿ ਮੇਰੇ ਕੋਲ ਜਿਹੜੀ ਨਵੀਂ ਵਾਇਰ ਹੋਊਗੀ ਉਹਦਾ ਜਿਹੜਾ ਰੈਜ਼ਿਸਟੈਂਸ ਹੋਊਗਾ ਉਹ 2 ਆ ਜਾਊਗਾ, ਠੀਕ ਆ।
देखो इतने 2 कैंसल आउट नहीं होना, वो मेरे तो गलती ना किया गया। मैं एक बार दोबारा फिर दस देना कि जो मेरे को 2 आना इतने कैंसल आउट नहीं होगा, क्योंकि जो 2 है थले आके मल्टीप्लाई होगा तो 4 ना टोटल थले 4 बन जूगा ना, तो 4 जिन्ना भी उसका रजिस्टेंस होगा वो 4 से डिवाइड कर देंगे तो अपने को आ जू, क्योंकि टोटल अपने को 8 सी तो 4 से डिवाइड किया तो 2, इट मीनस कि 2 अपने को हो गया तो करैक्ट आंसर होगा। ठीक है, उस तो बाद सैल्फ लिंकेज प्रॉपर्टी, ठीक है, कैटिनेशन ऑफ इज अ मैक्सीमम इन कि अंदर सब तो वध मैक्सीमम कैटिनेशन होंगी है। मतलब की आ कि जिवें मान लो अपने को इतने कोई मटीरियल ए पिया होया वा एलीमेंट, तो वो मतलब जिवें आए किन्ने किन्ने एलीमेंट अगे मतलब जुड़ सकते हैं, फिर अगे जुड़ सकते हैं, फिर अगे जुड़ सकते हैं। तो वो कहते जी लिंकेज सैल्फ लिंकेज प्रॉपर्टी होंगी है, कैटिनेशन होंगी है, वो कि सब तो वध होंगी है कि जो मटीरियल आ वो वध तो वध अगे अगे जुड़ सकता, मतलब फिर अगे ए ना जुड़ गया, ठीक है, फिर अगे ए ना जुड़ गया, फिर अगे ए ना जुड़ गया, मतलब आए इदा इदा अगे अगे वधी जाए। किहड़ा एलीमेंट आ जो सब तो वध जुड़ सकता, तो कार्बन होंदा। ये पर तो आप दो प्रॉपर्टियां तो हैगियां तो वाधू पढ़े हुए आप, जिहदा कार्बन सही आंसर आना सी। दी सबसटांस विच चीफली रिस्पोंसिबल फॉर द डिपलीशन ऑफ ओजोन। हुण ओजोन नूं डिपलीट करने वाली चीज़ तो देखो DDT तो पहलां बैन हुई है क्योंकि नॉन बायोडिग्रेडेबल आ। नाइट्रोजन ते मीथेन आ जिहड़े ये थोड़ी डिपलीट करते हैं, डिपलीट दा क्लोरोफ्लोरोकार्बन करदी जिहड़ी अपने फ्रिजां दे विच्चों ते एसीआं दे विच्चों निकलदी आ। ठीक आ, ते वैसे ये भी बैन ही हो चुकी हुण, तो ये अपने कोल इहदा जिहड़ा आंसर आउणा सी वो ये आउणा सी सही। दी चेंज इन दी फोकल लेंथ नूं कौन चेंज करदा वा, ये मैं तुहानूं दस्सिया होया सी। फोकल लेंथ आ जिहड़ी अपनी, ठीक है, ध्यान रखो फोकल लेंथ की गल कीती उहने, तो ये नहीं कहा कि जिहड़ी अपने कोल लाइट अंदर वध घट किहड़ी जाऊगी, तो वो इरिस हुंदा वा जो लाइट वध घट जाती, तो ये तो हो नहीं सकता, प्यूपल भी नहीं हो सकता, रेटिना ते तां इमेज बनती हुंदी है, तो सीलियरी मसल्स हुंदियां जिहड़ियां अपने कोल चेंज करदियां हुंदियां अपनी फोकल लेंथ नूं। उस तो बाद जेकर अगे देखिए तो आई थिंक कंप्लीट हो चुके हैं जिन्ने भी MCQ सी अपने कोले साइंस के नाल रिलेटेड। मैं बाकी देखदा जे बच्चे ने किसी ने PDF भेज दी हुई तो मैं नाल दी नाल फिर वो भी वीडियो अपलोड कर देवांगा। जेकर मेरे को बाकी किसी मतलब इंग्लिश या फिर अपने को मैथ की कोई PDF अवेलेबल हुई तो मैं वीडियो पॉज करके थोड़ा टाइम वो देख के फिर जे हुई तो मैं अपलोड कर देवांगा, नहीं फिर तुसीं तद तक साइंस की वीडियो देखियो। चलो मैथ की मेरे को एक PDF मिली है मैनू, जिद्दां दी भी हैगी आ थोड़ा कॉम्प्रोमाइज़ करियो, ठीक है, वीडियो क्वालिटी तो थोड़ी घट होगी क्योंकि बच्चों ने मैनू PDF भेजी नहीं। मैं काफ़ी ज़्यादा मैसेजेस भी किए ग्रुप के PDF भेज दिओ। वैसे हर बारी बच्चे इदां ही करते होंगे आ, जो प्रैपरेशन करनी होंगी है तो काफ़ी ज़्यादा रिक्वेस्ट्स भेजते हैं, एंड उस तो बाद जो PDF का टाइम आ जाता तो कोई भी PDF भेजने लिए तैयार नहीं होंदा। तो जिद्दां दी मैनू PDF मिली है उदां दी मैं वीडियो अपलोड कर देवांगा। जेकर मैनू 1-2 दिन का टाइम होर मिल जाता तो मैं अपने जिहड़े स्टूडेंट मेरे को पढ़ते सी उन्हां तो मैं पेपर ही लै लेना सी एंड उहदे नाल अपलोड कर देनी सी, बट बच्चे कह रहे छेती अपलोड की जाए तो उहदे करके फिर आपां जिद्दां भी पॉसीबल हो सके अज शुरू करते हैं। दी वैल्यू ऑफ आ एक्स इफ 5x एंड 17 इज़ IP। हुण अपने कोल की आ, वो कहते जिहड़ा 5 आ एंड x एंड 17 आ वो अपने कोल एक AP आ, तो जे अपने को AP आ तो x की वैल्यू फाइंड आउट करो। पहला तरीका तो यही सी कि जे तुहानूं नहीं भी पता लगता तुसीं इत्थे वैल्यू भर के देख सकते सी, है ना। जे नहीं भी देखा तो देखो इसका तरीका ही होंदा, इन्हां दोनों नूं ऐड कर दो, कितना हो गया अपने को 22, तो इन्हूं 2 से डिवाइड कर दो, कितना आ गया 11, तो अपने को D इत्थे की हो जाना सी, करैक्ट आंसर हो जाना सी, है ना। चलो अगे देखिए, तो कि कहते दी रूट ऑफ दी क्वाड्रेटिक इक्वेशन, जी क्वाड्रेटिक इक्वेशन है ये रूट दसो। अपने को 2x² + x - 6 = 0। देखो मैं कि थोनों करवाया होया वा अपने जो मैराथन सैशन के भी, प्लस मैं पहला वीडियोज़ अपलोड की भी, तो आप इतने MS लिख लेने होंगे, तो इन्हू मल्टीप्लाई कर देने होंगे ये, तो अपने को कितना बन गया 12। इतने अपने को कुछ नहीं लिखा होया तो आप इतने लिख लेंगे 1। हुण आप इतों साइन चैक करते होंगे माइनस का, तो आप 2 नंबर फाइंड आउट करांगे जिन्होंने माइनस करके 1 बने तो मल्टीप्लाई करके 12, तो बनता होंगे 4 - 1, है ना। तो जे अपने को इतने प्लस का साइन है तो आप इन्होंने साइन चेंज करके आंसर लिख देने होंगे -4 ते 3, तो आंसर अपने को बन जाना सी -4 एंड 3। पर इतने अपने को देखो 2 लगा होया तो 2 से आप की करना होंगे डिवाइड करना होंगे, तो अपने को बन जाना सी -2 एंड 3/2। तो -2 एंड 3/2 जेकर आप देखिए तो B दे विच पिया होया वा, तो अपने को करैक्ट आंसर हो जाना सी। फिर भी तुहानूं जे नहीं पता लगता होंदा तुसीं वैल्यू पुट करके भी देख सकते हो, बट वो थोड़ा कॉम्पलीकेटेड हो जाता, 4 वैल्यू पुट करनी थोड़ा डिफिकल्ट हो जाता, पर जे टाइम वाधू होवे फिर आप उत्थे कर सकते हैं। देखो आ मैं तुहानूं जांदे जांदे ने करवाया सी, मैं तुहानूं दस्सिया होया सी आपां किवें करना वा। कहंदे एट वट रेशियो डज अ पॉइंट अपने को 2 दिते हुए आ। देखो मैं तुहानूं जांदे जांदे ने दस्सिया होया सी, जे तुसीं मैराथन सैशन ध्यान नाल देखिया हो तो सारा देखिया होगा। एंड डिवाइड दी इन वट रेशियो डज दी पॉइंट, सॉरी ये पॉइंट अपने को इत्थे नहीं होगा, ठीक है, मैं थोड़ा रेज करदा इहनूं। देखो ध्यान दे नाल कि उन्हें क्या इन वट रेशियो डज दी पॉइंट अपने को -4 एंड 6
ਡਿਵਾਈਡ ਦੀ ਲਾਈਨ ਸੈਗਮੈਂਟ ਜੁਆਇਨਿੰਗ, ਲਾਈਨ ਸੈਗਮੈਂਟ ਜੁਆਇਨ ਕਰਦਾ ਕਿਹਨੂੰ ਕਿਹਨੂੰ, -6 ਐਂਡ 10 ਨੂੰ। ਐਂਡ ਦੂਜਾ ਪੁਆਇੰਟ ਆਪਣੇ ਕੋਲ ਕੀ ਆ 3 ਐਂਡ -8। ਤਾਂ ਇਹ ਦੱਸੋ ਕਹਿੰਦੇ ਇਹਦੀ ਰੇਸ਼ੀਓ ਕਿਹੜੀ ਹੋਊਗੀ। ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਕੋਈ ਵੀ ਦੋ ਜਾਂ ਤਾਂ x ਦੀ ਜਾਂ y ਦੀ ਵੈਲਿਊ ਲੈ ਲਿਓ। ਠੀਕ ਹੈ, ਇੱਥੇ ਮੈਂ y ਦੀ ਵੈਲਿਊ ਲਊਂਗਾ। y ਦੀ ਕਾਹਤੋਂ ਲਊਂਗਾ ਕਿ ਪੋਜ਼ਿਟਿਵ ਦੇ ਵਿੱਚ ਜ਼ਿਆਦਾ ਦਿੱਤੇ ਹੋਏ ਆ। ਠੀਕ ਆ, x ਵਾਲੇ ਨੈਗੇਟਿਵ ਦੇ ਵਿੱਚ ਵਾਲੇ ਆ। ਤਾਂ ਦੇਖੋ ਧਿਆਨ ਦੇ ਨਾਲ ਇੱਥੇ ਮੇਰੇ ਕੋਲ ਬਣ ਜਾਣਾ ਸੀ 10 6 ਐਂਡ -8। ਫਿਰ ਤੁਸੀਂ ਕੀ ਕਰਨਾ ਸੀ, ਪਹਿਲਾਂ ਇਹਨੂੰ ਇਹਦੇ ਵਿੱਚੋਂ ਮਾਈਨਸ ਕਰ ਦੇਣਾ ਸੀ। 10 ਦੇ ਵਿੱਚੋਂ ਜੇ 6 ਨੂੰ ਮਾਈਨਸ ਕਰਕੇ ਤਾਂ 4 ਆ ਜਾਂਦਾ ਹੁੰਦਾ। ਉਸ ਤੋਂ ਬਾਅਦ ਜਦੋਂ 6 ਦੇ ਵਿੱਚੋਂ ਮੈਂ 8 ਮਾਈਨਸ ਕਰੂੰਗਾ ਤਾਂ ਪਹਿਲਾਂ ਹੀ ਮਾਈਨਸ ਅਤੇ ਪਲੱਸ ਹੋ ਜਾਣਾ। ਇਹ ਕਿੰਨਾ ਬਣ ਜਾਣਾ 14। ਤਾਂ ਜੇ ਇਹਨੂੰ ਮੈਂ ਕੈਂਸਲ ਆਊਟ ਕਰਾਂ ਤਾਂ ਇਹ ਮੇਰੇ ਕੋਲ ਕਿੰਨਾ ਬਣ ਜਾਣਾ 2:7। ਤਾਂ 2:7 ਇੱਥੇ ਮੈਂ ਡੀ ਦੇ ਵਿੱਚ ਚੈੱਕ ਕਰ ਲੂੰਗਾ, ਮੇਰੇ ਕੋਲ ਕਰੈਕਟ ਆਨਸਰ ਸੀ। ਸ਼ਾਰਟਕਟ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਹੋਇਆ ਸੀਗਾ ਆਪਾਂ ਕਿਵੇਂ ਕਰਨਾ, ਬਟ ਤੁਸੀਂ ਡਿਪੈਂਡ ਕਰਦਾ ਕਿ ਵੀਡੀਓ ਦੇਖੀ ਧਿਆਨ ਦੇ ਨਾਲ ਕਿ ਨਹੀਂ ਦੇਖੀ ਹੋਈ। ਚਲੋ ਅੱਗੇ ਕੋਸ਼ਿਸ਼ ਕਰਦੇ ਹਾਂ। ਜੇ ਮੈਨੂੰ ਇੱਥੇ ਥੋੜਾ ਰੀਡ ਆਊਟ ਹੋ ਗਿਆ ਤਾਂ ਠੀਕ ਆ, ਤੁਹਾਡੇ ਵਾਸਤੇ ਰੀਡ ਆਊਟ ਕਰ ਦਿੰਦਾ। ਇਫ ਦੀ LCM ਆਫ A ਐਂਡ 18, ਅੱਛਾ ਆਪਣੇ ਕੋਲ ਦੋ ਨੰਬਰ, ਇੱਕ ਤਾਂ A ਹੈਗਾ, ਇੱਕ ਆਪਣੇ ਕੋਲ 18 ਹੈਗਾ। ਠੀਕ ਆ, ਇਹਨਾਂ ਦਾ ਜੇ ਆਪਾਂ LCM ਲਈਏ, ਇਹਨਾਂ ਦਾ ਜੇ ਆਪਾਂ LCM ਲਈਏ ਤਾਂ LCM ਆਉਂਦਾ ਆਪਣੇ ਕੋਲ 36। ਠੀਕ ਆ, ਤੇ ਜੇ ਆਪਾਂ ਇਹਨਾਂ ਦੋਨਾਂ ਦਾ HCF ਲਈਏ A ਦਾ ਐਂਡ 18 ਦਾ, ਜੇ ਆਪਾਂ HCF, ਇਹ ਵੀ ਮੈਰਾਥਨ ਸੈਸ਼ਨ 'ਚ ਕਰਾਇਆ ਹੋਇਆ, ਤਾਂ ਉਹ ਆਪਣੇ ਕੋਲ 2 ਆਉਂਦਾ। ਤਾਂ ਕਹਿੰਦੇ ਵੀ ਦੱਸੋ ਆਪਣੇ ਕੋਲ ਇਹ ਕਿੰਨਾ ਆਊਗਾ। ਤਾਂ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ LCM ਐਂਡ HCF ਹੁੰਦਾ ਤੁਸੀਂ ਉਹਨੂੰ ਮਲਟੀਪਲਾਈ ਕਰ ਲਓ, ਤਾਂ ਉਹ ਕਿਹਦੇ ਇਕੁਅਲ ਹੁੰਦਾ, A ਮਲਟੀਪਲਾਈ 18 ਦੇ ਇਕੁਅਲ ਹੁੰਦਾ। ਇੱਥੋਂ 18 ਨੂੰ ਇੱਧਰ ਡਿਵਾਈਡ ਕਰ ਦਿਓ, 36 ਡਿਵਾਈਡਡ ਬਾਈ 2 ਮਲਟੀਪਲਾਈ 18 ਇਜ਼ ਇਕੁਅਲ ਟੂ A। ਤਾਂ ਇੱਥੋਂ 18 ਤੇ ਆਪਾਂ ਕੈਂਸਲ ਆਊਟ ਕਰਾਂਗੇ 2 ਤੇ ਜਾਊਗਾ, ਤਾਂ 4 ਆਪਣੇ ਕੋਲ ਕਿਹਦੀ ਇਕੁਅਲ ਆਊਗਾ, ਇਹਦੀ ਇਕੁਅਲ ਇਹ ਆ ਜਾਊਗਾ। ਇਹਦਾ ਮਤਲਬ C ਆਪਣੇ ਕੋਲ ਇੱਥੇ ਕਰੈਕਟ ਆਨਸਰ ਸੀ ਇਹਦਾ, ਹੈ ਨਾ। ਚਲੋ ਅੱਗੇ ਦੇਖਦੇ ਹਾਂ। ਸੌਰੀ ਆਪਣੇ ਕੋਲੇ ਮੈਂ ਆਪਸ਼ਨ ਗਲਤ ਲਾਦਾ ਸ਼ਾਇਦ, ਹਾਂ ਉੱਪਰਲੇ ਦਾ 4 ਆਉਣਾ ਸੀ, ਉਸ ਤੋਂ ਬਾਅਦ 35th ਦਾ ਨਹੀਂ 4 ਆਉਣਾ, 35th ਆਪਾਂ ਕੈਲਕੂਲੇਟ ਕਰਨਾ ਜੀ, ਹੈ ਨਾ। ਇਫ ਦੀ ਸਮ ਆਫ ਦੀ ਜ਼ੀਰੋਜ਼ ਆਫ ਇਜ਼ ਅ 4, ਚਲੋ ਮੈਂ ਥੋੜਾ ਪੰਜਾਬੀ 'ਚ ਪੜ੍ਹ ਕੇ ਦੇਖਦਾ ਜੀ ਪਤਾ ਲੱਗਾ। ਜੇਕਰ ਆਪਣੇ ਕੋਲੇ ਬਹੁਪਦ ਆ ਆਪਣੇ ਕੋਲ ਦਿੱਤਾ ਵਾ kx² + 4x + 4, ਉਹਦੇ ਮੂਲਾਂ ਦਾ ਜੋੜ, ਮਤਲਬ ਸਮ ਆਫ ਜ਼ੀਰੋਜ਼ ਅਲਫਾ ਪਲੱਸ ਬੀਟਾ ਆਪਣੇ ਕੋਲੇ 4 ਆ। ਤਾਂ ਕਹਿੰਦੇ k ਦੀ ਵੈਲਿਊ ਦੱਸੋ ਆਪਣੇ ਕੋਲੇ ਕਿੰਨੀ ਹੋਊਗੀ। ਠੀਕ ਆ, ਹੁਣ ਧਿਆਨ ਦੇ ਨਾਲ ਦੇਖੋ, ਮੇਰੇ ਕੋਲ ਅਲਫਾ ਪਲੱਸ ਬੀਟਾ ਹੁੰਦਾ ਕਿਹਦੀ ਇਕੁਅਲ ਆ, -b/a ਦੀ ਇਕੁਅਲ ਹੁੰਦਾ। ਅਲਫਾ ਪਲੱਸ ਬੀਟਾ ਦੀ ਵੈਲਿਊ ਉਹਨਾਂ ਨੇ 4 ਦਿੱਤੀ ਹੋਈ ਆ, -b ਮਤਲਬ b ਦੇਖ ਲਓ, ਤਾਂ b ਕਿੰਨਾ 4 ਆ, ਤਾਂ ਉਹ ਬਣ ਗਿਆ -4। a ਦੀ ਜਗ੍ਹਾ ਮੇਰੇ ਕੋਲੇ k ਦਿੱਤਾ ਹੋਇਆ ਵਾ, ਤਾਂ k ਨੂੰ ਜੇ ਮੈਂ ਇਸ ਸਾਈਡ 'ਤੇ ਲੈ ਕੇ ਜਾਊਂਗਾ ਤਾਂ ਮੇਰੇ ਕੋਲ ਕੀ ਬਣਦਾ ਇੱਥੇ, ਮੇਰੇ ਕੋਲ ਇੱਥੇ ਬਣ ਜਾਊਗਾ -4/4। ਕੈਂਸਲ ਆਊਟ ਕੀਤਾ ਤਾਂ ਮੇਰੇ ਕੋਲ ਬਣ ਜਾਣਾ -1, ਤੇ ਇਹਦਾ ਮਤਲਬ -1 ਮੇਰੇ ਕੋਲ ਇੱਥੇ ਕਰੈਕਟ ਆਨਸਰ ਆਉਣਾ ਸੀ ਇਹਦਾ। ਠੀਕ ਆ, ਜੇ ਆਪਾਂ 35th ਦਾ ਦੇਖੀਏ ਤਾਂ ਅਕੋਰਡਿੰਗਲੀ ਪੇਪਰ ਸੈਟ ਦੇ ਅਕੋਰਡਿੰਗਲੀ ਡਿਫਰੈਂਟ ਹੋਊਗਾ, ਤੁਸੀਂ ਦੇਖ ਲਿਓ। ਠੀਕ ਆ, ਅੱਗੇ ਦੇਖੋ ਇਹ ਵੀ ਮੈਂ ਮੈਰਾਥਨ ਸੈਸ਼ਨ ਦੇ ਵਿੱਚ ਕਰਾਇਆ ਹੋਇਆ ਵਾ। ਦੇਖੋ ਆਪਣੇ ਕੋਲ ਕੀ ਦਿੱਤਾ ਹੋਇਆ, ਉਹਨੇ ਦਿੱਤਾ ਹੋਇਆ ਵਾ x, ਫਿਰ x+3, ਫਿਰ x+6, ਫਿਰ x+9, ਫਿਰ x+12। ਇਹਦਾ ਕਹਿੰਦੇ ਮੱਧਮਾਨ, ਇਹਦਾ ਮੀਨ ਆਪਣੇ ਕੋਲੇ 10 ਆ, ਤਾਂ x ਦੀ ਵੈਲਿਊ ਫਾਈਂਡ ਆਊਟ ਕਰੋ। ਤਾਂ ਮੈਂ ਤੁਹਾਨੂੰ ਕੀ ਕਿਹਾ ਹੋਇਆ ਸੀਗਾ ਕਿ ਜਿਹੜੇ ਆਪਣੇ ਕੋਲ ਨੰਬਰ ਆ ਉਹਨਾਂ ਸਾਰਿਆਂ ਨੂੰ ਤੁਸੀਂ ਕੀ ਕਰ ਲੈਣਾ, ਐਡ ਕਰ ਲੈਣਾ, ਹੈ ਨਾ। x ਨੂੰ ਤਾਂ ਇੱਥੇ ਐਡ ਕਰਨ ਦਾ ਲੋੜ ਹੀ ਨਹੀਂ ਗੀ, x ਨੂੰ ਤਾਂ ਐਡ ਕਰਨ ਦੀ ਲੋੜ ਹੀ ਨਹੀਂ, ਕਿਉਂਕਿ x ਤਾਂ ਸਾਰਿਆਂ ਦੇ ਨਾਲ ਦਾ 1 2 3 4 5, ਇਹਦਾ ਮਤਲਬ x ਤਾਂ 5x ਹੀ ਆਊਗਾ। ਠੀਕ ਆ, ਤਾਂ 5x ਇੱਥੇ ਲਿਖ ਲਾਂਗੇ। ਬਾਕੀ ਨੰਬਰਾਂ ਨੂੰ ਜੇਕਰ ਆਪਾਂ ਐਡ ਕਰੀਏ ਤਾਂ ਦੇਖੀਏ ਇੱਥੇ ਆਪਣੇ ਕੋਲ 3 and 6, ਇਹਦਾ ਬਣ ਗਿਆ 9, ਹੈ ਨਾ। 9 ਦੇ ਵਿੱਚ 9 ਐਡ ਕੀਤਾ ਤਾਂ ਬਣ ਗਿਆ 18, 18 ਦੇ ਵਿੱਚ 12 ਐਡ ਕੀਤਾ ਤਾਂ ਆਪਣੇ ਕੋਲ ਬਣ ਗਿਆ 30, ਹੈ ਨਾ। 30 ਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ, ਟੋਟਲ ਨੰਬਰ ਕਿੰਨੇ ਆਪਣੇ ਕੋਲ ਇੱਥੇ 5, ਤਾਂ ਮੀਨ ਇਹਦਾ ਕਿੰਨਾ ਆਇਆ ਆਪਣੇ ਕੋਲ 10, ਪਹਿਲਾਂ ਹੀ ਉਹਨੇ ਦੱਸਿਆ ਆ। 10 ਨੂੰ ਇੱਧਰ ਕਰ ਦਿੰਦੇ ਮਲਟੀਪਲਾਈ, ਤਾਂ ਉਹ ਬਣ ਜਾਣਾ ਸੀ ਆਪਣੇ ਕੋਲ 50। 50 ਦੇ ਵਿੱਚੋਂ 30 ਨੂੰ ਜੇਕਰ ਆਪਾਂ ਮਾਈਨਸ ਕਰੀਏ ਤਾਂ ਇਹ ਬਣ ਜਾਣਾ ਆਪਣੇ ਕੋਲ 20, ਤੇ x ਦੀ ਵੈਲਿਊ ਇੱਥੋਂ ਆਪਾਂ ਫਾਈਂਡ ਆਊਟ ਕਰਾਂਗੇ ਤਾਂ ਕਿੰਨੀ ਆ ਜੂਗੀ 4। ਮੈਰਾਥਨ ਸੈਸ਼ਨ ਦੇ ਵਿੱਚ ਇਹ ਸਮ ਆਪਾਂ ਕੀਤਾ ਹੋਇਆ ਸੀ, ਐਂਡ ਜਿਹੜੇ ਬੱਚਿਆਂ ਨੇ ਧਿਆਨ ਨਾਲ ਦੇਖਿਆ ਹੋਊਗਾ ਉਹਨਾਂ ਦਾ ਆਨਸਰ ਸਹੀ ਹੋਊਗਾ। ਇਫ ਦੀ ਸਿਸਟਮ ਆਫ ਇਕੁਏਸ਼ਨ ਆਪਣੇ ਕੋਲ ਇਹ ਦਿੱਤੀਆਂ ਹੋਈਆਂ ਵਾ, ਨੋ ਸੋਲਿਊਸ਼ਨ ਆ, ਜੇ ਨੋ ਸੋਲਿਊਸ਼ਨ ਆ ਤਾਂ ਕਹਿੰਦੇ k ਦੀ ਵੈਲਿਊ ਫਾਈਂਡ ਆਊਟ ਕਰੋ। ਹੁਣ ਧਿਆਨ ਦੇ ਨਾਲ ਮੈਂ ਨੈਕਸਟ ਪੇਜ ਤੇ ਜਾਣਾ ਐਂਡ ਤੁਹਾਨੂੰ ਸੋਲਵ ਕਰਕੇ ਦਿਖਾਉਣਾ। ਠੀਕ ਆ, ਪੇਜ ਥੋੜੀ ਆਪਣੇ ਕੋਲੇ ਜਗ੍ਹਾ ਵਾਜੂਗੀ, ਧਿਆਨ ਦੇ ਨਾਲ ਦੇਖੋ। ਹੁਣ ਆਪਣੇ ਕੋਲੇ ਦੋ ਇਕੁਏਸ਼ਨ ਹੈ, ਇੱਕ ਹੈਗੀ kx - 5y = 2, ਦੂਜੀ ਹੈਗੀ ਆਪਣੇ ਕੋਲੇ 6x + 2y = 7, ਹੈ ਨਾ। ਤਾਂ ਜੇ ਨੋ ਇਹਦਾ ਆਪਣੇ ਕੋਲੇ ਕੀ ਦਿੱਤਾ, ਕੋਈ ਹੱਲ ਨਹੀਂ ਹੈ, ਕੋਈ ਹੱਲ ਨਹੀਂ ਆ। ਜੇ ਕੋਈ ਹੱਲ ਵੀ ਨਹੀਂ ਦੇਦਾ ਮਤਲਬ ਇਹ ਪੈਰਲਲ ਆ। ਠੀਕ ਹੈ, ਜੇ ਕੋਈ ਹੱਲ ਨਹੀਂ ਦੇਦਾ ਮਤਲਬ ਕੀ ਆ, ਇਹ ਪੈਰਲਲ ਆ। ਤਾਂ ਜੇ ਪੈਰਲਲ ਆ ਤਾਂ ਧਿਆਨ ਨਾਲ ਦੇਖੋ ਆਪਣੇ ਕੋਲ ਕੀ ਸੋਲੂਸ਼ਨ ਹੁੰਦਾ, a1/a2 = b1/b2 not equal to c1/c2 ਹੁੰਦਾ। ਹੁਣ a ਦੀ ਵੈਲਿਊ ਆਪਣੇ ਕੋਲੇ k ਆ, a1 ਦੀ k ਆ, a2 ਦੀ ਕਿੰਨੀ ਆ 6 ਆ, b1 ਦੀ ਕਿੰਨੀ ਆ -5, b2 ਦੀ ਕਿੰਨੀ ਆ 2। ਠੀਕ ਆ, not equal to c1 ਦੀ ਵੈਲਿਊ ਆਪਣੇ ਕੋਲ ਕਿੰਨੀ ਆ 2, c2 ਦੀ ਵੈਲਿਊ ਕਿੰਨੀ ਆ 7। ਹੁਣ ਦੇਖੋ ਇੱਥੇ ਕਿਤੇ ਵੀ not equal to ਦਾ ਸਾਈਨ ਤਾਂ ਹੈ ਹੀ ਨਹੀਂਗਾ, ਤੇ k ਦੇ ਕਿਹੜੇ ਮੁੱਲ ਲਈ ਕਿਹਾ ਉਹਨਾਂ ਨੇ, ਤੇ ਇਹਦਾ ਮਤਲਬ ਕਿ ਇਹਨੂੰ ਤਾਂ ਆਪਾਂ ਲਵਾਂਗੇ ਨਹੀਂ। ਜਿਹੜਾ ਲਾਸਟ ਵਾਲਾ ਆਪਸ਼ਨ ਹੈ ਇਹਨੂੰ ਤਾਂ ਲੈਣ ਦੀ ਲੋੜ ਵੀ ਨਹੀਂਗੀ, ਹੈ ਨਾ, ਇਹਨੂੰ ਤਾਂ ਲੈਣ ਦੀ ਲੋੜ ਵੀ ਨਹੀਂਗੀ। ਅਗਲਿਆਂ ਨਾਲ ਸੋਲਵ ਕਰ ਦਿੰਦੇ, ਇਹਨੂੰ ਇੱਧਰ ਮਲਟੀਪਲਾਈ ਕਰ ਦਿਓ, ਇਹਨੂੰ ਇੱਧਰ ਕਰ ਦਿਓ, ਇਹ ਬਣ ਗਿਆ ਆਪਣੇ ਕੋਲੇ 2k।
इज इक्वल टू -30। ਇਹ ਤੋਂ k ਦੀ ਵੈਲਿਊ ਜੇ ਆਪਾਂ ਕੈਲਕੂਲੇਟ ਕਰਾਂਗੇ ਤਾਂ ਕੀ ਆ ਜਾਊਗਾ -15। ਤਾਂ ਇਹਦਾ ਮਤਲਬ c ਆਪਣੇ ਕੋਲ ਕੀ ਹੋਊਗਾ, ਇਹਦਾ ਕਰੈਕਟ ਆਨਸਰ ਹੋਊਗਾ। ਠੀਕ ਆ, c ਆਪਣੇ ਕੋਲ ਕੀ ਇਹਦਾ ਕਰੈਕਟ ਆਨਸਰ ਆ। ਤਾਂ ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਅੱਗੇ ਦੇਖੋ ਉਹਨੇ ਕਿਹਾ ਹੋਇਆ ਕਿ ਜਿਹੜਾ ਮੋਬਾਈਲ ਆ, ਮੋਬਾਈਲ ਆਪਣੇ ਕੋਲ ਇੱਕ ਵਰਡ ਆ MOBILE, ਇੱਕ ਵਰਡ ਆ, ਉਹਦੇ ਅੰਦਰ ਪ੍ਰੋਬੇਬਿਲਿਟੀ ਫਾਈਂਡ ਆਊਟ ਕਰੋ ਵੋਵਲ ਦੀ। ਤਾਂ ਪਹਿਲਾਂ ਵੋਵਲ ਇਹਦੇ ਵਿੱਚੋਂ ਲੱਭ ਲਓ ਕਿੰਨੇ ਆ, ਇੱਕ ਤਾਂ O ਆ, ਇੱਕ I ਆ ਤੇ ਇੱਕ E ਆ। ਟੋਟਲ ਕਿੰਨੇ ਵੋਵਲ ਹੋ ਗਏ 3। ਟੋਟਲ ਇਹ ਸਾਰੇ ਦੇ ਸਾਰੇ ਜੇ ਆਪਾਂ ਦੇਖੀਏ ਅਲਫਾਬੈਟ ਹੈ ਕਿੰਨੇ 1 2 3 4 5 6 ਤਾਂ 6 ਆ। ਤਾਂ ਕੈਂਸਲ ਆਊਟ ਕਰਾਂਗੇ ਤਾਂ ਮੇਰੇ ਕੋਲ ਕਿੰਨਾ ਬਣ ਜਾਊਗਾ 1/2। ਇਹਦਾ ਮਤਲਬ C ਆਪਣੇ ਕੋਲ ਕੀ ਹੋਊਗਾ, ਇਹਦਾ ਕਰੈਕਟ ਆਨਸਰ ਹੋਊਗਾ। ਚਲੋ ਅੱਗੇ ਦੇਖੀਏ, ਫਾਈਂਡ ਦੀ ਲੈਂਥ ਆਫ ਦੀ ਆਰਕ ਸਬਟੈਂਡਡ ਐਨ ਐਂਗਲ 30 ਡਿਗਰੀ ਵਿਦ ਰੇਡੀਅਸ। ਇਹ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਸੀ, ਜਾਂਦੇ ਜਾਂਦੇ ਨੇ ਕਿਹਾ ਸੀ ਕਿ ਇਹ ਵੀ ਜ਼ਰੂਰ ਕਰਕੇ ਜਾਇਓ ਕਿਉਂਕਿ ਇਹ ਵੀ ਪੁੱਛਦੇ ਹੁੰਦੇ ਇਹਦੇ ਅੰਦਰ। ਤੇ ਇਹਦੇ ਅੰਦਰ ਆਪਾਂ ਕੀ ਲਿਖਣਾ ਸੀ 30 ਡਿਗਰੀ ਬਾਈ 360 ਡਿਗਰੀ ਮਲਟੀਪਲਾਈ 2πr, ਹੈ ਨਾ। 2πr ਹੁੰਦਾ ਆਪਣੇ ਕੋਲ ਜਦੋਂ ਆਪਾਂ ਆਰਕ ਫਾਈਂਡ ਆਊਟ ਕਰਦੇ ਹੁੰਦੇ ਹਾਂ। ਤਾਂ ਇਹਨਾਂ ਨੂੰ ਕੈਂਸਲ ਆਊਟ ਜੇ ਆਪਾਂ ਕਰੀਏ ਤਾਂ ਕੀ ਬਣਦਾ 1/12। 2 ਦੀ ਜਗ੍ਹਾ 2, ਪਾਈ ਦੀ ਜਗ੍ਹਾ ਪਾਈ, r ਦੀ ਜਗ੍ਹਾ ਕਿੰਨਾ ਦਿੱਤਾ ਹੋਇਆ 4 ਤੇ ਇਹਨੂੰ ਕੈਂਸਲ ਆਊਟ ਕੀਤਾ ਕਿੰਨਾ ਆ ਗਿਆ 3। ਇਹਦਾ ਮਤਲਬ 2π/3 ਆਪਣੇ ਕੋਲ ਕੀ ਬਣ ਜਾਣਾ ਸੀ, D ਆਪਣੇ ਕੋਲ ਕਰੈਕਟ ਆਨਸਰ ਹੋਣਾ ਸੀ। 2π/3 ਆਪਣੇ ਕੋਲ ਇਹਦਾ ਸਹੀ ਆਨਸਰ ਸੀ। ਚਲੋ ਅੱਗੇ ਦੇਖੀਏ ਤਾਂ ਆਪਾਂ ਉਹ ਕੀ ਕਹਿੰਦੇ ਆ A ਐਂਡ B ਆਰ ਆ ਪੋਜ਼ਿਟਿਵ ਨੰਬਰ, HCF ਇਹਨਾਂ ਦਾ ਐਂਡ LCM ਇਹਨਾਂ ਦੋਨਾਂ ਨੂੰ ਜੇਕਰ ਆਪਾਂ ਮਲਟੀਪਲਾਈ ਕਰੀਏ ਤਾਂ ਮੈਂ ਕੀ ਕਿਹਾ ਸੀ, ਜੇ ਆਪਾਂ ਕਿਸੇ ਵੀ ਦੋ ਨੰਬਰ ਦੇ LCM ਐਂਡ HCF ਨੂੰ ਮਲਟੀਪਲਾਈ ਕਰਾਂਗੇ ਤਾਂ ਉਹ ਨੰਬਰਾਂ ਦੇ ਮਲਟੀਪਲਾਈ ਦੇ ਇਕੁਅਲ ਹੁੰਦਾ, ਹੈ ਨਾ। ਹੁਣੇ ਤਾਂ ਆਪਾਂ ਕਰਕੇ ਆਏ ਹਾਂ ਤੇ ਇਹਦਾ ਮਤਲਬ A ਮਲਟੀਪਲਾਈ B ਆਉਣਾ ਸੀ ਇਹਦਾ ਆਨਸਰ। ਤਾਂ ਅੱਗੇ ਮੈਨੂੰ ਲੱਗਦਾ ਦੇਖੋ ਜਿਹੜੇ ਅੱਗੇ ਨੰਬਰ ਦਿੱਤੇ ਹੋਏ ਆ ਥੋੜ੍ਹਾ ਆਪਾਂ ਇਹਨੂੰ ਰੋਟੇਟ ਕਰਕੇ ਦੇਖਦੇ ਹਾਂ ਜੇ ਰੋਟੇਟ ਹੁੰਦਾ ਹੋਇਆ ਤਾਂ, ਠੀਕ ਆ, ਕਿਉਂਕਿ ਜਿਹੜਾ ਆਪਣੇ ਕੋਲੇ PDF ਆ। ਚਲੋ ਮੈਨੂੰ ਰੋਟੇਟ ਕਰ ਲਿਆ। ਹੁਣ ਦੇਖੋ ਧਿਆਨ ਦੇ ਨਾਲ ਇੱਥੇ ਆਪਣੇ ਕੋਲ ਦਿੱਤਾ ਹੋਇਆ ਵਾ PE, ਇਹਦੀ ਪ੍ਰੋਬੇਬਿਲਿਟੀ ਆਪਣੇ ਕੋਲ ਹੈਗੀ ਆ, ਆਪਾਂ ਥੋੜ੍ਹਾ ਮਾਰਕਰ ਨੂੰ ਵੀ ਛੋਟਾ ਕਰ ਲਈਏ, ਇੱਥੇ ਨਾ ਕਰ ਲਈਏ। ਹੁਣ ਇਹਦੇ ਧਿਆਨ ਦੇ ਨਾਲ ਦੇਖੋ ਜਿਹੜੀ ਮੇਰੇ ਕੋਲੇ PE ਪ੍ਰੋਬੇਬਿਲਿਟੀ ਆ ਉਹ ਕਿੰਨੀ ਦਿੱਤੀ ਹੋਈ ਹੈ ਇੱਥੇ 0.05 ਤੇ ਨੋਟ ਦੀ ਦੱਸਣੀ ਹੈ ਕਿੰਨੀ ਹੈ, ਤਾਂ ਉਹ 1 ਦੇ ਵਿੱਚੋਂ ਮਾਈਨਸ ਕਰ ਦੇਣੇ ਹੁੰਦੇ ਆ। 1 ਦੇ ਵਿੱਚੋਂ 0.05 ਨੂੰ ਜੇ ਮਾਈਨਸ ਕਰਾਂਗੇ ਤਾਂ ਆਪਣੇ ਕੋਲੇ 0.95 ਆ ਜੂ। ਮਾਈਨਸ ਵਿੱਚ ਤਾਂ ਕਦੇ ਹੁੰਦੀ ਨਹੀਂ, ਇਹਦਾ ਕੱਟੇ ਗਿਆ 9 ਵੀ ਨਹੀਂ ਹੋ ਸਕਦਾ ਕਿਉਂਕਿ ਜੇ 5 ਨੂੰ ਮਾਈਨਸ ਕਰਾਂਗੇ ਤਾਂ 5 ਤਾਂ ਪੱਕਾ ਹੀ ਹੋਊਗਾ ਆਨਸਰ ਦੇ ਵਿੱਚ, ਠੀਕ ਆ। ਤਾਂ ਇੰਨਾ ਘੱਟ ਆ ਨਹੀਂ ਸਕਦਾ, ਆਪਣੇ ਕੋਲੇ ਰੋਂਗ ਹੋ ਜਾਣਾ। ਤਾਂ ਆਪਣੇ ਕੋਲੇ ਕੀ ਬਣ ਜਾਣਾ 0.95 ਇਹਦਾ ਕਰੈਕਟ ਆਨਸਰ ਹੋ ਜਾਣਾ ਸੀ। ਚਲੋ ਅੱਗੇ ਦੇਖਦੇ ਹਾਂ। ਤਾਂ 2 tan 30 ਡਿਗਰੀ 2 tan 30 ਡਿਗਰੀ। ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਕੀ ਲਿਖਿਆ ਹੋਇਆ ਇੱਥੇ ਪਤਾ ਨਹੀਂ ਲੱਗ ਰਿਹਾ, ਠੀਕ ਆ। ਤਾਂ ਮੈਂ ਵੀਡੀਓ ਪੌਜ਼ ਕਰਕੇ ਇੱਕ ਵਾਰ ਦੇਖ ਓਕੇ। ਜਿੰਨਾ ਕੁ ਮੈਨੂੰ ਇੱਥੋਂ ਪਤਾ ਲੱਗਿਆ ਸਟੇਟਮੈਂਟ ਨੂੰ ਰੀਡ ਆਊਟ ਕਰਨ ਤੋਂ ਬਾਅਦ ਦੇਖੋ ਮੈਨੂੰ ਲੱਗਦਾ ਕਿ ਇੱਥੇ 2 tan ਥੀਟਾ ਡਿਵਾਈਡਡ ਬਾਈ 1 ਲਿਖਿਆ ਹੋਇਆ ਤੇ ਸਟੇਟਮੈਂਟ ਗਲਤ ਆ ਵੈਸੇ ਤਾਂ ਮੈਨੂੰ ਲੱਗ ਰਿਹਾ ਇੱਥੇ, ਠੀਕ ਆ, ਕਿਉਂਕਿ ਸਟੇਟਮੈਂਟ ਇੱਦਾਂ ਆ ਨਹੀਂ ਸਕਦੀ। ਡਿਵਾਈਡਡ ਬਾਈ 1 ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ। ਉਸ ਤੋਂ ਬਾਅਦ ਦੇਖੋ tan ਸਕੁਅਰ 30 ਡਿਗਰੀ ਲਿਖਿਆ ਹੋਇਆ। ਚਲੋ ਆਪਾਂ ਫਿਰ ਵੀ ਇਹਨੂੰ ਇੱਕ ਵਾਰੀ ਚੈੱਕ ਜ਼ਰੂਰ ਕਰਾਂਗੇ ਆਨਸਰ ਕੀ ਆਊਗਾ ਇਹਦਾ। ਤਾਂ ਦੇਖੋ ਧਿਆਨ ਦੇ ਨਾਲ 2 tan 30 ਡਿਗਰੀ ਆ, ਤਾਂ tan ਜੇ ਆਪਾਂ 30 ਡਿਗਰੀ ਦੀ ਵੈਲਿਊ ਦੇਖੀਏ, ਮਾਰਕਰ ਚੇਂਜ ਕਰ ਲਾਂ, ਜੇਕਰ ਆਪਾਂ tan 30 ਡਿਗਰੀ ਦੀ ਵੈਲਿਊ ਦੇਖੀਏ ਤਾਂ ਆਪਣੇ ਕੋਲ ਕੀ ਹੁੰਦਾ 1/3 ਹੁੰਦਾ, 1/√3 ਹੁੰਦਾ ਸੌਰੀ। ਸਿਮਿਲਰਲੀ ਆਪਾਂ tan 30 ਦੀ ਜੇ ਵੈਲਿਊ ਦੇਖੀ ਤਾਂ 1/√3 ਹੁੰਦਾ ਤਾਂ ਉਹਦਾ ਸਕੁਅਰ ਕਰ ਦਾਂਗੇ, ਇਹ ਬਣ ਜਾਊਗਾ 2/√3 ਪਲੱਸ 1/3। ਹੁਣ ਇਹਨੂੰ ਆਪਾਂ ਸੋਲਵ ਕਰੀਏ ਤਾਂ 2 ਦੇਖੋ 3 ਨਾਲ ਮਲਟੀਪਲਾਈ ਹੋਊਗਾ 2√3 ਐਂਡ ਇੱਧਰ ਮਲਟੀਪਲਾਈ ਹੋਊਗਾ ਤਾਂ ਆਪਣੇ ਕੋਲ ਬਣ ਜਾਣਾ √3 ਡਿਵਾਈਡਡ ਬਾਈ 3√3, ਠੀਕ ਆ। ਹੁਣ ਉੱਪਰ ਦੇਖੋ ਧਿਆਨ ਦੇ ਨਾਲ ਸੌਰੀ ਇੱਥੇ 3 ਆਊਗਾ 3 ਆਊਗਾ, ਠੀਕ ਹੈ। ਐਂਡ ਜੇਕਰ ਆਪਾਂ ਉੱਪਰੋਂ √3 ਕਾਮਨ ਲੈ ਲਈਏ ਤਾਂ ਮੇਰੇ ਕੋਲ ਉੱਪਰ ਕੀ ਬਣਦਾ ਹੁੰਦਾ 2√3 ਪਲੱਸ 1 ਡਿਵਾਈਡਡ ਬਾਈ 3√3। 3√3 ਦੇ ਨਾਲ ਇੱਥੇ ਕੈਂਸਲ ਆਊਟ ਹੋ ਜਾਊਗਾ, ਠੀਕ ਆ। ਤਾਂ ਮੇਰੇ ਕੋਲ ਬਣਿਆ 2√3 ਪਲੱਸ 1 ਡਿਵਾਈਡਡ ਬਾਈ 3। ਇਹ ਤਾਂ ਕਿਸੇ ਦਾ ਆਨਸਰ ਬਣਦਾ ਹੀ ਨਹੀਂ। ਦੇਖੋ ਜਿਵੇਂ ਜਿੰਨੀ ਕਿ ਮੈਨੂੰ ਸਟੇਟਮੈਂਟ ਸਮਝ ਲੱਗੀ ਉਹਦੇ ਅਕੋਰਡਿੰਗਲੀ ਮੈਂ ਦੱਸਤਾ। ਜੇਕਰ ਇੱਥੇ ਐਂ ਲਿਖਿਆ ਹੋਵੇ 2 tan 30 ਡਿਗਰੀ ਡਿਵਾਈਡਡ ਬਾਈ 1, ਜੇ ਇਹ ਚੀਜ਼ ਲਿਖੀ ਹੋਈ ਆ ਫਿਰ ਮੈਂ ਉਹਦਾ ਆਨਸਰ ਦੱਸਿਆ ਹੋਇਆ, ਉਹਦਾ ਆਨਸਰ ਇਹਨਾਂ ਆਪਸ਼ਨ ਦੇ ਵਿੱਚੋਂ ਕੋਈ ਵੀ ਨਹੀਂ ਆਊਗਾ। ਇਹ ਇਨਕਰੈਕਟ ਆਪਣੇ ਕੋਲੇ ਸਟੇਟਮੈਂਟ ਆ, ਠੀਕ ਆ, ਤੇ ਇਹਦੇ ਵਿੱਚੋਂ ਇਹਦਾ ਆਨਸਰ ਨਹੀਂ ਆ ਸਕਦਾ। ਤਾਂ ਜੇ ਬਟ ਇੱਥੇ ਜੇ √1 ਲਿਖਿਆ ਹੋਇਆ ਸੌਰੀ ਜੇ ਆਪਣੇ ਕੋਲ ਇੱਥੇ ਓਬਲੀਕ ਪਾ ਕੇ 1 ਲਿਖਿਆ ਹੋਇਆ ਤਾਂ ਹੀ ਆ, ਜੇ ਆਪਣੇ ਕੋਲ ਓਬਲੀਕ ਪਾ ਕੇ 1 ਇੱਥੇ ਨਾ ਲਿਖਿਆ ਹੋਇਆ ਫਿਰ ਨਹੀਂ ਆਪਾਂ ਇਹਦਾ ਦੱਸ ਸਕਦੇ ਆਨਸਰ, ਠੀਕ ਆ। ਕਿਉਂਕਿ ਮੈਨੂੰ ਇੱਥੇ ਸਟੇਟਮੈਂਟ ਸਮਝ ਨਹੀਂ ਲੱਗ ਰਹੀ ਜਿਵੇਂ ਕਿਸੇ ਬੱਚੇ ਨੇ ਮੈਨੂੰ ਸੈਂਡ ਕੀਤਾ ਹੋਇਆ। ਤਾਂ ਮੈਨੂੰ ਇਹ ਮੰਨ ਕੇ ਚੱਲਿਆ ਕਿ ਲਿਖਿਆ ਵਾ 2√30 ਪਲੱਸ tan ਸਕੁਅਰ 30, ਠੀਕ ਆ, ਮੈਨੂੰ ਇਹ ਮੰਨ ਕੇ ਚੱਲਿਆ ਹੋਇਆ ਵਾ। ਤਾਂ ਜੇ ਆਪਾਂ ਕਿਸੇ ਹੋਰ ਤਰੀਕੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇੱਥੇ ਆਪਣੇ ਕੋਲੇ ਕੀ ਬਣ ਜਾਣਾ tan 30 ਬਣ ਜਾਣਾ, ਠੀਕ ਆ, ਸੇਮ ਚੀਜ਼ ਬਣਨੀ ਹੈ। ਬਟ ਮੈਨੂੰ ਲੱਗਦਾ ਕਿ ਸਟੇਟਮੈਂਟ ਇਹ ਗਲਤ ਆ। ਇਹਨਾਂ ਸਾਰਿਆਂ ਨੂੰ ਇਹਦਾ 1 ਮਾਰਕਸ ਮਿਲੂਗਾ
जे अपने कोले ए बलीक पा के 1 लिखिया होया, ठीक है, तो ये अपने कोले इनकरैक्ट स्टेटमेंट आ। अगे देखते आपां, अगली स्टेटमेंट नूं रीड आउट करते हैं। देखो ध्यान नाल, थोड़ा जिहा मैं एडजस्ट कर ला इसनूं। चलो देखते हैं आपां, द टेंजेंट पी क्यू एट अ पॉइंट पी ऑफ अ सर्कल ऑफ रेडियस 5 सेंटीमीटर। मान लो अपने को एक सर्कल आ एंड इहदा कोई पॉइंट पी आ, पी ते एक टेंजेंट ड्रॉ किया, मीट अ लाइन थ्रू अ सेंटर ओ एट पॉइंट क्यू सो दैट ओ क्यू इज इक्वल टू 12 सेंटीमीटर। फाइंड द लेंथ पी क्यू इज, पी क्यू लेंथ आप फाइंड आउट करनी, मतलब टेंजेंट फाइंड आउट करना। ध्यान देना, देखो ये मेरे को क्यू पॉइंट आ एंड ये मेरे को पी पॉइंट आ, ठीक है, सॉरी पी पॉइंट आर नहीं गा, पी पॉइंट आ एंड इतने मेरे को कितने सेंटर होगा, वो मेरे को ओ पॉइंट होगा एंड इसका रेडियस मेरे को 5 सेंटीमीटर के बना। तो इतने देखो अपने को जो ओ क्यू दिता होया वा, ओ क्यू का जो डिस्टेंस अपने को वो कितना बनता होया, टोटल अपने को 12 बन रहा वा, ठीक है, 12 सेंटीमीटर बन रहा वा एंड आपां नूं उन्होंने पी क्यू फाइंड आउट करने वास्ते क्या होया। तो वह सिंपल जिहा तरीका सी, देखो यदा स्क्वेयर कर दो 144, पाइथागोरस ही लगना सी, तो यदा स्क्वेयर कर दो अपने को कितना बन जाना सी 25 एंड 144 दे विचों जो आप 25 माइनस करांगे तो अपने को कितना आ गया, इत्थे देखो 9 बन जाना सी, इत्थे अपने को 13 दे विचों 1 एंड 1 बनना सी एंड इहदा आपां रूट लैना सी, तो अपने को डी करैक्ट आंसर आ जाना सी, ठीक है। इदां दा सम मैं तुहानूं करवाया होया मैराथन सैशन, जे तुसीं ध्यान नाल देखिया हो तां, ठीक है, मैराथन सैशन दे विच सेम डिटो सम कराया होया। टू इक्वल सर्कल टचेस ईच अदर एक्सटर्नली एट पॉइंट सी ए बी इज़ अ कॉमन टेंजेंट टू अ सर्कल्स। अपने को दो इक्वल सर्कल आ, ठीक है, टचेस ईच अदर एक्सटर्नली, एक्सटर्नल पॉइंट के उपर टच कर रहे अपने को दो इक्वल सर्कल आ, ठीक है, अपने को टू इक्वल सर्कल एक्सटर्नली एक दूजे को टच कर रहे हैं, ठीक है, एक्सटर्नली एट पॉइंट सी, तो सी पॉइंट के उपर एक दूजे को टच कर रहे हैं एंड ए बी इज़ अ कॉमन टेंजेंट, तो दोनों का जो ए बी अपने को एक कॉमन टेंजेंट है, ठीक है। मैं डायग्राम बनाने की कोशिश कर रहा, जे हो सकता कि थोड़ी रेडीमेड ही बन जाए। कॉमन टेंजेंट टू अ सर्कल, दी एंगल अपने को ए सी बी कितना होगा, ठीक है। हुण ध्यान दे नाल देखो ए बी जो अपने को कॉमन टेंजेंट है, इसका मतलब ये मेरे को ए पॉइंट होगा, तो जे मैं यदी गल करा तो मेरे को बी पॉइंट होगा, है ना, इन्ना तो आपको पता लग गया। तो अपने को एक ए पॉइंट एक बी पॉइंट आ एंड जो सी पॉइंट आ वो मेरे को एस पॉइंट के उपर आ, दोनों के जिथे जिथे दोने मीट करते अपने को दोने टच करते हैं, तो वो कहते कि एंगल फाइंड आउट करो ए सी ते बी। देखो जे मैं इतों ड्रॉ करा ये लाइन एंड सिमिलरली मैं इतों आ लाइन ड्रॉ करा, ठीक है, तो मेरे को एक ट्राइंगल बनूगी। ये ट्राइंगल का जो मेरे को एंगल देखो ध्यान नाल, जो मेरे को एंगल बनता उपर वाला आप इसकी वैल्यू फाइंड आउट करनी है, ठीक है। देखो इतने ध्यान दे नाल, जे मैं इतों थोड़ा ड्रॉ करा, इतों मैं एक लाइन ड्रॉ करा, सर्कल से मीट करूँगा, सिमिलरली इतों लाइन ड्रॉ करा भी सर्कल से मीट करूँ, ये एंगल मेरे को होगा 90, ठीक है। तो देखो मेरे को एंज एक ट्रायंगल बन जानी, जे मैं ध्यान नाल तुहानूं दिखावां, ये एक ट्रायंगल बन जानी, एंगल 90 डिग्री हुंदा है ना। उस तो बाद देखो ध्यान दे नाल, ये जिहड़ियां दोने साइड का रेडियस है, इसका मतलब ये एंगल भी मेरे को 45 डिग्री हो गया, ये एंगल भी मेरे को 45 डिग्री हो गया। तो जिहड़ी मेरे को इत्थे ये डायग्राम बनी हुई है, देखो ध्यान दे नाल, ये डायग्राम बनी आ, इहदा जिहड़ा मेरे को इधरला एंगल है 45 डिग्री आ, जिहड़ा मेरे को इधर एंगल बनूगा ये भी मेरे को 45 डिग्री है, ठीक है। तो दोनों का सम हो गया 90, तो एक लाइन के उपर सारे एंगलों का सम 180 होंदा, ये 45 आ, ये भी 45 आ, तो यदा मतलब विचाले वाला एंगल कितना हो गया 90, तो यदा सही आंसर अपने को 90 होना सी, ठीक है। डी अपने को करैक्ट आंसर सीगा, 90 अपने को सही ऑप्शन सी, ठीक है। चलो अगे देखते हैं, 90 अपने को सही आंसर सी। अगली स्टेटमेंट रीड आउट करते हैं एंड फाइंड आउट करने की कोशिश करते हैं। देखो अगे अपने को लिखा हुआ वा, मैं स्टेटमेंट इतने लिख देना 4 सीकेंड स्क्वेयर थीटा माइनस 4 टैन स्क्वेयर थीटा, ये स्टेटमेंट लिखी हुई है, जो तुहानूं नहीं समझ लगी तो इन्हां विचों 4 कॉमन ले लो, तो बाकी अपने को बचा सीकेंड स्क्वेयर थीटा माइनस टैन स्क्वेयर थीटा। सीकेंड स्क्वेयर थीटा माइनस टैन स्क्वेयर थीटा की वैल्यू मेरे को कितनी होंदी है 1, तो इन्हूं मल्टीप्लाई कर दो कितना बन गया 4, ये मतलब डी अपने को होना सी, इत्थे करैक्ट आंसर होना सी, ठीक है। अगली स्टेटमेंट देखते आपां, अगली स्टेटमेंट दे विच मेरे को दो इक्वेशन, एक है 2x माइनस 3y माइनस 7, सैकेंड स्टेटमेंट है मेरे को a प्लस बी एक्स माइनस a प्लस बी माइनस 3y माइनस 4a प्लस बी, ठीक है। ये अपने को की आ, कोई मैं ऐ करदा, देखो जी मैं देख लेना कि जो बाकी अपने को सही होएगा, नहीं तो फिर मैं की करदा कोई होर बच्चे की PDF ले लेना, ठीक है, क्योंकि स्टेटमेंट रीड आउट नहीं हो रही है, तो बाकी PDF भी एक बार चैक कर लगे जेकर अपने को सही ना हुई, ठीक है।
ਤਾਂ ਆਪਾਂ ਕੀ ਕਰਦੇ ਆ, PDF मैं थोड़ी चेंज कर दा। देखो मैं PDF थोड़ी चेंज करती है, ठीक है। PDF हुण अपने कोले थोड़ी क्लीयर आ रही है, अंदर ਇਹਦੇ मैं बाकी सम ਜਿਹੜੇ ਕੀਤੇ ਹੋ ਤਾਂ नहीं करवावांगा, ठीक है। ਆਪਾਂ थोड़ा ਅੱਗੇ ਚੱਲਦੇ ਹਾਂ। देखो ये सारे सम ਕੀਤੇ ਹੋਏ ਆਪਣੇ, एंड ये भी ਕੀਤਾ ਹੋਇਆ। सिमिलरली ਆਪਾਂ ਅੱਗੇ PDF ਤੋਂ ਸਮ ਕੀਤੇ ਹੋਏ ਆ, एंड ਆਪਾਂ ਅੱਗੇ ਚੱਲਦੇ ਹਾਂ। ਇਹ ਵੀ ਕੀਤਾ ਹੋਇਆ ਸਮ 37th ਵੀ ਕੀਤਾ ਹੋਇਆ है ना, एंड 38th भी ਕੀਤਾ ਹੋਇਆ, 39th भी ਕੀਤਾ ਹੋਇਆ ਆਪਣਾ, एंड 40th सम भी ਕੀਤਾ ਹੋਇਆ, 41st भी ਕੀਤਾ ਹੋਇਆ, 42nd भी ਕੀਤਾ ਹੋਇਆ। हाँ देखो ये ਆਪਾਂ ਇਹ ਚੀਜ਼ ਵੀ ਕਲੀਅਰ ਕਰ ਸਕਦੇ ਹਾਂ। ਦੇਖੋ ਇਹਨਾਂ ਨੇ ਇੱਥੇ ਲਿਖਿਆ ਹੋਇਆ ਵਾ, मैं मार्कर थोड़ा चेंज कर ला। देखो इतने ने अबलीक पा के 1 लिखा होया वा, ठीक है। तो अबलीक पा के 1 लिखा होया दा मतलब जिहड़ा अपने कोल आंसर है रॉन्ग आ, ठीक है। तो इत्थे अपने कोल इहदा करैक्ट आंसर नहीं आ सकदा, किसी दे विचों कोई भी ऑप्शन नहीं होगा। वैसे किसी बच्चे ने आंसर ला के आंदा, बट जे आपां ध्यान दे नाल देखीए तो अपने कोल इत्थे 2 tan 30 डिग्री, देखो पहला वाले दे विच मैनूं दिख नहीं रहा सी, मैं तां करके तुहानूं कहा सी। इत्थे अपने कोल क्लीयरली इहदे विच दिख रिहा वा 2 tan 30 डिग्री प्लस अबलीक पा के 1 लिखिਆ होਇਆ कोई मतलब नहीं होंदा, ठीक है। अबलीक पा के 1 लिख देणगे, 1 ਦਾ ਤਾਂ ਕੋਈ ਮਤਲਬ ਨਹੀਂ ਨਾ, ਅਬਲੀਕ ਦੇ ਵਿੱਚ 1 ਤਾਂ ਹੁੰਦਾ ਹੀ ਹੁੰਦਾ ਹਮੇਸ਼ਾ ਹੀ। ਤਾਂ ਇਹ ਪਿਆ ਹੋਇਆ ਆਪਣੇ ਕੋਲ ਸਟੇਟਮੈਂਟ, ਠੀਕ ਆ। ਤਾਂ ਇਹਦਾ ਆਪਸ਼ਨ ਬਣ ਨਹੀਂ ਸਕਦਾ। ਪਰ ਇੱਥੇ ਜੇ ਆਪਾਂ ਧਿਆਨ ਨਾਲ ਦੇਖੀਏ, ਦੇਖੋ ਧਿਆਨ ਨਾਲ, ਇੱਥੇ ਇਦਾਂ ਬਣ ਸਕਦਾ। ਦੇਖੋ ਉਹਨਾਂ ਨੇ ਥੋੜਾ ਲਿਖਣ ਦੇ ਵਿੱਚ ਗਲਤੀ ਕਰਤੀ। ਜੇਕਰ ਆਪਾਂ ਸਮ ਦੇਖੀਏ ਨਾ, ਆਈ ਥਿੰਕ ਕਿ ਮੈਂ ਪੜਿਆ ਹੋਇਆ ਹੈ ਆਪਣੇ ਕੋਲ ਚੈਪਟਰ 8.4 ਦੇ ਵਿੱਚ ਸਮ ਹੈਗਾ ਏ, ਹਨਾ। ਦੇਖੋ ਇਹ ਐਂ ਬਣ ਜੂਗਾ ਫਿਰ, ਜੇ ਬਣਾਉਣਾ ਹੋਇਆ ਨਾ 830 डिग्री एंड उस तो बाद सारा ओबलीक, फिर अपने को 1 प्लस, हाँ देखो ध्यान ना, उत्थे अपने को स्टेटमेंट के समझ तो नहीं लग रहा सी, बट इत्थे थोड़ा क्लीयर दिखन लग गया। तो आपां नूं पता लग गया कि इदां है 2 tan 30 बाय 1 प्लस tan स्क्वायर 30 डिग्री। तो किहदे इक्वल हुंदा, देखो इत्थों वैल्यूज़ भी पुट कर सकते सी आपां, वैसे भी आपां नूं पता sin 2 थीटे दी इक्वल हुंदा वा। तो sin 2 थीटा मतलब 2 थीटे की जगह आपां 30 पुट कर देंगे, तो मतलब अपने को इत्थे sin 60 डिग्री बन जूगा, ठीक है। तो ये अपने को इत्थे करैक्ट आंसर है, रॉन्ग आंसर नहीं गा, ठीक है। ध्यान नाल देख लो, इत्थे ना 1 प्लस ये सारा ओबलीक पाया होया, थोड़ा जिहा आपां नूं ना क्लैरिटी घट करके पेपर दे विच पता नहीं लगा इस चीज़ का। जे आपां इत्थे वैल्यूज़ भी पुट करांगे ना, भावें तुसीं सॉल्व करके देख लो, तो tan जिहड़ा 30 हुंदा उहदी वैल्यू अपने कोल कितनी हुंदी 1/√3, ठीक है। तो 1 प्लस tan 30 की वैल्यू 1/√3 हुंदी, तो स्क्वेयर करांगे बन जाना अपने कोल 1/3, है ना। इहनूं सॉल्व कर लो, तो सॉल्व करांगे तो उपर जिहड़ा अपने कोल इत्थे बन जूगा 2/√3, थल्ले आपां इहनूं सॉल्व करांगे तो अपने कोल बन जूगा ये मल्टीप्लाई करांगे, तो देखो इधर इधर मल्टीप्लाई करांगे तो अपने को बन जाना 3/4 तो अगे आप देखिए 2√3 मल्टीप्लाई 3/4, तो इतों कैंसल आउट हो जाऊगा। इतों आप कैंसल आउट करांगे तो √3 आ जाऊगा, तो √3/2, √3/2 की वैल्यू होंगी है sin 60 की वैल्यू होंगी है। जो तुसीं ऐं भी सॉल्व करते ना, तो ऐं भी आंसर यही होना सी, जां फिर इसकी वैल्यू होनी सी cos 30, तो cos 30 इत्थे है नहीं गा, तो sin 60 अपने को आंसर आऊगा, ठीक है। तो वो समझ थोड़ी क्लैरिटी नहीं, जिहदे करके मैनू थोड़ा डाउट हो गया। तो इत्थे जो थोड़ा देखिया ना ध्यान दे नाल, अपना ओबलीक लग रहा मैनू, है ना ओबलीक, बट मैनू ऐं लगा सी कि ये कल्ला इहदे बाय 1 लिखिया होया, बट उन्होंने सारी स्टेटमेंट का 1 लिखिया होया वा, ठीक है। लिखण वास्ते उन्होंने थोड़ी गलती की है, किसी बच्चे नूं हो सकदा कि चीज़ समझ ना लगी होवे, तो ये थोड़ी गलती की हुई उन्हां दी। चलो अगे आपां देखदे हां, इत्थों तक हो चुके सी अपने कोले, एंड चलो इस जगह ते उपर पहुँच गए सी आपां ना, इत्थों तक अपने सम हो चुके सी। तो देखो अगे अपने को स्टेटमेंट हैगी सीकेंड ए 1 माइनस साइन ए, उस तो बाद अपने को लिखा होया सीकेंड ए प्लस टैन ए, है ना। ध्यान ना देखो, जो मैं सीकेंड नूं 1 नाल मल्टीप्लाई करूँगा तो मेरे को बनूगा सीकेंड ए, जो मैं सीकेंड नूं साइन दे नाल मल्टीप्लाई करूँगा, देखो जिहड़ा साइन आ जो उन्होंने मैं सीकेंड दे नाल मल्टीप्लाई करूँगा, तो जिहड़ा सीकेंड हुंदा मेरे को 1/cos ही तो हुंदा, ते थल्ले मैं 1/cos लिख लूँगा इहनूं, तो मेरे को की बन जूगा टैन, वो मेरे को की बन जूगा टैन। तो यदा मतलब सीकेंड ए माइनस टैन ए इज इक्वल टू सीकेंड ए प्लस टैन ए। तो इत्थे मेरे को आइडेंटिटी बन जूगी a माइनस बी ए प्लस बी, तो वो आइडेंटिटी मेरे को इक्वल होंगी है सीकेंड ए दा स्क्वेयर, सीकेंड स्क्वेयर ए माइनस टैन स्क्वेयर ए, तो मेरे को इक्वल होंदा 1 दे इक्वल होंदा। हुण देखो ध्यान दे नाल, तुसीं इत्थों देखोगे भी ना, जे सामणों जे देखोगे भी तो 2 आंसर कदे भी नहीं आ सकदा, 3 आंसर कदे भी नहीं आ सकदा, जां दा इहदा आंसर 0 आना सी, जां इहदा आंसर 1 आना सी। इहदे विच ही कन्फ्यूजन होनी चाहिदी सी तुहानूं। तुसीं खुद सोचो, जिन्ने भी आपां फॉर्मूले पढ़े होए आ, तो तुहाडे कोल 3 तां फॉर्मूले आ सारे। एक तां अपने कोल हैगा sin स्क्वायर थीटा प्लस cos स्क्वायर थीटा इज इक्वल टू 1, एक तुहाडे कोल हैगा 1 प्लस tan स्क्वायर थीटा इज इक्वल टू सीकेंड स्क्वायर थीटा, एक तुहाडे कोल हैगा 1 प्लस कोसीकेंड स्क्वायर थीटा इज इक्वल टू cot स्क्वायर थीटा। तो सारिਆਂ ਵਿੱਚ 1 आउंदा वा, जां तां सारे दे सारे कैंसल होणगे, सारे दे सारे कैंसल भी नहीं हो सकदे। ये भी देख लो विचाले तां मल्टीप्लीकेशन दा साइन आ, है ना, तो ये भी नहीं हो सकदा सी। तो अपने को 1 आंसर ही आ सकता है, जे तुसीं ना भी सॉल्व करदे, इत्थों भी तुहानूं पता लग जाना सी।
ਦੀ ਵੋਲੀਅਮ ਆਫ ਆ 2 ਸਫੀਅਰ। ਸਫੀਅਰ ਦਾ ਵੋਲੀਅਮ ਦਿੱਤਾ ਹੋਇਆ, ਜੇ ਵੋਲੀਅਮ ਦਿੱਤਾ ਤਾਂ ਆਪਾਂ ਇਹ ਤੋਂ ਸਾਈਡ ਕੱਢ ਲਾਂਗੇ, ਠੀਕ ਆ। ਜਿਹੜਾ ਮੇਰੇ ਕੋਲ 64:27 ਆ, ਤਾਂ ਇਹਨੂੰ ਮੈਂ ਐਂ ਲਿਖ ਸਕਦਾ 4 ਦੀ ਪਾਵਰ 3 ਐਂਡ ਇਹਨੂੰ ਜਿਹੜਾ ਮੇਰੇ ਕੋਲ 27 ਇਹਨੂੰ 3 ਪਾਵਰ 3। ਇਹਦਾ ਮਤਲਬ ਸਾਈਡ ਮੇਰੇ ਕੋਲ ਕਿੰਨੀ ਆ ਗਈ 4 ਤੇ ਦੂਜੀ ਮੇਰੇ ਕੋਲ ਕਿੰਨੀ ਆ ਗਈ 3, ਹੈ ਨਾ। ਦੋ ਆ ਨਾ ਆਪਣੇ ਕੋਲ, ਦੋਨਾਂ ਵਿੱਚੋਂ ਇੱਕ ਦੀ ਸਾਈਡ ਆ ਗਈ 4, ਇੱਕ ਦੀ ਹੈਗੀ 3। ਤਾਂ ਜੇ ਸਫੀਅਰ ਆ ਤਾਂ ਇਹਦਾ ਮਤਲਬ ਇਹ ਰੇਡੀਅਸ ਆ, ਇੱਕ ਦਾ ਰੇਡੀਅਸ 4 ਆ, ਦੂਜੇ ਦਾ ਕਿੰਨਾ ਵਾ 3 ਆ। ਤਾਂ ਉਹਨੇ ਕੀ ਕਿਹਾ ਸਰਫੇਸ ਏਰੀਆ ਪਤਾ ਕਰੋ। ਸਰਫੇਸ ਏਰੀਆ ਇਹਨਾਂ ਦਾ ਕੀ ਹੁੰਦਾ ਸਕੁਅਰ ਹੁੰਦਾ, ਤਾਂ ਇੱਥੇ 16 ਆ ਜਾਣਾ ਸੀ, ਇਹਦਾ ਸਕੁਅਰ ਕਰ ਦੇਣਾ ਸੀ ਤਾਂ 9 ਆ ਜਾਣਾ ਸੀ। ਇਹਦਾ ਮਤਲਬ ਮੇਰੇ ਕੋਲ ਕੀ ਬਣ ਜਾਣਾ ਸੀ 16:9 ਆਂਸਰ ਆ ਜਾਣਾ ਸੀ, ਠੀਕ ਆ। ਸ਼ਾਰਟਕਟ ਜੇ ਤਰੀਕੇ ਨਾਲ ਹੀ ਕਰਨਾ ਸੀ। ਵੋਲੀਅਮ ਆਫ ਕੋਨ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਕਿ ਸਾਰੇ ਦੇ ਸਾਰੇ ਫਾਰਮੂਲੇ ਪੜ੍ਹ ਕੇ ਜਾਇਓ। ਮੈਰਾਥਨ ਸੈਸ਼ਨ ਜੇ ਤੁਸੀਂ ਦੇਖਿਆ ਹੋਊਗਾ ਨਾ ਫਿਰ ਤੁਹਾਡਾ ਪੇਪਰ ਬਹੁਤ ਵਧੀਆ ਹੋਇਆ ਹੋਊਗਾ। ਜੇ ਇੱਕ ਅੱਧਾ ਗਲਤ ਵੀ ਹੋ ਗਿਆ ਨਾ, 4-5 ਵੀ ਗਲਤ ਹੋ ਗਏ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਤੁਸੀਂ 70+ ਲੈ ਜਾਓਗੇ ਤਾਂ ਮੋਰ ਦੈਨ ਇਨਫ ਆ। 50 ਵੀ ਲੈ ਜਾਓਗੇ ਚਲੋ ਫਿਰ ਵੀ ਪਾਸ ਤਾਂ ਹੈਗੇ ਆ, ਬਟ ਐਂ ਹੁੰਦਾ ਕਿ ਆਪਾਂ ਨੂੰ ਸਕੂਲ ਨੇੜੇ ਤੇੜ ਨਹੀਂ ਮਿਲਦਾ ਜਿਹੜੀ ਆਪਾਂ ਚਾਹੁੰਦੇ ਹੁੰਦੇ ਕਿ ਮੈਨੂੰ ਆਹ ਸਕੂਲ ਮਿਲ ਜੇ। ਬਟ ਜੇ 70+ ਆ ਤਾਂ ਤੁਸੀਂ ਮਤਲਬ ਜਿਹੜਾ ਵੀ ਤੁਸੀਂ ਸਕੂਲ ਚਾਹੋਗੇ ਤੁਹਾਨੂੰ ਮਿਲ ਜਾਊਗਾ। ਤੇ 70+ ਤੁਹਾਡੇ ਆ ਜਾਣੇ ਚਾਹੀਦੇ ਜੇਕਰ ਤੁਸੀਂ ਮੈਰਾਥਨ ਸੈਸ਼ਨ ਸਾਰੇ ਚੰਗੀ ਤਰ੍ਹਾਂ ਦੇਖੇ ਹੋਣਗੇ। ਦੇਖੋ ਮੇਰੇ ਕੋਲ ਜੇ ਸਿਲੰਡਰ ਦੀ ਆਪਾਂ ਗੱਲ ਕਰੀਏ, ਸਿਲੰਡਰ ਦੀ ਤਾਂ πr² ਹੁੰਦਾ, ਤੇ ਜੇ ਆਪਾਂ ਕੋਨ ਦੀ ਗੱਲ ਕਰੀਏ ਉਹਦੇ ਅੱਗੇ 1/3 ਲੱਗ ਜਾਂਦਾ ਹੁੰਦਾ, ਤਾਂ ਆਪਣੇ ਕੋਲੇ C ਕਰੈਕਟ ਆਂਸਰ ਆ ਜਾਣਾ ਸੀ ਇਹਦਾ। ਅੱਗੇ ਦੇਖੋ ਆਪਣੇ ਕੋਲੇ ਕੀ ਕਹਿੰਦੇ, ਆਪਣੇ ਕੋਲੇ ABC ਟ੍ਰਾਇੰਗਲ ਆ, ਤੇ ਇਹਦੇ ਵਿੱਚ ਆਪਣੇ ਕੋਲੇ ਦੈਨ ਦੀ ਐਂਗਲ ਵਿਲ ਵੀ ਰਾਈਟ ਐਂਗਲ ਕਿਹੜਾ ਹੋਊਗਾ। ਹੁਣ ਧਿਆਨ ਦੇ ਨਾਲ ਦੇਖੋ, ਇੱਧਰਲੇ ਪਾਸੇ ਜਿਹੜਾ ਵੀ ਕਾਮਨ ਡਿਜਿਟ ਹੁੰਦਾ ਨਾ ਉਹੀ ਰਾਈਟ ਐਂਗਲ ਹੁੰਦਾ। ਤਾਂ ਕਾਮਨ ਆਪਣੇ ਕੋਲ ਇੱਥੇ ਕੀ ਆ B ਹੈ, ਇਹਦਾ ਮਤਲਬ B ਆਪਣੇ ਕੋਲ ਸਹੀ ਆਂਸਰ ਸੀ, ਠੀਕ ਹੈ। ਤਾਂ B ਆਪਣੇ ਕੋਲ ਇਹਦਾ ਸਹੀ ਆਂਸਰ ਹੈਗਾ। ਇੱਥੇ ਦੇਖੋ ਧਿਆਨ ਨਾਲ ਆਪਣੇ ਕੋਲ ਕੀ ਲਿਖਿਆ ਹੋਇਆ 1 + tan A ਡਿਵਾਈਡਡ ਬਾਈ 1 + cot A, ਇਹੀ ਲਿਖਿਆ ਹੋਇਆ ਨਾ ਇੱਥੇ ਆਪਣੇ ਕੋਲੇ। ਤਾਂ ਉਹ ਕਹਿੰਦੇ ਦੱਸੋ ਵੀ ਇਹ ਕਿਹਦੇ ਇਕੁਅਲ ਹੋਊਗਾ। ਦੇਖੋ ਜੇ ਤੁਸੀਂ ਇੱਥੇ -1 ਲਾ ਕੇ ਆਂਦਾ ਤਾਂ ਤੁਸੀਂ ਇਹਦੇ ਵਿੱਚ ਕੋਈ ਵੈਲਿਊ ਭਰ ਕੇ ਦੇਖ ਲੈਣੀ ਸੀ ਪਹਿਲਾਂ। ਜੇ ਵੈਲਿਊ ਵੀ ਆਪਾਂ ਇੱਥੇ ਭਰ ਕੇ ਦੇਖਦੇ ਤਾਂ ਉੱਥੋਂ ਵੀ ਆਪਾਂ ਨੂੰ ਪਤਾ ਲੱਗ ਜਾਣਾ ਸੀ -1 ਨਹੀਂ ਹੋਣਾ, ਠੀਕ ਆ। ਵੈਲਿਊ ਕੋਈ ਵੀ ਭਰ ਕੇ ਦੇਖ ਸਕਦੇ। ਜਦੋਂ ਆਪਣੇ ਕੋਲ ਆਂਸਰ ਨੰਬਰਾਂ ਦੇ ਵਿੱਚ ਦਿੱਤਾ ਹੋਵੇ ਨਾ, ਤੁਸੀਂ ਕੋਈ ਵੀ ਵੈਲਿਊ ਭਰ ਦਿਓ ਇਹਦੀ, ਠੀਕ ਹੈ। 0 ਭਰ ਦਿਓ, ਭਾਵੇਂ 30 ਭਰ ਦਿਓ, ਭਾਵੇਂ 60 ਭਰ ਦਿਓ, ਜੋ ਮਰਜ਼ੀ ਭਰ ਦਿਓ, ਹੈ ਨਾ, ਭਰ ਕੇ ਦੇਖ ਸਕਦੇ ਸੀ। ਚਲੋ ਜੇ ਹੋ ਗਿਆ ਤਾਂ ਹੁਣ ਅੱਗੇ ਆਪਾਂ ਦੇਖਦੇ ਆਂਸਰ ਕੀ ਆਊਗਾ ਇਹਦਾ। ਆਂਸਰ ਇਹਦਾ ਕੀ ਸੀ, ਤੁਸੀਂ ਉੱਪਰ cot ਨਾਲ ਮਲਟੀਪਲਾਈ ਕਰਨਾ ਸੀ। ਜੇਕਰ ਮੈਂ ਉੱਪਰ cot ਨਾਲ ਮਲਟੀਪਲਾਈ ਕਰਦਾ, ਧਿਆਨ ਨਾਲ ਦੇਖੋ, ਤਾਂ ਮੈਂ ਪਹਿਲੇ ਇਹਨੂੰ cot ਨਾਲ ਮਲਟੀਪਲਾਈ ਕਰੂੰਗਾ, ਠੀਕ ਹੈ। ਮੈਂ ਚਲੋ ਥੋੜਾ ਥੱਲੇ ਲਿਖਦਾ ਇਹਨੂੰ, ਠੀਕ ਹੈ, ਮਾਰਕਰ ਚੇਂਜ ਕਰਕੇ ਨਾ। ਦੇਖੋ ਉੱਪਰ ਥੱਲੇ cot ਨਾਲ ਮਲਟੀਪਲਾਈ ਕਰ ਦਿਓ। ਦੇਖੋ ਪਹਿਲਾਂ ਮੈਂ 1 ਨੂੰ cot ਨਾਲ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲ ਬਣ ਜਾਣਾ ਸੀ cot A। ਜਦੋਂ ਮੈਂ tan ਨੂੰ cot ਨਾਲ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲੇ 1 ਆ ਜਾਊਗਾ, ਕਿਉਂਕਿ tan ਤੇ cot ਦੋਨੇ ਇੱਕ ਦੂਜੇ ਨਾਲ ਕੱਟੇ ਜਾਂਦੇ ਹੁੰਦੇ ਆ। ਜੇ ਮੈਂ ਕਿਤੇ cot A ਤੇ tan A ਲਿਖਿਆ ਹੁੰਦਾ ਨਾ ਤਾਂ ਉਹ ਦੋਨੇ ਕੱਟੇ ਜਾਂਦੇ ਹੁੰਦੇ, ਤਾਂ 1 ਆ ਜਾਣਾ ਸੀ। ਤਾਂ ਥੱਲੇ ਜਿਹੜਾ ਮੇਰੇ ਕੋਲੇ cot A ਸੀ ਉਹਨੂੰ ਮੈਂ ਮਲਟੀਪਲਾਈ ਨਹੀਂ ਕਰਨਾ ਸੀ, ਉਹਨੂੰ ਮੈਂ ਆਈ ਰੱਖਣਾ ਸੀ। ਤਾਂ ਇੱਥੇ ਮੇਰੇ ਕੋਲ ਬਣ ਜਾਣਾ ਸੀ cot A। ਹੁਣ cot A ਦੇ ਨਾਲ cot A ਕੱਟਿਆ ਜਾਣਾ ਸੀ, ਮੇਰੇ ਕੋਲ ਕੀ ਬਣ ਜਾਣਾ ਸੀ 1/cot A। ਹੁਣ ਜਿਹੜਾ ਮੇਰੇ ਕੋਲੇ 1/cot A ਆ, ਇਹੀ ਮੇਰੇ ਕੋਲੇ ਕਿਹਦੀ ਇਕੁਅਲ ਹੁੰਦਾ, tan A ਦੀ ਇਕੁਅਲ ਹੁੰਦਾ। ਜਾਂ ਫਿਰ ਤੁਸੀਂ tan ਨਾਲ ਮਲਟੀਪਲਾਈ ਕਰ ਦਿੰਦੇ ਤਾਂ ਵੀ ਆਂਸਰ ਆ ਜਾਣਾ ਸੀ, ਠੀਕ ਆ। ਤਾਂ cot ਵੀ ਨਹੀਂ ਆ ਸਕਦਾ, secant ਵੀ ਨਹੀਂ ਆ ਸਕਦਾ। ਜੇ ਤੁਸੀਂ tan ਨਾਲ ਵੀ ਮਲਟੀਪਲਾਈ ਕਰੋਗੇ, ਉੱਪਰ ਵਾਲੇ ਨੇ tan ਨੂੰ ਮਲਟੀਪਲਾਈ ਕਰਨਾ ਨਹੀਂ, ਉਹਨੂੰ ਆਈ ਛੱਡ ਦੇਣਾ ਸੀ ਆਪਾਂ, ਉੱਪਰ ਵਾਲੇ tan ਨੂੰ ਆਈ ਛੱਡ ਦੇਣਾ ਸੀ, ਹੈ ਨਾ। ਥੱਲੇ ਜਦੋਂ tan ਨਾਲ 1 ਨੂੰ ਮਲਟੀਪਲਾਈ ਕਰਨਾ ਸੀ ਤਾਂ ਆਪਣੇ ਕੋਲ ਬਣ ਜਾਣਾ ਸੀ tan A, ਤੇ ਜਦੋਂ tan ਨੂੰ cot ਨਾਲ ਮਲਟੀਪਲਾਈ ਕਰਨਾ ਸੀ 1 ਬਣ ਜਾਣਾ ਸੀ। ਇਹਨਾਂ ਦੋਨਾਂ ਨੇ ਕੱਟੇ ਜਾਣਾ ਸੀ, ਤਾਂ ਉੱਥੇ ਆਪਣੇ ਕੋਲ ਬਣ ਜਾਣਾ ਸੀ tan A। ਤਾਂ tan A ਆਪਣੇ ਕੋਲ ਜਿਹੜਾ D ਸੀ ਇਹਦਾ, ਇਹ ਸਹੀ ਆਂਸਰ ਆਪਣੇ ਕੋਲ D ਸੀ ਇਹਦਾ, ਕਰੈਕਟ ਆਂਸਰ tan A ਆਪਣੇ ਕੋਲ। If the angle of a sun is a 60 degree, then the height of a vertical tower that will cast a shadow of length। ਦੇਖੋ ਨੇ ਜਿਹੜਾ ਆਪਣੇ ਕੋਲੇ ਸ਼ੈਡੋ ਆ ਨਾ ਉਹਦੀ ਲੈਂਥ ਦੱਸੀ ਹੋਈ ਆ। ਹੁਣ ਧਿਆਨ ਨਾਲ ਦੇਖੋ, ਜਿਹੜਾ ਮੇਰੇ ਕੋਲੇ ਐਂਗਲ ਬਣਦਾ ਹੋਇਆ ਉਹ ਬਣਦਾ ਹੋਇਆ ਵਾ 60 ਡਿਗਰੀ, ਹੈ ਨਾ। ਐਂਗਲ ਕਿਹੜਾ ਬਣਦਾ 60 ਡਿਗਰੀ, ਐਂਡ ਜਿਹੜਾ ਸ਼ੈਡੋ ਉਹ ਕਿੰਨਾ ਮੇਰੇ ਕੋਲੇ 30 ਮੀਟਰ ਆ। ਤਾਂ ਉਹ ਕਹਿੰਦੇ ਵੀ ਇਹਦੀ ਲੈਂਥ ਫਾਈਂਡ ਆਊਟ ਕਰੋ, ਸੌਰੀ ਮੇਰੇ ਕੋਲ ਇਹਦੀ ਹਾਈਟ ਫਾਈਂਡ ਆਊਟ ਕਰੋ, ਟਾਵਰ ਦੀ ਕਿੰਨੀ ਹੋਊਗੀ। ਤਾਂ ਜੇ ਮੈਂ ਟਾਵਰ ਦੀ ਹਾਈਟ ਨੂੰ x ਲੈ ਲੂੰਗਾ ਜਾਂ ਮੈਂ h ਲੈ ਲੂੰਗਾ, ਹੈ ਨਾ। ਤਾਂ ਮੇਰੇ ਕੋਲੇ tan θ ਹੁੰਦਾ, ਮੈਂ tan 60 ਡਿਗਰੀ ਕਿਹਦੀ ਇਕੁਅਲ ਹੋਊਗਾ x/30 ਦੇ, ਕਿਉਂਕਿ ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼ ਹੁੰਦਾ। tan 60 ਦੀ ਵੈਲਿਊ ਮੇਰੇ ਕੋਲ √3 ਹੁੰਦੀ ਹੈ, ਤੇ ਇੱਥੇ ਮੇਰੇ ਕੋਲ x ਆ ਤੇ ਇੱਥੇ ਮੇਰੇ ਕੋਲ 30 ਹੈ। ਇਹਨੇ ਇੱਧਰ ਮਲਟੀਪਲਾਈ ਹੋ ਜਾਣਾ ਸੀ, ਇਹ ਬਣ ਜਾਣਾ ਸੀ 30 √3 = x। ਤਾਂ ਮੇਰੇ ਕੋਲੇ C ਜਿਹੜਾ ਹੋਣਾ ਸੀ ਇਹਦਾ ਕਰੈਕਟ ਆਂਸਰ ਹੋਣਾ ਸੀ, ਕਿਉਂਕਿ 30 √3 ਮੇਰੇ ਕੋਲੇ ਕੀ ਬਣ ਜਾਣਾ ਸੀ, ਟਾਵਰ ਬਣ ਜਾਣਾ ਸੀ, ਠੀਕ ਹੈ। ਬਹੁਤ ਹੀ ਜ਼ਿਆਦਾ ਈਜ਼ੀ ਜੇ ਸਮ ਸੀਗੇ ਆਪਣੇ ਕੋਲ, ਬਾਹਲੇ ਜ਼ਿਆਦਾ ਔਖੇ ਨਹੀਂ ਆਪਾਂ ਕਹਿ ਸਕਦੇ ਕਿ ਜਿਹੜੇ ਆਪਾਂ ਤੋਂ ਹੋ ਹੀ ਨਹੀਂ ਸਕਦੇ ਸੀ ਜੇ ਆਪਾਂ ਥੋੜ੍ਹਾ ਜਿਹਾ ਵੀ ਪ੍ਰੈਕਟਿਸ ਕੀਤੀ ਹੋ ਧਿਆਨ ਦੇ ਨਾਲ। ਦੀ ਮਿੰਟ ਹੈਂਡ ਆਫ ਆ ਕਲੋਕ, ਜਿਹੜਾ ਮਿੰਟ ਹੈਂਡ ਕਲੋਕ ਦਾ ਹੁੰਦਾ ਵਾ, ਹੈ ਨਾ, ਮਿੰਟ ਹੈਂਡ ਹੁੰਦਾ ਨਾ ਕਲੋਕ ਦਾ, ਉਹ ਰੇਡੀਅਸ ਹੁੰਦਾ ਆਪਣੇ ਕੋਲੇ, ਕਿਸੇ ਵੀ ਸਰਕਲ ਦਾ ਰੇਡੀਅਸ ਹੁੰਦਾ ਵਾ। ਤੇ ਇਹਦਾ ਮਤਲਬ 14 ਸੈਂਟੀਮੀਟਰ ਦਾ ਆਪਣੇ ਕੋਲੇ ਰੇਡੀਅਸ ਹੋ ਗਿਆ। 5 ਮਿੰਟ ਦੇ ਵਿੱਚ ਉਹ ਕਿੰਨਾ ਏਰੀਆ ਸਵਿਫਟ ਕਰੂਗੀ, ਆਪਾਂ ਇਹ ਫਾਈਂਡ ਆਊਟ ਕਰਨਾ ਵਾ। ਹੁਣ ਤੁਸੀਂ ਧਿਆਨ ਨਾਲ ਦੇਖੋ ਟੋਟਲ ਕਿੰਨੇ ਮਿੰਟ ਹੁੰਦੇ ਆ। ਜੇ ਮੈਂ ਕਿਸੇ ਇੱਕ ਪੁਆਇੰਟ ਤੋਂ ਸ਼ੁਰੂ ਕਰਕੇ ਉੱਤੋਂ ਦੀ ਘੁੰਮ ਕੇ ਆਵਾਂ ਤਾਂ 60 ਮਿੰਟ ਹੁੰਦੇ ਆ। ਇਹਦਾ ਮਤਲਬ 5 ਮਿੰਟ ਦਾ ਮੈਂ ਏਰੀਆ ਫਾਈਂਡ ਆਊਟ ਕਰਨਾ। ਟੋਟਲ ਕਿੰਨੇ ਮਿੰਟ ਹੁੰਦੇ ਆ 60, ਹੈ ਨਾ। ਤਾਂ ਉਸ ਤੋਂ ਬਾਅਦ ਏਰੀਆ ਦਾ ਫਾਰਮੂਲਾ ਮੇਰੇ ਕੋਲ ਕੀ ਹੁੰਦਾ πr²।
पाई की वैल्यू 22/7, आर की वैल्यू इतने कितनी है 14 मल्टीप्लाई 14, यही हो गया। तो इतों कैंसल आउट कर लो, देखो जो मैं 5 से कैंसल आउट करा 16 तो अपने को कितना आ जाऊगा 12 आ जाऊगा। उस तो बाद जो मैं 7 से कैंसल आउट करा, ठीक है, तो इतने कैंसल आउट करते मेरे को 2 आ जाऊगा। जे मैं उस तो बाद फिर 2 से कैंसल आउट करा तो मेरे को 6 आ जाऊगा, फिर मैं 6 से कैंसल आउट करा तो मेरे को 3 आ जाऊगा, एंड इतने मेरे को कितना आ जाऊगा 11 आ जाऊगा। हुण मैं 40 ਨੂੰ 11 से मल्टीप्लाई करा तो मेरे को 154 होंदा, थल्ले कितना आ जाना 3, ਇਹਦਾ मतलब बी अपने को सही आंसर होना सी ਇਹਦਾ, ठीक है, बी अपने को सही आंसर होना सी। हुण क्या तो 5 मिनट ਉਹਨੇ ਕਿਹਾ ਹੋਇਆ ਵਾ, ध्यान ਨਾਲ देखो ना, ਉਹਨੇ 5 ਮਿੰਟ ਕਿਹਾ ਹੋਇਆ ਤਾਂ 5/60 ਆ, ਸਾਰੇ 60 ਮਿੰਟ ਹੁੰਦੇ ਨਾ, ਤਾਂ 5/60 ਕਰ ਦੇਣਾ ਸੀ, 22/7 ਤੇ ਉਹ ਸਾਰਾ ਆਪਣੇ ਕੋਲ ਆਂਸਰ ਆ ਜਾਣਾ ਸੀ ਉਹਨਾਂ ਦੇ ਵਿੱਚੋਂ ਕੋਈ ਵੀ। ਦੇਖੋ ਉਹਨੇ ਕਿਹਾ ਹੋਇਆ डिस्टेंस फाइंड आउट करो, देखो मैं तो शॉर्टकट ना कराया ਸੀ, ਹੁਣ ਤੁਸੀਂ ਜਿਵੇਂ ਵੀ ਕੀਤਾ ਹੋਊਗਾ ਮੈਨੂੰ ਤਾਂ ਪਤਾ ਨਹੀਂ ਹੈ ਨਾ। ਤਾਂ ਮੈਂ ਸ਼ਾਰਟਕਟ ਨਾਲ ਕੀ ਕਿਹਾ ਸੀ, ਜੇ ਦੋਨਾਂ ਦੇ ਆਂਸਰ ਆਪਣੇ ਕੋਲ ਦੋਨਾਂ ਦੇ ਸਾਈਨ ਸੇਮ ਆ ਤਾਂ ਇਹਨਾਂ ਨੂੰ ਮਾਈਨਸ ਕਰ ਲਓ, ਤਾਂ 4 ਦੇ ਵਿੱਚੋਂ 2 ਮਾਈਨਸ ਕੀਤਾ 2, 2 ਦਾ ਸਕੁਅਰ ਕਿੰਨਾ ਹੁੰਦਾ 4। ਉਸ ਤੋਂ ਬਾਅਦ 3 ਦੇ ਵਿੱਚੋਂ 1 ਮਾਈਨਸ ਕੀਤਾ 2, 2 ਦਾ ਸਕੁਅਰ ਕਿੰਨਾ ਹੁੰਦਾ 4, ਤੇ ਇਹਨਾਂ ਦੋਨਾਂ ਨੂੰ ਐਡ ਕਰ ਲਓ, ਕਿੰਨਾ ਬਣ ਗਿਆ 8, 8 ਦਾ ਰੂਟ ਮੇਰੇ ਕੋਲ ਆਂਸਰ ਆਇਆ ਨਾ ਸੀ। ਹੁਣ ਕਿਤੇ ਵੀ ਮੇਰੇ ਕੋਲ 8 ਰੂਟ ਪਿਆ ਨਹੀਂ ਹੋਇਆ, ਬਟ ਜਦੋਂ ਮੈਂ 8 ਰੂਟ ਨੂੰ ਕਨਵਰਟ ਕਰਦਾ ਹੁੰਦਾ, ਦੇਖੋ ਮੈਂ ਇਹਦਾ ਐਲਸੀਐਮ ਲੈ ਲੈਣਾ, 2 ਤੇ ਗਿਆ 4, 2 ਤੇ ਗਿਆ 2, 2 ਤੇ ਗਿਆ 1, ਤਾਂ ਜਿਹਦਾ ਪੇਅਰ ਬਣਦਾ ਹੁੰਦਾ ਉਹ ਮੇਰੇ ਕੋਲ ਬਾਹਰ ਆ ਜਾਂਦਾ ਹੁੰਦਾ, ਇੱਥੇ ਮੇਰੇ ਕੋਲ 2 ਆ ਜਾਂਦਾ ਹੁੰਦਾ, ਤਾਂ ਮੇਰੇ ਕੋਲ ਸੀ ਕਰੈਕਟ ਆਂਸਰ ਸੀ ਇਹਦਾ, ਜੇ ਤੁਸੀਂ ਧਿਆਨ ਨਾਲ ਸਮ ਕੀਤਾ ਹੋਊਗਾ ਤਾਂ। ਉਸ ਤੋਂ ਬਾਅਦ ਦੇਖੋ ਉਹਨੇ ਕੀ ਕਿਹਾ ਵਾ, nth ਟਰਮ ਫਾइंड ਆਊਟ ਕਰੋ, ਇਹਦੀ ਕਿਹੜੀ ਟਰਮ ਫਾइंड ਆਊਟ ਕਰਨ ਵਾਸਤੇ ਕਿ nth, ਦੇਖੋ ਇੱਥੇ ਆਪਣੇ ਕੋਲੇ 5 ਲਿਖਿਆ, 11 ਲਿਖਿਆ, ਇੱਥੇ 17 ਲਿਖਿਆ, ਇੱਥੇ 23 ਲਿਖਿਆ, ਐਂਡ ਸੋ ਔਨ, ਹੈ ਨਾ। ਇਹ ਮੇਰੇ ਕੋਲੇ ਕਿੰਨਾ ਇੱਥੇ 5, ਡੀ ਮੇਰੇ ਕੋਲ ਕਿੰਨਾ ਇੱਥੇ 11 ਮਾਈਨਸ 5 ਕਿੰਨਾ ਬਣ ਜੂਗਾ ਮੇਰੇ ਕੋਲ 6, ਤਾਂ ਇੱਥੇ ਦੇਖੋ ਮੇਰੇ ਕੋਲੇ ਡੀ ਕਿੰਨਾ ਆ ਜਾਊਗਾ 6 ਆ ਜਾਊਗਾ। ਐਂਡ ਉਹਨੇ ਕੀ ਕਿਹਾ ਹੋਇਆ ਵਾ nth ਟਰਮ ਫਾइंड ਆਊਟ ਕਰਨੀ ਆ, ਕਰਨਾ ਬਸ ਕੁਛ ਨਹੀਂ ਸੀ, ਜਿੱਥੇ n ਲਿਖਿਆ ਹੋਇਆ ਫਾਰਮੂਲੇ ਦੇ ਵਿੱਚ ਉੱਥੇ n ਭਰਨਾ ਨਹੀਂ, ਬਸ ਆਪਾਂ n ਉਵੇਂ ਹੀ ਛੱਡ ਦੇਣਾ, ਬਾਕੀ ਚੀਜ਼ਾਂ ਭਰ ਦਿਓ। ਇਹ ਕਿੰਨਾ ਆ ਗਿਆ ਸੀ 5, ਹੈ ਨਾ, ਤੇ n ਭਰਨਾ ਹੀ ਨਹੀਂ ਸੀ, ਉਵੇਂ ਹੀ ਲਿਖ ਦੇਣਾ ਸੀ। ਡੀ ਕਿੰਨਾ ਮੇਰੇ ਕੋਲੇ 6, ਤਾਂ ਮੇਰੇ ਕੋਲੇ ਕਿੰਨਾ ਬਣ ਗਿਆ 5 + 6n - 6, ਤੇ ਬਣ ਗਿਆ ਮੇਰੇ ਕੋਲੇ 6n - 1, ਤਾਂ ਆਪਣੇ ਕੋਲੇ ਬੀ ਇਹਦਾ ਕੀ ਸੀ ਕਰੈਕਟ ਆਂਸਰ ਆਉਣਾ ਸੀ। ਸਮਝ ਲੱਗੀ ਇਹ ਚੀਜ਼, ਸਟੇਟਮੈਂਟ ਬਿਲਕੁਲ ਈਜੀ ਜਿਹਾ ਸਮ ਸੀ, ਕੁਛ ਕਰਨ ਵਾਲਾ ਵਿੱਚ ਹੈ ਨਹੀਂ ਸੀ ਇਹਦੇ, ਹੈ ਨਾ, ਬਹੁਤ ਜ਼ਿਆਦਾ ਈਜ਼ੀ ਸਮ ਦਿੱਤੇ ਹੋਏ ਆ ਸਰ ਉਹਨਾਂ ਨੇ। -4 इज़ दी जीरो ऑफ दी पॉलीनोमीअल, जे दी जीरो आ पॉलीनोमीअल मैं लिख देना, जो तुहानूं क्लीयर नहीं इत्थे ध्यान नाल देखो, मेरे कोल ये पॉलीनोमीअल आ, ते इहदी जिहड़ी जीरो आ, जीरो मतलब की है कि इहदे विच जे आपां उहदी वैल्यू भर गए x दी थां ते जीरो बनूगा सारा, है ना। तो -4 आ, तो जे मैं इत्थे x की जगह -4 भरदा, जिथे जिथे भी मेरे कोल x आ उत्थे उत्थे मैं -4 भर देना, बस कुछ नहीं करना होर तुसीं। तो उस तों बाद इहनूं जीरो दे इक्वल कर देना, तो इहनूं सॉल्व कर लो, की रह गया इहदे विच -4 का स्क्वेयर मेरे को 16 होंगे, इतने माइनस ना माइनस कटैन है, मेरे को बन जाना +4, ब्रैकेट ओपन करांगे तो दोनों मूहरे माइनस आऊगा, 2k के मूहरे भी तो 2 के मूहरे भी माइनस आऊगा, है ना। हुण देखो इन्हों ध्यान दे नाल, इत्थों मैं 16 दे विच 16 विच 4 ऐड करा तो मेरे को कितना होंदा 20, तो 20 दे विचों बाद विच मैं 2 माइनस कर दूंगा, चलो मैं अगली नैक्सट लाइन च कर देना। हुण 20 दे विचों मैं 2 माइनस किया, कितना आ गया मेरे को 18 - 2k = 0, एंड इस साइड ते मेरे को 2k जाऊगा तो बन जाना 2k, एंड 2 से मैं डिवाइड करूँगा तो k मेरे को कितना बन जाना 9, ਇਹਦਾ मतलब सी मेरे को इतने करैक्ट आंसर होना सी, 9 = k बन जाना सी, ठीक है। अगली स्टेटमेंट जो देखिए आप, अगली स्टेटमेंट अपने को की दी है 2x - 3y, आप ये समझते सी ना जो आप प्रीवियस छड्डिया सी वीडियो आप ना, तो चलो कोई सम छुटना नहीं चाहिए, आप सारी कर लाँगे। तो ये अपने को बन गई अगे नैक्सट अपने को लिखा हुआ उन्होंने a + b x - a + b - 3y = 4a + b, तो वो कहते हैं कहते रिप्रजेंट दी कोइंसीडेंट लाइन्स, उन्होंने कोइंसीडेंट लाइन को रिप्रजेंट किया वा। हुण कोइंसीडेंट लाइन किहड़ियां होंदियां, जिहड़ियां जमा एक दूजे के उपर होंदियां, इहदा फार्मूला अपने कोल की हुंदा a1/a2 = b1/b2 = c1/c2, तो वैल्यू कर लो इक्वल, देखो हुण 2 मेरे को की आऊगा a + b, है ना। उस तो बाद देखो इन्होंने दोनों मूहरे माइनस लगा होया, तो माइनस लिखने की लोड़ नहीं होंदी, जे दोनों मूहरे माइनस होवे ना तो माइनस भावें लिखो ही ना, तो इत्थे मेरे को बन जाना 3/a + b - 3, एंड 7 मेरे को की बन जाना सी 4a + b, है ना। इन्हां सारिਆਂ ਨੂੰ मैं इक्वल करता। हुण उस तो बाद उन्हें की कहा वा कि फाइंड आउट करो कि जिहड़े थल्ले मेरे को नंबर दिते हुए उन्हां दे विचों मेरी करैक्ट स्टेटमेंट किहड़ी आ। ਇਹਦੇ ਵਾਸਤੇ ਤੁਹਾਨੂੰ ਥੋੜੀ ਜਿਹੀ ਮਿਹਨਤ ਤਾਂ ਕਰਨੀ ਪੈਣੀ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਇਹ ਨਹੀਂ ਆਪਾਂ ਨੂੰ ਪਤਾ ਕਿ ਆਪਾਂ ਫਸਟ ਤੇ ਸੈਕੰਡ ਨੂੰ ਇਕੁਅਲ ਕਰੀਏ, ਸੈਕੰਡ ਕੇ ਥਰਡ ਨੂੰ ਕਰੀਏ, ਕਿ ਫਸਟ ਕੇ ਥਰਡ ਨੂੰ ਇਕੁਅਲ ਕਰੀਏ, ਹੈ ਨਾ। ਤਾਂ ਪਹਿਲਾਂ ਆਪਾਂ ਫਸਟ ਐਂਡ ਸੈਕੰਡ ਨੂੰ ਇਕੁਅਲ ਕਰਕੇ ਦੇਖਦੇ ਹਾਂ ਫਿਰ ਕੀ ਆਉਂਦਾ ਆਂਸਰ। ਤਾਂ ਜੇਕਰ ਆਪਾਂ ਫਸਟ ਨੂੰ ਕਰੀਏ ਤਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ, ਤਾਂ ਇੱਧਰ ਮੇਰੇ ਕੋਲ ਕੀ ਬਣ ਗਿਆ 2a, ਮੈਂ ਮਾਰਕਰ ਸੇਮ ਹੀ ਲੈਣਾ ਕਿਉਂਕਿ ਥੋੜਾ ਤੁਹਾਨੂੰ ਦਿਖਣਾ ਨਹੀਂ, ਚਲੋ ਇਹ ਲੈ ਲੈਂਦੇ। ਤਾਂ ਮੇਰੇ ਕੋਲ ਬਣ ਜਾਣਾ ਸੀ 2a + 2b
-6 इज इक्वल टू मैं 3 ਨਾਲ ਇੱਧਰ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲ ਬਣ ਜਾਣਾ ਸੀ 3a 3b ਹੈ ਨਾ। ਤਾਂ ਉਸ ਤੋਂ ਬਾਅਦ ਦੇਖੋ ਧਿਆਨ ਦੇ ਨਾਲ ਮੈਂ ਜੇ ਸਾਰੇ ਦੇ ਸਾਰੀਆਂ ਜਿੰਨੇ ਵੀ ਇੱਧਰ ਨੰਬਰ ਆ ਉਧਰਲੀ ਸਾਈਡ ਲੈ ਜਾ ਸਾਰਿਆਂ ਨੂੰ ਤਾਂ ਮੇਰੇ ਕੋਲ ਕੀ ਬਣ ਜਾਣਾ ਸੀ 3a + 3b - 2a - 2b + 6 ਇਜ਼ ਇਕੁਅਲ ਟੂ 0। ਹੁਣ ਇੱਥੋਂ ਧਿਆਨ ਦੇ ਨਾਲ ਜੇਕਰ ਦੇਖੀਏ ਤਾਂ 3a ਦੇ ਵਿੱਚੋਂ 2a ਮੈਂ ਮਾਈਨਸ ਕਰੂੰਗਾ ਤਾਂ ਮੇਰੇ ਕੋਲ ਕੀ ਬਣ ਜੂਗਾ a, ਠੀਕ ਆ। 3b ਦੇ ਵਿੱਚੋਂ 2b ਮਾਈਨਸ ਕਰੂੰਗਾ ਤਾਂ ਮੇਰੇ ਕੋਲ ਬਣ ਜੂਗਾ b + 6 ਕੀ ਦੇ ਇਕੁਅਲ ਆ ਗਿਆ 0 ਦੇ, ਹੈ ਨਾ। ਤਾਂ ਇੱਥੇ ਆਪਣੇ ਕੋਲ ਇੱਥੇ ਸਟੇਟਮੈਂਟ ਬਣ ਗਈ a + b + 6 ਇਜ਼ ਇਕੁਅਲ ਟੂ 0। ਚਲੋ ਇਹ ਆਪਣੇ ਕੋਲ ਐਗਜ਼ੈਕਟ ਸਟੇਟਮੈਂਟ ਤਾਂ ਨਹੀਂ ਆਈ ਜਿਹੜਾ ਕੁਝ ਉਹਨਾਂ ਨੇ ਦਿੱਤਾ ਹੋਇਆ ਸੀ, ਬਟ ਆਪਾਂ ਇੱਕ ਸਟੇਟਮੈਂਟ ਦਾ ਇਹ ਤੋਂ ਫਾਈਂਡ ਆਊਟ ਕਰ ਲਈ। ਹੁਣ ਚਲੋ ਅੱਗੇ ਦੇਖਦੇ ਆਪਾਂ ਕੌਂਸਟੈਂਟ ਟਰਮ ਆਪਣੇ ਕੋਲ ਕਿਤੇ ਨਹੀਂ ਹੋਣੀ ਚਾਹੀਦੀ, ਹੈ ਨਾ। ਕੌਂਸਟੈਂਟ ਟਰਮ ਨਹੀਂ ਹੋਣੀ ਚਾਹੀਦੀ। ਦੇਖੋ ਥੋੜਾ ਜਿਹਾ ਮੈਂ ਦੇਖਿਆ ਆਪਣੀ ਧਿਆਨ ਨਾਲ, ਮੈਂ ਆਪਸ਼ਨ ਨਹੀਂ ਦੇਖੇ, ਬਟ ਜੇ ਆਪਾਂ ਆਪਸ਼ਨ ਦੇਖੀਏ ਤਾਂ ਆਪਸ਼ਨ ਦੇ ਵਿੱਚ ਕਿਤੇ ਵੀ ਕੌਂਸਟੈਂਟ ਟਰਮ ਨਹੀਂ ਗਈ, ਹੈ ਨਾ। ਕਿਤੇ ਵੀ ਸਾਰੇ ABC ਦੇ ਨਾਲ ਆ ਤਾਂ ਆਪਾਂ ਫਸਟ ਐਂਡ ਥਰਡ ਨੂੰ ਇਕੁਅਲ ਕਰਦੇ ਹਾਂ। ਫਸਟ ਐਂਡ ਥਰਡ ਨੂੰ ਇਕੁਅਲ ਕਰਕੇ ਆਪਣੇ ਕੋਲ ਆਨਸਰ ਆ ਜਾਣਾ ਇਹਦਾ। ਤਾਂ ਮੇਰੇ ਕੋਲ ਕੀ ਆ ਫਸਟ ਐਂਡ ਥਰਡ ਮੈਂ ਲਿਖ ਲੈਣਾ ਇੱਥੇ 2/a + b 7/4a + b, ਠੀਕ ਹੈ। ਕੌਂਸਟੈਂਟ ਟਰਮ ਹੈ ਨਹੀਂ ਨਾ ਵਿੱਚ ਕੋਈ, ਤਾਂ ਦੇਖੋ ਇਹਨੂੰ ਇੱਧਰ ਮਲਟੀਪਲਾਈ ਕਰਾਂਗੇ 2 ਦੇ ਨਾਲ ਮੇਰੇ ਕੋਲ ਕਿੰਨਾ ਆ ਗਿਆ 8a + 2b 8a + 2b, ਠੀਕ ਆ। ਐਂਡ ਇੱਧਰ ਮਲਟੀਪਲਾਈ ਕਰੂੰਗਾ ਮੇਰੇ ਕੋਲ ਬਣ ਜਾਣਾ 7a + 7b, ਹੈ ਨਾ। ਸਾਰੇ ਦੇ ਸਾਰੇ ਨੰਬਰ ਇਹਨੂੰ ਇੱਧਰ ਲਿਆਓ ਤੇ ਇਹ ਮੇਰੇ ਕੋਲ ਬਣ ਗਿਆ 8a + 2b - 7a - 7b। 8a ਦੇ ਵਿੱਚੋਂ ਮੈਂ 7a ਨੂੰ ਮਾਈਨਸ ਕਰੂੰਗਾ ਤਾਂ ਮੇਰੇ ਕੋਲ a ਆ ਜਾਊਗਾ, ਤੇ ਮੈਂ 7b ਦੇ ਵਿੱਚੋਂ 2b ਨੂੰ ਮਾਈਨਸ ਕਰੂੰਗਾ ਤਾਂ ਮੇਰੇ ਕੋਲ ਬਣ ਜਾਊਗਾ 5b। ਇਹਦਾ ਮਤਲਬ a - 5b = 0 ਆਉਣਾ ਸੀ, ਠੀਕ ਆ। ਤਾਂ ਆਪਣੇ ਕੋਲ CA ਦਾ ਸਹੀ ਆਨਸਰ ਸੀ। ਧਿਆਨ ਨਾਲ ਦੇਖੋ, ਮੈਂ ਫਸਟ ਜਦੋਂ ਸਟੇਟਮੈਂਟ ਰੀਡ ਆਊਟ ਕੀਤੀ ਤਾਂ ਮੈਂ ਆਪਸ਼ਨ ਨਹੀਂ ਦੇਖੇ ਸੀ, ਆਪਸ਼ਨ ਥੋੜੇ ਧਿਆਨ ਨਹੀਂ ਦਿੱਤਾ ਗਿਆ ਮੈਨੂੰ। ਤਾਂ ਆਪਸ਼ਨ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਕਿਸੇ ਦੇ ਵਿੱਚ ਵੀ ਕੋਈ ਕੌਂਸਟੈਂਟ ਟਰਮ ਹੈ ਨਹੀਂ ਗੀ, ਤੇ ਜੇ ਕੌਂਸਟੈਂਟ ਟਰਮ ਹੈ ਨਹੀਂ ਗੀ ਤਾਂ ਆਪਾਂ ਕੌਂਸਟੈਂਟ ਟਰਮ ਛੱਡ ਹੀ ਦੇਵਾਂਗੇ ਵਿੱਚੋਂ, ਹੈ ਨਾ। ਤਾਂ ਆਪਾਂ ਫਸਟ ਤੇ ਲਾਸਟ ਵਾਲੇ ਨੂੰ ਇਕੁਅਲ ਕਰ ਦਾਂਗੇ, ਉਹਦੇ ਵਿੱਚੋਂ ਆਪਣੇ ਕੋਲ ਆਨਸਰ ਆ ਜਾਊਗਾ। ਇਹਦਾ ਅਸਲ ਦੇ ਵਿੱਚ ਜਿਹੜਾ ਆਨਸਰ ਸੀ ਨਾ ਉਹ C ਸੀਗਾ। ਚਲੋ ਅੱਗੇ ਦੇਖਦੇ ਹਾਂ। What is the which one of the following cannot be a probability of occurrence of an event? Event ਦੀ probability ਕਿਹੜੀ ਨਹੀਂ ਹੁੰਦੀ, ਆਪਾਂ ਨੂੰ ਪਤਾ 1 ਤੋਂ ਵੱਡੀ ਕਦੇ ਨਹੀਂ ਹੁੰਦੀ, ਨਾ ਹੀ ਨੈਗੇਟਿਵ ਹੁੰਦੀ ਆ ਤੇ ਨਾ ਹੀ 100% ਤੋਂ ਵੱਧ ਹੁੰਦੀ ਹੈ। ਤੇ ਮੈਂ ਤੁਹਾਨੂੰ ਦੱਸੀ ਹੋਈ ਸੀ ਚੀਜ਼ ਪਹਿਲਾਂ ਹੀ, ਮੈਂ ਸਾਇੰਸ ਦੀ ਵੀਡੀਓ 'ਚ ਦੱਸੀ ਸੀ ਤੁਹਾਨੂੰ ਮੈਥ ਦਾ ਇਹ ਕਨਸੈਪਟ। Which one of the following cannot be determined graphically? ਕਿਹੜੀ ਚੀਜ਼ ਨੂੰ ਕਹਿੰਦੇ ਆਪਾਂ ਗ੍ਰਾਫਿਕਲੀ ਡਿਟਰਮਾਈਨ ਨਹੀਂ ਕਰ ਸਕਦੇ। ਤਾਂ ਕਿਸੇ ਬੱਚੇ ਨੇ ਇੱਥੇ none of these ਲਾ ਕੇ ਆਂਦਾ ਵਾ, ਠੀਕ ਆ। ਗ੍ਰਾਫਿਕਲੀ ਆਪਾਂ ਰਿਪਰੈਜ਼ੈਂਟ ਜਦੋਂ ਕਰਦੇ ਹੁੰਦੇ ਆ ਕਿਸੇ ਵੀ ਚੀਜ਼ ਨੂੰ ਤਾਂ ਆਪਾਂ ਕਿਹੜੀ ਚੀਜ਼ ਨੂੰ ਫਾਈਂਡ ਆਊਟ ਨਹੀਂ ਕਰ ਸਕਦੇ। ਦੇਖੋ ਮੀਨ ਨੂੰ ਨਹੀਂ ਕਰ ਸਕਦੇ, ਕਿ ਆਪਾਂ ਮੀਡੀਅਨ ਨੂੰ ਨਹੀਂ ਕਰ ਸਕਦੇ, ਕਿ ਆਪਾਂ ਮੋਡ ਨੂੰ ਨਹੀਂ ਕਰ ਸਕਦੇ। ਤਾਂ ਇੱਥੋਂ ਜੇਕਰ ਆਪਾਂ ਦੇਖੀਏ ਤਾਂ ਮੀਡੀਅਨ ਤਾਂ ਆਪਾਂ ਫਾਈਂਡ ਆਊਟ ਕਰ ਹੀ ਸਕਦੇ ਹੁੰਦੇ ਆ, ਮੋਡ ਵੀ ਫਾਈਂਡ ਆਊਟ ਕਰ ਸਕਦੇ ਹੁੰਦੇ ਆ, ਪਰ ਆਪਾਂ ਮੀਨ ਕਦੇ ਵੀ ਫਾਈਂਡ ਆਊਟ ਨਹੀਂ ਕਰ ਸਕਦੇ ਗ੍ਰਾਫਿਕਲੀ, ਠੀਕ ਆ। ਮੋਡ ਦਾ ਮਤਲਬ ਤਾਂ ਇਹੀ ਹੁੰਦਾ ਨਾ ਜੇ ਕਿਹੜਾ ਵੱਧ ਵਾਰੀ ਆਇਆ ਵਾ, ਹੈ ਨਾ। ਕਿਹੜਾ ਵੱਧ ਵਾਰੀ ਆਇਆ ਉਹਦਾ ਫਾਈਂਡ ਆਊਟ ਹੋ ਹੀ ਜਾਂਦਾ ਹੁੰਦਾ, ਮੀਡੀਅਨ ਵੀ ਫਾਈਂਡ ਆਊਟ ਹੋ ਜਾਂਦਾ ਹੁੰਦਾ ਵਾ, ਹੈ ਨਾ। ਬਟ ਆਪਣੇ ਕੋਲ ਜਿਹੜਾ ਮੀਨ ਹੁੰਦਾ ਕੀ ਆ, ਸਾਰਿਆਂ ਨੂੰ ਐਡ ਕਰੋ, ਉਸ ਤੋਂ ਬਾਅਦ ਉਹਨੂੰ ਡਿਵਾਈਡ ਕਾਹਤੇ ਕਰਦੇ ਹੁੰਦੇ ਆਪਾਂ, ਟੋਟਲ ਨੰਬਰ ਕਿੰਨੀਆਂ ਟਰਮਸ ਆ, ਤੇ ਇਹ ਆਪਾਂ ਕਿਵੇਂ ਫਾਈਂਡ ਆਊਟ ਕਰ ਲਾਂਗੇ, ਹੈ ਨਾ। ਮੀਨ ਆਪਾਂ ਗ੍ਰਾਫਿਕਲੀ ਫਾਈਂਡ ਆਊਟ ਨਹੀਂ ਕਰ ਸਕਦੇ। ਤਾਂ ਅੱਗੇ ਦੇਖਦੇ ਹਾਂ ਸਟੇਟਮੈਂਟ। ਵਿਚ ਆਫ ਦੀ ਫੋਲੋਇੰਗ ਇਜ਼ ਅ ਇਰੈਸ਼ਨਲ ਨੰਬਰ। ਮੈਂ ਇਰੈਸ਼ਨਲ ਨੰਬਰ ਤੁਹਾਨੂੰ ਦੱਸਿਆ ਹੋਇਆ ਸੀ, ਬਹੁਤ ਵਧੀਆ ਕਰਾਇਆ ਹੋਇਆ ਵਾ। ਦੇਖੋ ਜੇ ਤੁਸੀਂ ਮੈਰਾਥਨ ਸੈਸ਼ਨ ਦੇਖਿਆ ਹੋਊਗਾ ਨਾ, ਤੁਹਾਡੇ ਸਾਰੇ ਦੇ ਸਾਰੇ ਸਮ ਹੋਏ ਹੋਣਗੇ। ਤਾਂ ਦੇਖੋ ਇਹ ਬੱਚੇ ਨੇ ਸਹੀ ਆਨਸਰ ਲਾਇਆ ਹੋਇਆ। ਮੇਰੇ ਕੋਲੇ ਰੂਟ ਦੇ ਵਿੱਚ ਕਦੇ ਵੀ ਕੋਈ ਪ੍ਰਾਈਮ ਨੰਬਰ ਆ ਜਾਏ ਉਹੀ ਮੇਰੇ ਕੋਲ ਇਰੈਸ਼ਨਲ ਨੰਬਰ ਹੁੰਦਾ। ਤਾਂ D ਆਪਣੇ ਕੋਲ ਇੱਥੇ ਕਰੈਕਟ ਆਨਸਰ ਹੋਣਾ ਸੀ ਇਹਦਾ। ਅੱਗੇ ਦੇਖਦੇ ਹਾਂ। ਇਫ ਅਲਫਾ ਐਂਡ ਬੀਟਾ ਆਰ ਦੀ 0 ਆਫ ਦੀ ਕੁਆਡਰੇਟਿਕ ਇਕੁਏਸ਼ਨ 1/α ਐਂਡ 1/β ਫਾਈਂਡ ਆਊਟ ਕਰੋ। ਇਹ ਮੇਰੀਆਂ ਜਿਹੜੀਆਂ ਪ੍ਰੀਵੀਅਸ ਵੀਡੀਓਜ਼ ਉਹਨਾਂ ਵਿੱਚ ਮੈਂ ਸਮ ਕਰਾਇਆ ਹੋਇਆ ਵਾ, ਠੀਕ ਆ। ਜਿਹੜੇ ਪਹਿਲਾਂ ਵੀਡੀਓ ਪਾਈਆਂ ਹੋਈਆਂ ਸੀ ਮੈਂ ਚੈਪਟਰ ਕੱਲੇ ਚੈਪਟਰ ਦੀਆਂ। ਤਾਂ ਇੱਥੋਂ ਜੇਕਰ ਦੇਖੀਏ ਮੈਂ ਮਲਟੀਪਲਾਈ ਕਰਾਂ ਇਹਨੂੰ ਬੀਟੇ ਨੂੰ ਇੱਧਰ ਕਰਾਂ ਤਾਂ ਮੇਰੇ ਕੋਲ ਬੀਟਾ + ਅਲਫਾ / β ਆਉਣਾ ਸੀ। ਤਾਂ ਹੁਣ ਧਿਆਨ ਦੇ ਨਾਲ ਦੇਖੋ, ਇਹਦਾ ਮੇਰੇ ਕੋਲ ਸਮ ਆਫ 0 ਹੋ ਗਿਆ, ਇਹ ਮੇਰੇ ਕੋਲ ਕੀ ਹੋ ਗਿਆ ਪ੍ਰੋਡਕਟ ਆਫ 0। ਸਮ ਆਫ 0 ਮੇਰੇ ਕੋਲ ਕਿੱਥੇ ਪਿਆ ਹੁੰਦਾ, ਇਸ ਜਗ੍ਹਾ ਦੇ ਉੱਪਰ ਹੀ ਤਾਂ ਪਿਆ ਹੁੰਦਾ। ਇਹਦਾ ਮਤਲਬ ਸਮ ਆਫ 0 ਮੇਰੇ ਕੋਲ ਕਿੰਨਾ ਵਾ 7, ਹੈ ਨਾ। ਤਾਂ ਦੇਖੋ ਸਮ ਆਫ 0 ਮੇਰੇ ਕੋਲ ਕੀ ਹੁੰਦਾ, ਮੈਂ ਜੇ ਸਟੇਟਮੈਂਟ ਲਿਖਾਂ ਤਾਂ ਦੇਖੋ ਮੇਰਾ ਆਈ ਨਹੀਂ ਹੁੰਦਾ, ਮੇਰੇ ਕੋਲ ਇੱਥੇ ਮੇਰੇ ਕੋਲ ਕੀ ਹੁੰਦਾ ਸਮ ਆਫ 0, ਹੈ ਨਾ x। ਫਿਰ ਮੇਰੇ ਕੋਲ ਅੱਗੇ ਕੀ ਲਿਖਿਆ ਹੁੰਦਾ ਵਾ ਪ੍ਰੋਡਕਟ ਆਫ 0, ਆਈ ਚੀਜ਼ ਲਿਖੀ ਹੁੰਦੀ ਆ, ਪਰ ਇੱਥੇ 5 ਨਹੀਂ ਹੁੰਦਾ, ਹੈ ਨਾ। ਇਹ ਜਗ੍ਹਾ ਤੇ 5 ਨਹੀਂ ਹੁੰਦਾ। ਤਾਂ ਮੈਂ ਜੇ ਇਕੁਏਸ਼ਨ ਬਣਾਵਾਂ, ਇਕੁਏਸ਼ਨ ਇਹ ਆ ਮੇਰੇ ਕੋਲੇ, ਤਾਂ ਜੇ ਮੈਂ ਸਾਰਿਆਂ ਨੂੰ 5 ਤੇ ਡਿਵਾਈਡ ਕਰਦਾ ਤਾਂ ਮੇਰੇ ਕੋਲੇ ਕੀ ਬਣ ਜਾਊਗਾ 7/5 + 1/5 = 0। ਤਾਂ ਦੇਖੋ ਇੱਥੋਂ ਸਮ ਆਫ 0 ਮੇਰੇ ਕੋਲੇ ਕਿੰਨਾ ਬਣੂਗਾ 7/5 ਬਣ ਜਾਊਗਾ, ਹੈ ਨਾ। ਐਂਡ ਪ੍ਰੋਡਕਟ ਆਫ 0 ਮੇਰੇ ਕੋਲੇ ਕਿੰਨਾ ਬਣ ਜਾਊਗਾ 1/5, 5 ਦੇ 5 ਨਾਲ 5 ਕੈਂਸਲ ਹੋ ਜਾਣਾ, ਤਾਂ ਮੇਰੇ ਕੋਲ ਆਨਸਰ ਕਿੰਨਾ ਆ ਜਾਣਾ 7। ਤਾਂ ਮੇਰੇ ਕੋਲ ਇਹਦਾ ਆਨਸਰ ਕੀ ਆਉਣਾ ਸੀ 7 ਆਉਣਾ ਸੀ ਇਹਦਾ ਆਨਸਰ, ਠੀਕ ਆ। ਸਿੰਪਲ ਜੀ ਗੱਲ ਆ।
ਆਪਾਂ ਬੇਸਿਕਲੀ ਦੇਖਣਾ ਕੀ ਹੁੰਦਾ, ਸਮ ਆਫ 0 ਐਂਡ ਪ੍ਰੋਡਕਟ ਆਫ 0 ਦੇਖਣਾ ਹੁੰਦਾ, ਤਾਂ ਆਪਣੇ ਕੋਲ ਇਹਦੇ 7 ਆਨਸਰ ਆਉਣਾ ਸੀ। ਇਹਦਾ ਬੱਚੇ ਦਾ ਸਹੀ ਲੱਗਾ ਹੋਇਆ ਜਿਸ ਨੇ ਵੀ ਲਾਇਆ। ਡਿਸਟੈਂਸ ਆਫ ਦੀ ਪੁਆਇੰਟ ਫਰੋਮ ਦੀ ਐਕਸ ਐਕਸੈਸ, ਦੇਖੋ ਇਹਨੂੰ ਤਾਂ ਸੋਲਵ ਵੀ ਨਹੀਂ ਕਰਨਾ ਸੀ, ਇਹਨੂੰ ਤਾਂ ਦੇਖ ਕੇ ਦੱਸਣਾ ਸੀ, ਤੇ ਮੈਂ ਤੁਹਾਨੂੰ ਇਹ ਕਰਵਾਇਆ ਹੋਇਆ ਸਨ, ਠੀਕ ਆ। ਜੇ ਤੁਸੀਂ ਧਿਆਨ ਨਾਲ ਕੀਤਾ ਹੋਊਗਾ ਤਾਂ ਦੇਖੋ ਆਪਣੇ ਕੋਲ ਕੀ ਆ, ਵਾਈ ਐਕਸ, ਸੌਰੀ ਇਹ ਮੇਰੇ ਕੋਲ ਵਾਈ ਐਕਸੈਸ, ਇੱਥੇ ਮੇਰੇ ਕੋਲ ਕੋਈ ਪੁਆਇੰਟ ਹੋਊਗਾ, ਉਹ ਹੋਊਗਾ 4 ਐਂਡ 7, ਇਹੀ ਹੋਊਗਾ। ਤਾਂ ਇਹ ਕੀ ਕਹਿੰਦੇ ਇੱਥੋਂ ਡਿਸਟੈਂਸ ਇਹਦਾ ਦੱਸੋ ਕਿੰਨਾ ਹੋਊਗਾ, ਜਿੰਨੀ ਵਾਈ ਦੀ ਵੈਲਿਊ ਹੋਊਗੀ ਇੰਨਾ ਹੀ ਡਿਸਟੈਂਸ ਹੋਊਗਾ ਇਹਦਾ ਇਸ ਪੁਆਇੰਟ ਤੋਂ, ਠੀਕ, ਸੌਰੀ ਐਕਸ ਦੀ ਵੈਲਿਊ ਹੋਊਗੀ, ਵਾਈ ਦੀ ਵੈਲਿਊ ਨਹੀਂ ਐਕਸ ਦੀ ਵੈਲਿਊ, ਜਿੰਨੀ ਐਕਸ ਦੀ ਵੈਲਿਊ ਹੋਊਗੀ ਇੰਨਾ ਡਿਸਟੈਂਸ ਹੀ ਹੋਊਗਾ ਇਹਦਾ ਵਾਈ ਐਕਸਿਸ ਦੇ ਉੱਪਰੋਂ। ਤਾਂ ਆਪਣੇ ਕੋਲ ਇਹਦਾ ਆਂਸਰ 4 ਆਉਣਾ ਸੀ ਬਈ ਆਪਣੇ ਕੋਲ ਇਸ ਪੁਆਇੰਟ ਤੋਂ ਕਿੰਨਾ ਡਿਸਟੈਂਸ ਹੈ, ਕਿਉਂਕਿ ਇਸ ਪੁਆਇੰਟ ਤੋਂ ਕਿੰਨਾ ਡਿਸਟੈਂਸ ਉਹ ਆਪਣੇ ਕੋਲ ਇੱਥੇ ਐਕਸ ਦੀ ਵੈਲਿਊ ਹੁੰਦੀ ਆ 4, ਤੇ ਇੱਥੇ ਮੇਰੇ ਕੋਲ ਵਾਈ ਦੀ ਵੈਲਿਊ 7 ਹੁੰਦੀ ਹੈ, ਬਟ ਆਪਾਂ ਡਿਸਟੈਂਸ ਇਹ ਦੱਸਣਾ ਸੀ ਨਾ ਕਿੰਨਾ ਹੁੰਦਾ ਵਾ, ਤਾਂ ਆਪਣੇ ਕੋਲ 4 ਆਉਣਾ ਸੀ, ਇਹਦਾ ਆਂਸਰ 7 ਨਹੀਂ ਆਉਣਾ ਸੀ। ਧਿਆਨ ਨਾਲ ਦੇਖੋ, ਅੱਗੇ ਦੇਖਦੇ ਆਪਾਂ। ਤਾਂ ਇਹ ਸਭ ਮੈਂ ਤੁਹਾਨੂੰ ਕਰਵਾਇਆ ਵਾਧੂ ਵਾਰੀ, ਦੇਖੋ ਮੈਰਾਥਨ ਦੇ ਵਿੱਚ ਵੀ ਕਰਾਇਆ ਹੋਇਆ ਵਾ, ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਕਰਾ ਕੇ ਹੰਭ ਗਿਆ ਮੈਂ। ਜੇਕਰ ਤੁਸੀਂ ਇਹ ਵੀ ਗਲਤ ਕਰਕੇ ਆਏ ਆ ਫਿਰ ਤਾਂ ਮਤਲਬ ਤੁਹਾਡੀ ਹੀ ਗਲਤੀ ਆ, ਠੀਕ ਆ। ਹੁਣ ਦੇਖੋ ਇਹਦੇ ਵਿੱਚ ਕਰਨਾ ਕੀ ਸੀ, 1.5 ਨੂੰ ਡਿਵਾਈਡ ਕਰ ਦੇਣਾ ਸੀ 3 ਦੇ ਨਾਲ, ਇੱਧਰ 1.3 ਨੂੰ ਡਿਵਾਈਡ ਕਰ ਦੇਣਾ ਸੀ x ਦੇ ਨਾਲ, ਹੈ ਨਾ। ਤਾਂ ਇੱਥੇ ਆਪਾਂ ਜੇ ਇਹਨੂੰ ਕੈਂਸਲ ਆਊਟ ਕਰਦੇ ਪੁਆਇੰਟ ਦੇ ਨਾਲ, ਪੁਆਇੰਟ ਇੱਧਰ ਕੱਟੇ ਗਏ ਸੀ ਦੋਨੇ ਪਾਸੇ ਆਪਾਂ ਕੱਟ ਸਕਦੇ ਹਾਂ ਪੁਆਇੰਟ ਦੇ ਨਾਲ ਪੁਆਇੰਟ, ਠੀਕ ਆ। ਤਾਂ ਮੇਰੇ ਕੋਲੇ ਬਣ ਜਾਣਾ ਸੀ 15/3, ਇੱਧਰ ਕਿੰਨਾ ਬਣ ਜਾਣਾ ਸੀ 13/x। ਤਾਂ ਇੱਥੋਂ ਜੇ ਮੈਂ x ਨੂੰ ਇਸ ਸਾਈਡ 'ਤੇ ਲੈ ਜਾ ਤਾਂ ਮੇਰੇ ਕੋਲ ਬਣ ਜਾਣਾ 13, 3/15, ਹੈ ਨਾ। ਤਾਂ ਇੱਥੋਂ ਆਪਾਂ ਕੈਂਸਲ ਆਊਟ ਕਰ ਦਿੰਦੇ, ਇਹਨੂੰ ਕੈਂਸਲ ਆਊਟ ਕੀਤਾ ਤੇ ਮੇਰੇ ਕੋਲ ਕਿੰਨਾ ਬਣ ਗਿਆ 5, ਤੇ ਇਹ ਬਣ ਜਾਣਾ ਸੀ ਮੇਰੇ ਕੋਲੇ 2.6 ਬਣ ਜਾਣਾ ਸੀ। ਤਾਂ 2.6 ਮੇਰੇ ਕੋਲੇ ਆਂਸਰ ਪਿਆ ਹੋਇਆ ਸੀ। ਜੇ ਤੁਸੀਂ ਥੋੜ੍ਹਾ ਜਿਹਾ ਛੇਤੀ ਵੀ ਕਰਨਾ ਚਾਹੁੰਦੇ ਸੀ ਤਾਂ ਦੇਖੋ 1.5 ਨੂੰ 2 ਨਾਲ ਮਲਟੀਪਲਾਈ ਕਰਕੇ 3 ਬਣਿਆ, ਤੇ ਐਵੇਂ ਇਹਨੂੰ 2 ਨਾਲ ਮਲਟੀਪਲਾਈ ਕਰ ਦਿੰਦੇ ਤਾਂ ਆਪਣੇ ਕੋਲ 2.6 ਆ ਜਾਣਾ ਸੀ, ਹੈ ਨਾ। ਇਹ ਵੀ ਸੌਖੀ ਚੀਜ਼ ਸੀ। 10th ਟਰਮ ਫਾਈਂਡ ਆਊਟ ਕਰਨੀ ਆ, ਆਪਣੇ ਕੋਲ AP ਦਿੱਤੀ ਹੋਈ, ਇਹਦੀ 10th ਟਰਮ ਦੱਸੋ ਕਹਿੰਦੇ ਕਿਹੜੀ ਹੋਊਗੀ। ਹੁਣ ਦੇਖੋ ਜਿਹਦੇ ਥੱਲੇ 3 ਲਿਖਿਆ ਹੋਇਆ ਆਂਸਰ ਤਾਂ ਆ ਨਹੀਂ ਨਾ ਸਕਦਾ, ਇਹ ਤਾਂ ਵੈਸੇ ਹੀ ਕੱਟਿਆ ਗਿਆ, ਹੈ ਨਾ। ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਧਿਆਨ ਨਾਲ, ਇੱਥੇ ਦੇਖੋ ਮਾਈਨਸ ਵਿੱਚ ਟਰਮ ਆਉਣੀ ਸਟਾਰਟ ਹੋ ਗਈ, ਤੇ ਜੇ ਮਾਈਨਸ ਵਿੱਚ ਆਉਣ ਲੱਗੀ ਤਾਂ ਪਲੱਸ ਵਾਲੇ ਤਾਂ ਵੈਸੇ ਹੀ ਕੱਟੇ ਗਏ, ਤਾਂ ਆਂਸਰ ਤਾਂ ਇਹਦਾ ਸੋਲਵ ਕਰਨ ਦੀ ਲੋੜ ਵੀ ਨਹੀਂ ਸੀਗੀ, ਕਿਉਂਕਿ ਦੇਖੋ AP ਆ, ਜਦੋਂ AP ਸਟਾਰਟ ਹੋ ਗਈ ਤਾਂ ਮਾਈਨਸ ਦੀ ਵੈਲਿਊ ਸਟਾਰਟ ਹੋਈ ਆ। ਹੁਣ ਦੇਖੋ ਪਹਿਲਾਂ 2 ਵੈਲਿਊ ਪਲੱਸ ਦੀਆਂ ਵਾ, ਫਿਰ ਮਾਈਨਸ ਹੋ ਗਿਆ ਨਾ ਸਟਾਰਟ, ਤਾਂ ਅਗਲੀਆਂ ਸਾਰੀਆਂ ਵੈਲਿਊ ਮਾਈਨਸ ਦੀਆਂ ਹੀ ਆਉਣਗੀਆਂ, ਤੇ ਜੇ ਅਗਲੀਆਂ ਸਾਰੀਆਂ ਵੈਲਿਊ ਮਾਈਨਸ ਦੀਆਂ ਆਉਣਗੀਆਂ ਤਾਂ ਇਹਦਾ ਮਤਲਬ 3 ਤਾਂ ਆ ਨਹੀਂ ਸਕਦਾ, ਤੇ ਜਿਹੜੇ 2 ਵਾਲੇ ਉਦੋਂ ਨੇ ਪਲੱਸ ਵਾਲੇ ਆ ਤਾਂ ਉਹ ਕੱਟੇ ਗਏ, ਤਾਂ ਆਂਸਰ ਆਪਣੇ ਕੋਲ 15/2 ਆਉਣਾ ਸੀ ਇਹਦੇ ਅੰਦਰ, ਠੀਕ ਆ। ਤੁਸੀਂ ਸੋਲਵ ਕਰਕੇ ਦੇਖ ਲਓ ਭਾਵੇਂ ਇਹਨੂੰ। ਇਹ ਆਪਣੇ ਕੋਲ ਇੱਥੇ ਕਿੰਨਾ ਵਾ 3/2 ਦਿੱਤਾ ਹੋਇਆ ਵਾ, ਤਾਂ ਜੇ ਮੈਂ ਤੋਂ D ਫਾਈਂਡ ਆਊਟ ਕਰਾਂ ਤਾਂ D ਮੇਰੇ ਕੋਲ ਕਿੰਨਾ ਆਊਗਾ 1/2 ਦੇ ਵਿੱਚੋਂ ਮੈਂ 3/2 ਜੇ ਮਾਈਨਸ ਕਰ ਲਾਂ ਤਾਂ ਮੇਰੇ ਕੋਲ ਕਿੰਨਾ ਬਣਦਾ -2/2, ਹੈ ਨਾ। -2/2 ਦਾ ਮਤਲਬ -1, ਮਤਲਬ ਕੀ ਆ ਕਿ ਹਰ ਵਾਰੀ ਮੈਂ -1 ਕਰ ਰਿਹਾ ਵਾਂ, ਹੈ ਨਾ। 1/2 ਦੇ ਵਿੱਚੋਂ ਮੈਂ 3/2 ਜਦੋਂ ਮਾਈਨਸ ਕੀਤਾ ਤਾਂ ਮੇਰੇ ਕੋਲ ਕਿੰਨਾ ਬਣ ਗਿਆ -2/2 -1 ਹੋ ਰਿਹਾ, ਹਰ ਵਾਰੀ -1 ਮਤਲਬ ਕਰ ਰਿਹਾ ਮੈਂ। ਤੇ ਜੇ ਹਰ ਵਾਰੀ ਮਾਈਨਸ ਕਰ ਰਿਹਾ ਤਾਂ ਇਹਦਾ ਮਤਲਬ ਇਹੀ ਹੋ ਗਿਆ ਕਿ ਆਂਸਰ ਤਾਂ ਮਾਈਨਸ 'ਚ ਹੀ ਆਊਗਾ। ਤੇ ਜੇ ਮੈਂ ਇੱਥੋਂ A10 ਫਾਈਂਡ ਆਊਟ ਵੀ ਕਰਾਂ ਤਾਂ ਉਹ ਮੇਰੇ ਕੋਲ ਕੀ ਹੁੰਦਾ A + 9D ਹੁੰਦਾ, ਹੈ ਨਾ। ਤਾਂ ਇਹ ਮੇਰੇ ਕੋਲ ਕਿੰਨਾ ਵਾ 3/2 + 9D, ਮੇਰੇ ਕੋਲ ਇੱਥੇ ਕਿੰਨਾ ਵਾ D ਮੇਰੇ ਕੋਲ -1 ਆ, ਤਾਂ ਇਹ ਮੇਰੇ ਕੋਲ ਕੀ ਬਣ ਜਾਣਾ ਸੀ 3/2 - 9/1। ਤਾਂ ਜੇ ਮੈਂ ਇਹਨੂੰ ਸੋਲਵ ਕਰਦਾ ਤਾਂ ਮੇਰੇ ਕੋਲ ਕੀ ਬਣ ਜਾਣਾ ਸੀ -18/2, ਤਾਂ -18/2 15/2 ਬਣ ਜਾਣਾ ਸੀ। ਤਾਂ ਮੇਰੇ ਕੋਲ ਇਹ ਆਂਸਰ ਸਹੀ ਸੀਗਾ, ਸੋਲਵ ਕਰਨ ਦੀ ਵੀ ਲੋੜ ਨਹੀਂ ਸੀ ਇਹਨੂੰ, ਜੇਕਰ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਉੱਥੇ ਮਤਲਬ ਕੌਨਸ਼ੀਅਸ ਜਿਹਾ ਹੋ ਕੇ ਬੈਠਦੇ। ਸਮ ਐਂਡ ਪ੍ਰੋਡਕਟ ਆਫ ਦੀ ਕੁਆਡਰੇਟਿਕ ਇਕੁਏਸ਼ਨ, ਸਮ ਐਂਡ ਪ੍ਰੋਡਕਟ ਫਾਈਂਡ ਆਊਟ ਕਰਨਾ, ਤਾਂ ਪਹਿਲਾਂ ਤਾਂ 3 ਨਾਲ ਡਿਵਾਈਡ ਕਰ ਦੇਣਾ ਸੀ, ਦੇਖੋ ਇੱਥੇ ਵੀ 3 ਨਾਲ ਡਿਵਾਈਡ ਕਰ ਦੇਣਾ ਸੀ, ਇੱਥੇ ਵੀ 3 ਨਾਲ ਡਿਵਾਈਡ ਕਰ ਦੇਣਾ ਸੀ, ਇੱਥੇ ਵੀ ਕਾਹਤੋਂ ਕਰਨਾ ਸੀ ਤਾਂ ਕਿ 3 ਕੱਟਿਆ ਜਾਵੇ। ਫਿਰ ਜਿਹੜਾ ਵਿਚਾਲੇ ਵਾਲਾ ਹੁੰਦਾ ਇਹ ਮੇਰੇ ਕੋਲ ਸਮ ਆਫ 0 ਹੁੰਦਾ ਵਾ, ਤੇ ਜਿਹੜਾ ਲਾਸਟ ਵਾਲਾ ਹੁੰਦਾ ਇਹ ਮੇਰੇ ਕੋਲ ਪ੍ਰੋਡਕਟ ਆਫ 0 ਹੁੰਦਾ ਵਾ। ਤਾਂ ਆਂਸਰ ਦੇਖ ਲਓ ਕਿੱਥੇ ਲਿਖਿਆ ਹੋਇਆ ਵਾ, ਹੈ ਨਾ। ਤਾਂ ਦੇਖੋ ਮੇਰੇ ਕੋਲ ਆਂਸਰ ਦਿੱਤਾ ਹੋਇਆ ਵਾ। ਅੱਛਾ ਤੁਸੀਂ ਆ ਮਾਈਨਸ ਨਹੀਂ ਲੈਣਾ ਹੁੰਦਾ ਫਾਰਮੂਲੇ ਵਿੱਚ, ਇਹ ਮਾਈਨਸ ਪਹਿਲਾਂ ਹੀ ਹੁੰਦਾ ਵਾ, ਠੀਕ ਆ। ਫਾਰਮੂਲਾ ਜਦੋਂ ਆਪਾਂ ਦੇਖਦੇ ਹੁੰਦੇ ਨਾ ਤਾਂ ਇੱਥੇ ਹੁੰਦਾ α + βx + α β, ਤਾਂ ਇਹ ਜਿਹੜਾ ਮਾਈਨਸ ਹੈ ਇਹਨੂੰ ਕੰਸੀਡਰ ਨਹੀਂ ਕਰਨਾ ਹੁੰਦਾ, ਇਹ ਆਪਣੇ ਕੋਲ ਸਮ ਆਫ 0 ਹੁੰਦਾ। ਤਾਂ ਸਮ ਆਫ 0 4√3/3 ਐਂਡ ਪ੍ਰੋਡਕਟ ਆਫ 0 4/3 ਹੋਣਾ ਸੀ। ਤਾਂ ਆਪਣੇ ਕੋਲ ਕੀ ਆਂਸਰ ਸੀਗਾ, ਇਹ ਸਹੀ ਆਂਸਰ ਸੀਗਾ। ਜਾਂ ਤੁਸੀਂ -b/a ਜਾਂ c/a ਕਰਕੇ ਵੀ ਕਰ ਸਕਦੇ ਸੀ, ਬਟ ਆਪਣੇ ਕੋਲ ਜਿਹੜਾ ਆਂਸਰ ਸਹੀ ਸੀ ਉਹ ਇਹ ਸੀਗਾ। ਇਫ ਦੀ ਡਾਇਆਮੀਟਰ ਆਫ ਦੀ ਹੈਮੀਸਫੀਅਰ ਦਾ ਜਿਹੜਾ ਡਾਇਆਮੀਟਰ ਉਹ ਆਪਣੇ ਕੋਲੇ 14 ਆ। ਟੋਟਲ ਸਰਫੇਸ ਏਰੀਆ ਦੇਖੋ ਧਿਆਨ ਨਾਲ, ਟੋਟਲ ਸਰਫੇਸ ਏਰੀਆ ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਸੀ। ਟੋਟਲ ਸਰਫੇਸ ਏਰੀਆ ਦਾ ਫਾਰਮੂਲਾ 3πr² ਹੁੰਦਾ ਵਾ ਹੈਮੀਸਫੀਅਰ ਦਾ, ਠੀਕ ਆ। 2π ਵਾਲਾ ਨਾ ਕਿਤੇ ਫਾਰਮੂਲਾ ਲਾਇਓ, ਪਾਈ ਦੀ ਵੈਲਿਊ ਪੁੱਟ ਨਹੀਂ ਕਰਨੀ ਸੀ, ਆਰ ਦੀ ਵੈਲਿਊ ਆਪਣੇ ਕੋਲੇ ਕੀ ਦਿੱਤਾ ਹੋਇਆ ਡਾਇਆਮੀਟਰ ਦਿੱਤਾ ਹੋਇਆ ਵਾ 14, ਇਹਦਾ ਮਤਲਬ ਰੇਡੀਅਸ ਕਿੰਨਾ ਆ ਜਾਣਾ ਸੀ 17। ਤਾਂ 7 ਨੂੰ 7 ਨਾਲ ਮਲਟੀਪਲਾਈ ਕੀਤਾ 49, ਉਹਨੂੰ 3 ਨਾਲ ਮਲਟੀਪਲਾਈ ਕਰ ਦਿਓ 17 2, ਇਹ ਬਣ ਗਿਆ 147। ਤਾਂ 147 ਪਾਈ ਆਪਣੇ ਕੋਲੇ ਸਹੀ ਆਂਸਰ ਆਉਣਾ ਸੀ, ਠੀਕ ਹੈ। ਜੇ ਕਿਸੇ ਬੱਚੇ ਨੇ 2πr² ਲਾ ਆਉਂਦਾ ਕਿਤੇ ਭੁਲੇਖੇ ਦੇ ਵਿੱਚ
ਤਾਂ ਉਹਨੇ ਇਹਨੂੰ ਸਹੀ ਆਨਸਰ ਲਾ ਆਂਦਾ ਹੋਣਾ, ਬਟ ਆਪਣੇ ਕੋਲ ਸਹੀ ਆਨਸਰ 3πr² ਹੋਣਾ ਸੀ। ਟੋਟਲ ਸਰਫੇਸ ਏਰੀਆ ਕਿਹਾ ਸੀ ਉਹਨਾਂ ਨੇ, ਇਹ ਆਪਣੇ ਕੋਲ ਇਹਦਾ ਸਹੀ ਆਨਸਰ ਸੀ। ਠੀਕ ਆ, ਤਾਂ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ। ਸਾਇੰਸ ਦੇ ਆਪਣੇ ਹੋ ਹੀ ਚੁੱਕੇ ਆ, ਪਹਿਲਾਂ ਮੈਂ ਸਾਰੇ ਕਰਵਾਤੇ ਆ ਕਿਉਂਕਿ ਪੇਪਰ ਹੋਰ ਆ ਤਾਂ ਫਿਰ ਇਹਦੇ ਅੱਗੇ ਪਿੱਛੇ ਹੋਣਗੇ ਸਮ, ਹੈ ਨਾ। ਤਾਂ ਸਾਇੰਸ ਆਪਾਂ ਸਾਰਾ ਕਰਕੇ ਆਏ ਆ। ਇਹਦੇ ਵਿੱਚ ਜੇ ਕਿਸੇ ਦੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮਤਲਬ ਕੋਈ ਸਮ ਰਿਪੀਟ ਹੋਇਆ, ਸੌਰੀ ਕੋਈ ਨਵਾਂ ਹੋਇਆ ਤਾਂ ਆਪਾਂ ਦੇਖ ਲਾਂਗੇ, ਬਾਕੀ ਰਿਪੀਟ ਹੀ ਹੋਣਗੇ ਮੈਨੂੰ ਪਤਾ, ਕਿਉਂਕਿ ਸਮ ਸਾਰੇ ਸੇਮ ਹੀ ਹੁੰਦੇ ਆ, ਬਟ ਬਸ ਇਹੀ ਹੁੰਦਾ ਵਾ ਕਿ ਤੁਹਾਡੇ ਅੱਗੇ ਪਿੱਛੇ ਦਿੱਤੇ ਹੁੰਦੇ ਆ। ਤਾਂ ਆਪਣੇ ਕੋਲ ਮੈਕਸਿਮਮ ਜਿੰਨੇ ਵੀ ਸਮ ਸੀ ਉਹ ਮੈਥ ਐਂਡ ਸਾਇੰਸ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਇੰਗਲਿਸ਼ ਆਪਾਂ ਕਰਦੇ ਹਾਂ, ਐਂਡ ਇੰਗਲਿਸ਼ ਦੇ ਵੀ ਆਪਾਂ ਸਾਰੇ ਦੇ ਸਾਰੇ ਸੋਲਵ ਕਰਾਂਗੇ। ਇੰਗਲਿਸ਼ ਦੀ ਜਿਹੜੀ PDF ਮਿਲੀ ਆ ਕਾਫੀ ਇਹਦੇ ਸਾਫ ਮਿਲੀ ਆ, ਤੇ ਆਪਾਂ ਇਸ ਦਿਨ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਾਫੀ ਇਹਦੇ ਸਾਫ PDF ਬਣਾਈ ਹੈ ਕਿਸੇ ਸਟੂਡੈਂਟ ਨੇ। ਤਾਂ ਦੇਖੋ ਆਪਣੇ ਕੋਲੇ ਕੀ ਦਿੱਤਾ ਹੋਇਆ, ਹੂ ਵਾਜ਼ ਦੀ ਅਸਿਸਟੈਂਟ ਆਫ ਸ਼ਰਲੌਕ ਹੋਮਸ ਇਨ ਅ ਸਟੋਰੀ ਦੀ ਡਾਇੰਗ ਡਿਟੈਕਟਿਵ। ਤਾਂ ਦੇਖੋ ਮੈਂ ਤੁਹਾਨੂੰ ਜਦੋਂ ਕਰਵਾਏ ਸੀ MCQ ਤਾਂ ਮੈਂ ਉਹਦੇ ਵਿੱਚ ਕਿਹਾ ਸੀ ਕਿ ਇੱਕ ਵਾਰ ਤੁਸੀਂ ਸਾਰਿਆਂ ਦੀ ਜਿਹੜੇ ਚੈਪਟਰ ਦੇ ਜਿੰਨੇ ਵੀ ਚੈਪਟਰ ਆਪਣੇ ਕੋਲੇ ਮੇਨ ਕੋਰਸ ਦੇ ਉਹਨੂੰ ਸਪਲੀਮੈਂਟਰੀ ਦੋਨੋਂ ਇੱਕ ਵਾਰੀ ਪੰਜਾਬੀ 'ਚ ਪੜ੍ਹ ਕੇ ਉੱਠ ਜਾਓ, ਹੈ ਨਾ। ਉਹਦੇ ਨਾਲ ਆਪਾਂ ਨੂੰ ਸਟੋਰੀ ਸਮਝ ਲੱਗ ਜਾਂਦੀ ਹੁੰਦੀ ਕੀ ਆ। ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਰਲੌਕ ਹੋਮਸ ਦੀ ਸਟੋਰੀ ਦੇ ਵਿੱਚ ਉਹਦਾ ਅਸਿਸਟੈਂਟ ਕੌਣ ਹੁੰਦਾ ਵਾ, ਤਾਂ ਉਹਦਾ ਅਸਿਸਟੈਂਟ ਕੌਣ ਹੁੰਦਾ ਆਪਣੇ ਕੋਲੇ, ਵਾਟਸਨ ਹੁੰਦਾ ਵਾ। ਜੇ ਤੁਸੀਂ ਸਟੋਰੀ ਪੜ੍ਹੀ ਹੋਗੀ ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਊਗੀ। ਉਸ ਤੋਂ ਬਾਅਦ ਤੁਹਾਨੂੰ ਮੈਂ ਕਿਹਾ ਸੀ ਕਿ ਜਿਹੜੇ ਰਾਈਟਰ ਹੈ ਨਾ, ਰਾਈਟਰ ਚੰਗੀ ਤਰ੍ਹਾਂ ਪੜ੍ਹ ਕੇ ਜਾਇਓ, ਕਿਉਂਕਿ ਰਾਈਟਰ ਬਾਰੇ ਕਾਫੀ ਜ਼ਿਆਦਾ ਪੁੱਛਦੇ ਆ। ਤੇ ਇਸ ਵਾਰ ਉਹਨਾਂ ਨੇ 3 ਰਾਈਟਰ ਦੇ ਨੇਮ ਪੁੱਛੇ ਆ। ਠੀਕ ਆ, ਸਟੂਡੈਂਟ ਨੇ ਕਮੈਂਟ ਬਾਕਸ ਵਿੱਚ ਲਿਖਿਆ ਸੀ ਆਪਣੇ ਟੈਲੀਗ੍ਰਾਮ ਦੇ ਵਿੱਚ, ਤਾਂ ਉਸ ਤੋਂ ਮੈਨੂੰ ਪਤਾ ਲੱਗਾ। ਬਾਕੀ ਇਹਨੂੰ ਆਪਾਂ ਅੱਗੇ ਰੀਡ ਆਊਟ ਕਰਦੇ ਹਾਂ ਤਾਂ ਦੇਖਾਂਗੇ ਕਿੰਨੇ ਟੋਟਲ ਰਾਈਟਰ ਆਏ। ਹੂ ਵਾਜ਼ ਦੀ ਰਾਈਟਰ ਆਫ ਦੀ ਚੈਪਟਰ ਬੈਡ ਨੰਬਰ 29। ਬੈਡ ਨੰਬਰ 29 ਦਾ ਜਿਹੜਾ ਰਾਈਟਰ ਸੀ ਉਹ ਕੀ ਸੀ, ਕੌਣ ਸੀ ਆਪਣੇ ਕੋਲੇ, ਤਾਰਿਕ ਰਹਿਮਾਨ ਸੀ। ਠੀਕ ਆ, ਤਾਰਿਕ ਰਹਿਮਾਨ ਆਪਣੇ ਕੋਲੇ ਕੌਣ ਸੀ, ਬੈਡ ਨੰਬਰ 29 ਦਾ ਰਾਈਟਰ ਸੀ। ਠੀਕ ਆ, ਉਸ ਤੋਂ ਬਾਅਦ ਅੱਗੇ ਦੇਖੀਏ ਤਾਂ ਆਪਾਂ ਦੀ ਬਲਾਈਂਡ ਮੈਨ ਇਨ ਅ ਸਟੋਰੀ $1000 ਵਾਜ਼ ਸੈਲਿੰਗ ਐਟ ਡੈਸ਼ ਇਨ ਦੀ ਵੌਕ ਸਾਈਟ। 'ਤੇ ਮੈਂ ਤੁਹਾਨੂੰ ਕਰਵਾਇਆ ਵੀ ਸੀ। ਦੇਖੋ ਜੇਕਰ ਤੁਸੀਂ ਧਿਆਨ ਦੇ ਨਾਲ ਮੈਰਾਥਨ ਸੈਸ਼ਨ ਦੇਖੇ ਹੋਣਗੇ ਤਾਂ ਤੁਹਾਨੂੰ ਉਹਦੇ ਵਿੱਚ ਪਤਾ ਹੋਊਗਾ ਕਿ ਉਹ ਜਿਹੜਾ ਬੰਦਾ ਸੀਗਾ ਬਲਾਈਂਡ ਮੈਨ ਸੀ ਉਹ ਪੈਨਸਲਸ ਵੇਚਦਾ ਸੀ। ਠੀਕ ਆ, ਤੇ ਮੈਰਾਥਨ ਸੈਸ਼ਨ ਵਿੱਚ ਆਪਾਂ ਪੜ੍ਹਿਆ ਹੋਇਆ ਵਾ ਇਹ। ਦੀ ₹50 ਵਰਥ ਦੀ ਸ਼ਾਪ ਆਫ ਦੀ ਸੁਬਹ ਵਾਜ਼ ਅ ਡੈਸ਼। ਕੀ ਸੀ ਆਪਣੇ ਕੋਲ, ਸਟਫੀ ਐਂਡ ਡਾਰਕ, ਹਨੇਰਾ ਹੁੰਦਾ, ਲਾਸਟ ਦੇ ਵਿੱਚ ਉਹ ਮਰ ਜਾਂਦਾ ਹੁੰਦਾ ਥੱਲੇ ਆ ਕੇ ਉਹਦੇ, ਆਪਾਂ ਪੜ੍ਹਿਆ ਹੋਇਆ ਵਾ ਚੈਪਟਰ ਤੁਸੀਂ। ਆਲ ਅਰਾਊਂਡ ਦੀ ਵਰਲਡ ਵਾਜ਼ ਅਬਲੈਜ਼। ਕਹਿੰਦੇ ਇਹਦਾ ਐਂਟੋਨੀਅਮ ਦੱਸੋ ਕੀ ਆ, ਬਲੈਜ਼ ਕਿਹਾ ਹੋਇਆ। ਬਲੈਜ਼ ਦਾ ਮਤਲਬ ਹੁੰਦਾ ਰੋਸ਼ਨੀ, ਚਾਨਣ। ਠੀਕ ਆ, ਤਾਂ ਇਹਦਾ ਉਲਟ ਕੀ ਹੋਊਗਾ ਫਿਰ ਆਪਣੇ ਕੋਲ, ਹਨੇਰਾ। ਹਨੇਰਾ ਕੀ ਹੁੰਦਾ, ਡਾਰਕ। ਆਪਣੇ ਕੋਲ ਕੀ ਆਨਸਰ ਆ ਜਾਊਗਾ, ਡਾਰਕ। ਤਾਂ ਆਪਣੇ ਕੋਲ D ਕੀ ਹੋਊਗਾ, ਇਹਦਾ ਕਰੈਕਟ ਆਨਸਰ ਹੋਊਗਾ। ਉਸ ਤੋਂ ਬਾਅਦ ਅੱਗੇ ਦੇਖੀਏ ਜੇ ਆਪਾਂ, ਹੂ ਹੈਜ਼ ਰਿਟਨ ਦੀ ਪੋਇਮ ਡੈਥ ਦੀ ਲੈਵਲਰ। ਡੈਥ ਦੀ ਲੈਵਲਰ ਦੇਖੋ ਮੈਂ ਪੋਇਮ ਦੇ ਤੁਹਾਨੂੰ ਜਿਹੜੇ ਪੋਇਟ ਸੀ ਉਹ ਵੀ ਦੱਸੇ ਸੀ, ਸਾਰੇ ਮੈਂ ਤੁਹਾਨੂੰ ਦੱਸੇ ਸੀ ਵੀ ਜੇਕਰ ਤੁਸੀਂ ਆਪਣੇ ਕੋਲੇ ਕੋਈ ਲੈਸਨ ਆ ਤਾਂ ਉਹਦੇ ਵੀ ਆਥਰ ਦਾ ਨਾਮ ਦੇਖੋ, ਜੇ ਪੋਇਮ ਆ ਤਾਂ ਉਹਦੇ ਵੀ ਪੋਇਟ ਦਾ ਨਾਮ ਦੇਖੋ। ਤਾਂ ਕਹਿੰਦੇ ਡੈਥ ਆਫ ਲੈਵਲਰ ਜਿਹੜਾ ਆਪਣੇ ਕੋਲੇ ਪੋਇਮ ਆ ਉਹਦਾ ਰਾਈਟਰ ਕੌਣ ਸੀਗਾ, ਤਾਂ ਉਹਦਾ ਰਾਈਟਰ ਸੀ ਆਪਣੇ ਕੋਲੇ ਜੇਮਸ ਸ਼ਰਲੇ। ਠੀਕ ਆ, ਦੇਖੋ ਕੀਤੇ ਹੋਣਗੇ ਤੁਸੀਂ, ਇਹਨਾਂ ਨੂੰ ਕੋਈ ਸਮਝਾਉਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਇਹਦੇ ਵਿੱਚ, ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵਾਂ ਕਿ ਤੁਸੀਂ ਪੋਇਟ ਦੇ ਨਾਮ ਤੇ ਆਥਰ ਜ਼ਰੂਰ ਯਾਦ ਕਰਕੇ ਜਾਣੇ ਆ, ਤੇ ਤੁਸੀਂ ਕਰਕੇ ਗਏ ਹੋਵੋਗੇ ਆਈ ਹੋਪ। ਚੈਪਟਰ ਹੈਗਾ ਦੀ ਮੇਕਿੰਗ ਆਫ ਅਰਥ ਇਜ਼ ਰਿਟਨ ਬਾਈ। ਦੀ ਮੇਕਿੰਗ ਆਫ ਅਰਥ ਜਿਹੜਾ ਚੈਪਟਰ ਆ ਉਹ ਕਿਹਨੇ ਲਿਖਿਆ ਸੀ, ਤਾਂ ਉਹ ਲਿਖਿਆ ਸੀ ਆਪਣੇ ਕੋਲੇ ਪੰਡਿਤ ਜਵਾਹਰ ਲਾਲ ਨਹਿਰੂ ਜੀ। ਇੱਥੇ ਲਿਖਿਆ ਹੋਇਆ ਵਾ JL ਨਹਿਰੂ। ਠੀਕ ਆ, ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ। ਦੀ ਸਟੋਰੀ ਆਫ ਹੈਪੀ ਪ੍ਰਿੰਸ ਦੀ ਪੂਅਰੈਸਟ ਸਮੈਸਟਰ ਵਾਜ਼ ਗਿਵਨ ਦੀ ਡੈਸ਼ ਬਾਈ ਦੀ ਸਵੈਲੂ। ਤਾਂ ਇਹ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ ਮੈਰਾਥਨ ਸੈਸ਼ਨ ਦੇ ਵਿੱਚ। ਕੀ ਦਿੱਤਾ ਸੀ ਸਮੈਸਟਰਸ, ਉਹਨੇ ਰੂਬੀ ਦਿੱਤੀ ਸੀ, ਤੇ ਆਪਣੇ ਕੋਲੇ ਕੀ ਹੋਣਾ ਸੀ, ਇਹਦਾ ਸੀ ਕਰੈਕਟ ਆਨਸਰ ਆਉਣਾ ਸੀ। ਇਹਨਾਂ ਚੈਪਟਰ ਆ ਗਿਫਟ ਫॉर ਅ ਕ੍ਰਿਸਮਸ। ਕਹਿੰਦੇ ਜਿਹੜਾ ਜੈਮਸ ਹੈਗਾ ਉਹ ਕਿੰਨੇ ਰੁਪਏ ਅਰਨ ਕਰਦਾ ਸੀ ਇੱਕ ਵੀਕ ਦੇ, ਤਾਂ ਆਪਾਂ ਨੂੰ ਪਤਾ ਕਿੰਨੇ ਰੁਪਏ ਅਰਨ ਕਰਦਾ ਸੀ, $20 ਅਰਨ ਕਰਦਾ ਹੁੰਦਾ ਸੀ। ਠੀਕ ਆ, ਤਾਂ ਇਹ ਚੈਪਟਰ ਵੀ ਪੜ੍ਹਿਆ ਹੋਇਆ ਤੁਸੀਂ, ਇਹਦੇ ਵਿੱਚ ਹੈ ਕੁਐਸਚਨ। ਇਹ ਸਿੰਪਲੀ ਆਪਾਂ ਜੇ ਪੰਜਾਬੀ ਵਿੱਚ ਵੀ ਚੈਪਟਰ ਪੜ੍ਹ ਕੇ ਜਾਂਦੇ ਤਾਂ ਆਪਾਂ ਕਰ ਸਕਦੇ ਸੀ। ਕਹਿੰਦੇ ਰਵਿੰਦਰਨਾਥ ਟੈਗੋਰ ਦੀ ਜਿਹੜੀ ਪੋਇਮ ਆ ਵੇਅਰ ਦੀ ਮਾਈਂਡ ਇਜ਼ ਵਿਦਾਊਟ ਫੀਅਰ, ਉਹ ਕੀ ਰਿਫਲੈਕਟ ਕਰਦੀ ਆ, ਉਹ ਤੋਂ ਕੀ ਮਿਲਦਾ ਆਪਾਂ ਨੂੰ, ਪੈਟਰੀਓਟਿਕ ਮਿਲਦਾ ਵਾ। ਠੀਕ ਆ, ਪੈਟਰੀਓਟਿਜ਼ਮ ਸ਼ੋ ਕਰਦੀ ਹੁੰਦੀ ਹੈ ਕਿ ਤੁਸੀਂ ਗੋਡ ਦੇ ਵਿੱਚ ਫੇਥ ਰੱਖੋ, ਹੈ ਨਾ, ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਦੱਸਦੀ ਹੁੰਦੀ ਹੈ। ਤੇ ਇਹਦੇ ਵਿੱਚ B ਆਪਣੇ ਕੋਲ ਇਹਦਾ ਸਹੀ ਆਨਸਰ ਆਉਣਾ ਸੀ। ਉਸ ਤੋਂ ਬਾਅਦ ਆਪਣੇ ਕੋਲੇ ਸਰ ਪ੍ਰਤਾਪ ਆ ਜਿਹੜਾ ਉਹ ਕਿੱਥੇ ਰਹਿੰਦਾ ਹੁੰਦਾ ਵਾ, ਮੈਂ ਤੁਹਾਨੂੰ ਦੱਸਿਆ ਹੋਇਆ ਸੀ ਜਿਹੜਾ ਉਹਦੇ ਹਾਊਸ ਦਾ ਨੇਮ ਹੁੰਦਾ ਵਾ, ਆਪਾਂ ਕਰਕੇ ਆਏ ਆ ਮੈਰਾਥਨ ਸੈਸ਼ਨ ਦੇ ਵਿੱਚ ਵੀ, ਉਹ ਸੀ ਆਪਣੇ ਕੋਲੇ ਰੈੱਡ ਰੋਜ਼। ਉਸ ਤੋਂ ਬਾਅਦ ਜੇਕਰ ਆਪਾਂ ਗ੍ਰਾਮਰ ਦੇ ਵਿੱਚ ਆਈਏ, ਹਿਸ ਇੰਟਰਵਿਊ ਵਾਜ਼ ਹੈਲਡ ਡੈਸ਼ ਮੰਡੇ 30 ਅਕਤੂਬਰ। ਤਾਂ ਇਹਦਾ ਮਤਲਬ ਇੱਥੇ ਆਪਣੇ ਕੋਲ ਕੀ ਪੁੱਟ ਕਰਨ ਵਾਸਤੇ ਕਿ ਉਹਨਾਂ ਨੇ ਪ੍ਰੈਪੋਜੀਸ਼ਨ ਕਰਨ ਵਾਸਤੇ ਕਿਹਾ, ਤਾਂ ਇੱਥੇ ਕੀ ਆਊਗਾ ਔਨ। ਠੀਕ ਆ, ਔਨ ਮੰਡੇ 20 ਅਕਤੂਬਰ। ਅੱਗੇ ਦੇਖੋ ਮੈਂ ਤੁਹਾਨੂੰ ਟੈਂਸਸ ਕਰਵਾਏ ਸੀ ਜਦੋਂ ਮੈਂ ਆਪਣੇ ਕੋਲ ਮੈਰਾਥਨ ਸੈਸ਼ਨ ਹੋਇਆ ਸੀ, ਮੇਰੇ ਕੋਲ ਟਾਈਮ ਘੱਟ ਹੋਣ ਕਰਕੇ ਮੈਂ ਟੈਂਸਸ ਤੇ ਵੌਇਸ ਕਰਾਤੇ ਸੀ, ਬਾਕੀ ਮੈਂ ਕੁਝ ਕਰਾਇਆ ਨਹੀਂ ਸੀ। ਠੀਕ ਆ, ਮੋਡਲਸ ਵੀ ਨਹੀਂ ਕਰਾਏ ਸੀ। ਤੇ ਇਹਨਾਂ ਨੇ ਕਿਹਾ ਵਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊ ਕਰੋ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊ ਦੇ ਵਿੱਚ ਕੀ ਯੂਜ਼ ਕਰਦੇ ਹੁੰਦੇ ਆ, ਹੈਜ਼ ਹੈਵ ਯੂਜ਼ ਕਰਦੇ ਹੁੰਦੇ ਆ। ਉਸ ਤੋਂ ਬਾਅਦ
वर्ब हैज़ हैव ਦੇ ਨਾਲ ਕੀ ਯੂਜ਼ ਕਰਾਂਗੇ, ਬੀਨ ਯੂਜ਼ ਕਰਾਂਗੇ। वर्ब ਦੀ ਫਸਟ ਫਾਰਮ ਦੇ ਨਾਲ ing ਯੂਜ਼ ਕਰਾਂਗੇ। प्लस इत्थे ਜਾਂ ਤਾਂ फॉर लगा ਹੁੰਦਾ ਜਾਂ ਫਿਰ ਇੱਥੇ सिंस लगा ਹੁੰਦਾ, ठीक है, टाइम लिखिया ਹੁੰਦਾ। ਤੇ मैं ਤੁਹਾਨੂੰ ਇਹ ਵੀ ਦੱਸਿਆ ਸੀ फॉर कदों यूज़ करना, सिंस कदों यूज़ करना। फॉर ਹੁੰਦਾ ਆਪਣੇ ਕੋਲੇ पीरियड ऑफ टाइम वास्ते, एंड ਜਿਹੜਾ सिंस ਹੁੰਦਾ ਉਹ ਆਪਣੇ ਕੋਲੇ ਕਾਹਦੇ ਵਾਸਤੇ यूज़ ਕਰਦੇ ਹੁੰਦੇ ਆਪਾਂ, पॉइंट ऑफ टाइम वास्ते, ठीक है। पॉइंट ऑफ टाइम वास्ते ਆਪਾਂ सिंस यूज़ ਕਰਦੇ ਹੁੰਦੇ ਆ। ਹੁਣ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇੱਥੇ हैज़ हैव बीन ਤੇ वर्ब ਦੀ ਫਸਟ ਫਾਰਮ ਨਾਲ ing ਕਿੱਥੇ ਕਿੱਥੇ ਲੱਗਾ ਹੋਇਆ, ਤਾਂ ਇਹਦਾ ਕੱਟਿਆ ਗਿਆ ਬੀ, ਕਿਉਂਕਿ ਇੱਥੇ ਐਮ ਲੱਗਾ ਹੋਇਆ। ਆਈ ਦੇ ਨਾਲ हैज़ ਕਦੇ ਨਹੀਂ ਲੱਗਦਾ ਹੁੰਦਾ, ਇਹ ਵੀ ਕੱਟਿਆ ਗਿਆ। ਤਾਂ ਆਪਣੇ ਕੋਲੇ ਏ ਤੇ ਬੀ ਦੇ ਵਿੱਚੋਂ ਕੋਈ ਸਹੀ ਆਨਸਰ ਆ, ਠੀਕ ਆ। ਇਹਦੇ ਵਿੱਚ ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਲਾਸਟ ਵਿੱਚ ਇੱਥੇ ਸਿੰਸ ਲੱਗਾ ਹੋਇਆ, ਇੱਥੇ ਆਫ ਲੱਗਾ ਹੋਇਆ। ਤਾਂ ਇੱਥੇ ਦੋ ਚੀਜ਼ਾਂ ਹੀ ਆ ਸਕਦੀਆਂ, ਜਾਂ ਤਾਂ ਆਪਣੇ ਕੋਲ ਕੀ ਆ ਸਕਦਾ, ਫॉर ਆ ਸਕਦਾ, ਜਾਂ ਫਿਰ ਆਪਣੇ ਕੋਲ ਇੱਥੇ ਕੀ ਆ ਸਕਦਾ, ਸਿੰਸ ਆ ਸਕਦਾ ਵਾ। ਇਹਦਾ ਮਤਲਬ ਡੀ ਸਟੇਟਮੈਂਟ ਵੀ ਇਨਕਰੈਕਟ ਹੋ ਗਈ, ਇਹ ਆਪਣੇ ਕੋਲੇ ਕੀ ਹੋ ਗਈ, ਦੀ ਕਰੈਕਟ ਸਟੇਟਮੈਂਟ ਹੋ ਗਈ, ਠੀਕ ਆ। ਚਲੋ, ਵॉक ਫਾਸਟ ਲੈਸਟ ਡੈਸ਼ ਯੂ ਮਿਸ ਦੀ ਟ੍ਰੇਨ। ਤਾਂ ਇੱਕ ਚੀਜ਼ ਯਾਦ ਰੱਖਿਓ, ਜਦੋਂ ਵੀ ਆਪਣੇ ਕੋਲੇ ਲਿਸਟ ਆਵੇ ਉਸ ਤੋਂ ਬਾਅਦ ਹਮੇਸ਼ਾ ਆਪਣੇ ਕੋਲੇ ਸ਼ੁੱਡ ਹੀ ਯੂਜ਼ ਹੁੰਦਾ, ਬਸ, ਠੀਕ ਆ। ਮੈਂ ਤੁਹਾਨੂੰ ਮੋਡਲਸ ਕਰਾਉਣ ਲੱਗਾ ਸੀ, ਵੈਸੇ ਤੁਸੀਂ ਕਹਿਣਾ ਕਿ ਮੈਂ ਸ਼ਾਇਦ ਝੂਠ ਮਾਰਦਾ ਹਾਂ, ਬਟ ਜਦੋਂ ਮੈਂ ਮੋਡਲਸ ਕਰਾਉਣ ਲੱਗਾ ਸੀ ਤਾਂ ਇਹ ਸੈਂਟੈਂਸ ਵਿੱਚ ਮੈਂ ਲਿਖਿਆ ਹੋਇਆ ਸੀ, ਬਟ ਟਾਈਮ ਘੱਟ ਹੋਣ ਕਰਕੇ ਮੈਥੋਂ ਕਰਵਾਏ ਨਹੀਂ ਗਏ ਮੋਡਲਸ, ਬਟ ਸੇਮ ਸੈਂਟੈਂਸ ਉਹਦੇ ਅੰਦਰ ਲਿਖਿਆ ਹੋਇਆ ਸੀ ਇਹ, ਠੀਕ ਹੈ। ਜੇ ਮੈਂ ਕਰਵਾ ਦਿੰਦਾ ਤਾਂ ਡੈਫੀਨੇਟਲੀ ਤੁਹਾਡਾ ਇਹ ਵੀ ਸਹੀ ਹੋਣਾ ਸੀ, ਬਟ ਆਈ ਹੋਪ ਕਿ ਫਿਰ ਵੀ ਤੁਸੀਂ ਪੜ੍ਹ ਕੇ ਗਏ ਹੋਵੋਗੇ। ਤੇ ਇੱਥੇ ਆਪਣੇ ਕੋਲੇ ਸ਼ੁੱਡ ਆਉਣਾ ਸੀ। आई विल टेक डैश दैन अ 5 मिनट टू गैट रेडी। तो इतने तो ध्यान ना देखो अपने को कहते किन्ने मिनट लवांगे रेडी होने वास्ते, किन्ने, ठीक है। मैनी मिनट आ सकता, मच मिनट आ सकते, तो दोनों कट्टे गए। फ्यू मिनट नहीं आ सकता, लैस दैन अपने को जे आप सेंटेंस भी देखिए ना भर के उतों भी पता लगी जाता। आई विल टेक लैस दैन 5 मिनट टू गैट रेडी, तो मैं 5 मिनट तो भी घटदा टाइम लाऊंगा कहते रेडी होने वास्ते। आई मिट डैश यूरोपीयन यस्टरडे। यूरोपीयन का देखो ई का लगा होया अगे, बट ਇਹਦੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਹੈ ਨਾ, ਜਿਹੜੀ ਸਾਊਂਡ ਆ ਰਹੀ ਹੈ, ਤੁਸੀਂ ਉਹ ਦੇਖੋ ਯੂਰੋਪੀਅਨ ਆ ਰਿਹਾ, ਠੀਕ ਆ। ਤੇ ਇਹਦਾ ਮਤਲਬ ਇੱਥੇ ਐਨ ਨਹੀਂ ਆ ਸਕਦਾ, ਇਹਦਾ ਦੋਨੇ ਆ ਹੀ ਨਹੀਂ ਸਕਦੇਗੇ। ਇਹਦਾ ਮਤਲਬ ਇਹ ਆਪਣੇ ਕੋਲ ਇੱਥੇ ਕਰੈਕਟ ਆਨਸਰ ਹੋਊਗਾ, ਠੀਕ ਆ। ਆਈ ਮੇਟ ਅ ਯੂਰੋਪੀਅਨ। ਹੀ ਡਿਸਟ੍ਰੀਬਿਊਟਡ ਦੀ ਟੌਫੀ। ਟੌਫੀ ਕਿਹਦੇ ਵਿੱਚ ਡਿਸਟ੍ਰੀਬਿਊਟ ਕੀਤੀਆਂ, ਚਿਲਡਰਨ ਦੇ ਵਿੱਚ। ਕੀ ਪੁੱਟ ਕਰਨਾ, ਪ੍ਰੈਪੋਜੀਸ਼ਨ। ਤਾਂ ਦੇਖੋ ਬਿਟਵੀਨ ਚਿਲਡਰਨ ਆ ਸਕਦਾ, ਬਿਟਵੀਨ ਤਾਂ ਦੋਵਾਂ ਬੰਦਿਆਂ ਵਾਸਤੇ ਹੁੰਦਾ ਵਾ, ਤੇ ਇੱਥੇ ਦੋ ਤਾਂ ਹੈ ਨਹੀਂ ਗੇ, ਆਲ ਦੀ ਚਿਲਡਰਨ ਲਿਖਿਆ ਹੋਇਆ, ਤਾਂ ਕੱਟਿਆ ਗਿਆ। ਐਟ ਤਾਂ ਪੁਆਇੰਟ ਵਾਸਤੇ ਯੂਜ਼ ਹੁੰਦਾ, ਜਮਾ ਹੀ ਨਹੀਂ ਆ ਸਕਦਾ। ਬੀ ਸਾਈਡ ਤਾਂ ਆਪਣੀ ਸਾਈਡ ਵਿੱਚ ਕੋਈ ਚੀਜ਼ ਹੁੰਦੀ ਹੋਵੇ ਉਹਦੇ ਵਾਸਤੇ ਹੁੰਦਾ, ਤੇ ਇੱਕ ਹੀ ਰਹਿ ਗਿਆ ਅਮੰਗ। ਅਮੰਗ ਦੀ ਚਿਲਡਰਨ ਮਤਲਬ ਦੋ ਤੋਂ ਵੱਧ ਜਦੋਂ ਹੋਣ ਤਾਂ ਉਹਦੇ ਵਿੱਚ ਆਪਾਂ ਕੋਈ ਚੀਜ਼ ਦੇਣੀ ਹੋਵੇ ਜਾਂ ਉਹਦੇ ਬਾਰੇ ਗੱਲ ਕਰਨੀ ਹੋਵੇ ਤਾਂ ਫਿਰ ਆਪਾਂ ਅਮੰਗ ਯੂਜ਼ ਕਰਦੇ ਹੁੰਦੇ ਹਾਂ। ਦੀ ਗ੍ਰੈਂਡ ਮਦਰ ਟੈਲ ਮੀ ਸਟੋਰੀ ਇਨ ਮਾਈ ਚਾਈਲਡਹੁੱਡ। ਜਿਹੜੀ ਗ੍ਰੈਂਡ ਮਦਰ ਆ ਉਹ ਮੈਨੂੰ ਜਿਹੜੀ ਬਚਪਨ ਦੇ ਵਿੱਚ ਸਟੋਰੀ ਸੁਣਾਉਂਦੀ ਹੁੰਦੀ ਸੀ। ਤਾਂ ਵਿਲ ਆ ਸਕਦਾ, ਫਿਊਚਰ ਦੇ ਵਿੱਚ ਥੋੜ੍ਹੀ ਸੁਣਾਉਂਦੀ ਸੀ, ਤਾਂ ਕੱਟਿਆ ਹੀ ਗਿਆ, ਹੈ ਨਾ। ਨੀਡ ਦਾ ਮਤਲਬ ਜ਼ਰੂਰੀ ਆ, ਇਹ ਵੀ ਕੱਟਿਆ ਗਿਆ। ਕੈਨ ਵੀ ਨਹੀਂ ਆ ਸਕਦਾ, ਕੈਨ ਤਾਂ ਅਬਿਲਿਟੀ ਸ਼ੋ ਕਰਦਾ ਹੁੰਦਾ। ਜੇ ਆਪਾਂ ਮੋਡਲਸ ਪੜ੍ਹੇ ਹੋਣ ਤਾਂ ਯੂਜ਼ ਟੂ ਆਊਗਾ। ਯੂਜ਼ ਟੂ ਆਪਾਂ ਕਿਸੇ ਵੀ ਪਾਸਟ ਹੈਬਿਟ ਨੂੰ ਸ਼ੋਅ ਕਰਨ ਵਾਸਤੇ ਯੂਜ਼ ਕਰਦੇ ਹਾਂ। ਪਾਸਟ ਹੈਬਿਟ ਨੂੰ ਸ਼ੋਅ ਕਰਨ ਵਾਸਤੇ ਆਪਾਂ ਯੂਜ਼ ਟੂ ਵੀ ਯੂਜ਼ ਕਰ ਸਕਦੇ, ਆਪਾਂ ਵੁੱਡ ਵੀ ਯੂਜ਼ ਕਰ ਸਕਦੇ ਹੁੰਦੇ ਹਾਂ। ਜੇ ਵੁੱਡ ਹੁੰਦਾ ਉਹ ਵੀ ਆਨਸਰ ਸਹੀ ਸੀਗਾ, ਬਟ ਇੱਥੇ ਵੁੱਡ ਤਾਂ ਹੈ ਨਹੀਂਗਾ, ਫਿਰ ਯੂਜ਼ ਟੂ ਆਨਸਰ ਇਹ ਸਹੀ ਹੋਊਗਾ ਆਪਣੇ ਕੋਲੇ। ਆਈ ਵਾਚ ਡੈਸ਼ ਕਾਰ। ਆਈ ਵਾਚ ਦੀ ਕਾਰ ਡੈਸ਼ ਇਨ ਦੀ ਡਾਰਕਨੈਸ। ਇੱਥੇ ਨॉन ਫਾਈਨਾਈਟ ਪੁੱਟ ਕਰਨਾ। ਜੇ ਨॉन ਫਾਈਨਾਈਟ ਪੁੱਟ ਕਰਨਾ ਤਾਂ ਗੈਰੰਟ ਤਾਂ ਆ ਹੀ ਨਹੀਂ ਸਕਦਾ, ਇਹ ਤਾਂ ਵੈਸੇ ਹੀ ਕੱਟਿਆ ਗਿਆ, ਹੈ ਨਾ। ਆਈ ਵਾਚ ਦੀ ਕਾਰ डिसअपीयर्ड इन दी डार्कनेस। ਦਾ ਸੀ ਇਹਦਾ ਕਰੈਕਟ ਆਨਸਰ ਆ, ਠੀਕ ਆ, ਕਿਉਂਕਿ ਇੱਥੇ ਵਰਬ ਦੀ ਸੈਕਿੰਡ ਫਾਰਮ ਯੂਜ਼ ਕੀਤੀ ਗਈ ਆ, ਤਾਂ ਇੱਥੇ ਆਪਣੇ ਕੋਲ ਡਿਸਅਪੀਅਰਡ ਆਊਗਾ, ਡਿਸਅਪੀਅਰ ਨਹੀਂ ਆਊਗਾ ਸਕਦਾ, ਠੀਕ ਆ। ਟੂ ਡਿਸਅਪੀਅਰ ਵੀ ਕੱਟਿਆ ਜਾਣਾ। ਤਾਂ ਆਈ ਵਾਚ ਦੀ ਕਾਰ ਡਿਸਅਪੀਅਰਡ ਇਨ ਦੀ ਡਾਰਕਨੈਸ, ਤਾਂ ਆਪਣੇ ਕੋਲ ਇਹਦਾ ਸੀ ਆਨਸਰ ਕਰੈਕਟ ਸੀਗਾ। ਹਾਊ ਡੈਸ਼ ਦੀ ਪ੍ਰੋਬਲਮ। ਦੇਖੋ ਪਾਸਟ ਸਿੰਪਲ ਮੈਂ ਤੁਹਾਨੂੰ ਕਰਾਇਆ ਹੋਇਆ ਸੀ, ਜੇ ਤੁਸੀਂ ਧਿਆਨ ਨਾਲ ਦੇਖਿਆ ਹੋਊਗਾ ਤਾਂ ਮੈਂ ਕਿਹਾ ਜਦੋਂ ਆਪਾਂ ਇੰਟੈਰੋਗੇਟਿਵ ਜਾਂ ਨੈਗੇਟਿਵ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਡਿਡ ਲਾਉਂਦੇ ਹੁੰਦੇ ਹਾਂ, ਤੇ ਡਿਡ ਤੋਂ ਬਾਅਦ ਵਰਬ ਦੀ ਫਸਟ ਫਾਰਮ ਲੱਗੀ ਹੁੰਦੀ ਹੈ। ਤਾਂ ਤੁਸੀਂ ਦੇਖ ਲਓ ਡਿਡ ਤੋਂ ਬਾਅਦ ਵਰਬ ਦੀ ਫਸਟ ਫਾਰਮ ਕਿੱਥੇ ਲੱਗੀ ਹੈ, ਤੇ ਇਹ ਤਾਂ ਵੈਸੇ ਹੀ ਕੱਟੇ ਗਏ ਵਿਲ ਤੇ ਡੂ ਵਾਲੇ ਦਾ, ਹੈ ਨਾ। ਡਿਡ ਤੋਂ ਬਾਅਦ ਵਰਬ ਦੀ ਸੈਕਿੰਡ ਫਾਰਮ ਲੱਗੀ, ਇਹ ਵੀ ਕੱਟਿਆ ਗਿਆ। ਡਿਡ ਤੋਂ ਬਾਅਦ ਵਰਬ ਦੀ ਫਸਟ ਫਾਰਮ ਲੱਗੀ, ਇਹਦਾ ਮਤਲਬ ਡੀ ਆਪਣੇ ਕੋਲ ਕਰੈਕਟ ਆਨਸਰ ਹੋਊਗਾ, ਹੈ ਨਾ। ਉਸ ਤੋਂ ਬਾਅਦ ਦੇਖੋ ਦੈਟ ਵਿਚ ਕੈਨ ਨਾਟ ਬੀ ਕਨਕਿਊਰਡ। ਕਹਿੰਦੇ ਉਹ ਕਿਹੜੀ ਚੀਜ਼ ਆ ਜਿਹਨੂੰ ਕਨਕਿਊਰਡ ਨਹੀਂ ਕੀਤਾ ਜਾ ਸਕਦਾਗਾ। ਧਿਆਨ ਨਾਲ ਦੇਖੋ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਇਮੋਰਟਲ ਕੀ ਹੁੰਦਾ, ਜਿਹੜਾ ਮਰ ਨਹੀਂ ਸਕਦਾ। ਲੂਜ਼ਰ ਜਿਹੜਾ ਹਾਰ ਜਾਂਦਾ ਵਾ। ਇਨਸੈਪਟ ਜਿਹਦੇ ਕੋਲੇ ਕੋਈ ਕਾਬਲੀਅਤ ਤਾਂ ਆਉਂਦੀ ਪਰ ਸ਼ੋਅ ਹੀ ਨਹੀਂ ਕਰਦਾ ਉਹ, ਹੈ ਨਾ। ਜਿਵੇਂ ਮੰਨ ਲਓ ਕਿ ਬੱਚੇ ਨੂੰ ਕੋਈ ਆਉਂਦਾ ਤਾਂ ਹੈਗਾ, ਪੇਪਰ 'ਚ ਕਰਕੇ ਕੁਛ ਆਉਂਦਾ ਨਹੀਂ, ਤਾਂ ਇਹ ਤਾਂ ਕੋਈ ਹੈ ਨਹੀਂ ਨਾ ਇਹਨਾਂ ਦੇ ਵਿੱਚੋਂ ਦਾ ਕਰੈਕਟ ਆਨਸਰ। ਤਾਂ ਜਿਹਨੂੰ ਨਹੀਂ ਕਨਕਿਊਰ ਕਰ ਸਕਦੇ ਉਹ ਆਪਣੇ ਕੋਲ ਕੀ ਹੁੰਦਾ, ਇਨਵਿੰਸੀਬਲ ਹੁੰਦਾ, ਠੀਕ ਆ। ਅੱਗੇ ਦੇਖਦੇ ਹਾਂ 22 ਨੈਰੋ escape ਆਪਣੇ ਕੋਲ ਇੱਕ ਈਡੀਅਮ ਆ। ਕਹਿੰਦੇ ਨੈਰੋ escape ਦਾ ਮਤਲਬ ਕੀ ਹੁੰਦਾ ਵਾ। ਨੈਰੋ escape ਦਾ ਮਤਲਬ ਹੁੰਦਾ ਜਿਹਨੂੰ ਆਪਾਂ ਕਹਿੰਦੇ ਬਾਲ ਬਚੇ, ਹੈ ਨਾ। ਆਪਾਂ ਕਹਿੰਦੇ ਮਸਾਂ ਹੀ ਬਚੇ। ਤਾਂ ਜਦੋਂ ਮਸਾਂ ਹੀ ਬਚੇ ਦਾ ਮਤਲਬ ਕੀ ਹੈ ਕਿ ਕੋਈ ਡੇਂਜਰ ਆ ਗਿਆ ਸੀ, ਕੋਈ ਡਿਫੀਕਲਟੀ ਆ ਗਈ ਸੀ, ਪਰ ਆਪਾਂ ਉੱਥੋਂ ਨਿਕਲ ਗਏ, ਹੈ ਨਾ। ਅਤੇ ਇਹਦਾ ਆਨਸਰ ਆ ਜਾਊਗਾ ਅਵੋਇਡ ਡੇਂਜਰ ਐਂਡ ਡਿਫੀਕਲਟੀ। ਤਾਂ ਆਪਾਂ ਕਿਸੇ ਡੇਂਜਰ ਤੋਂ ਨਿਕਲਣਾ, ਕਿਸੇ ਡਿਫੀਕਲਟੀ ਤੋਂ ਮਤਲਬ ਨਿਕਲ ਜਾਣਾ, ਉਹਨੂੰ ਆਪਾਂ ਕਹਿ ਦਿੰਦੇ ਨੈਰੋ escape, ਮਤਲਬ ਮਸਾਂ ਹੀ ਬਚੇ, ਜਿਹਨੂੰ ਆਪਾਂ ਕਹਿ ਦਈਏ। ਡੈਸ਼ ਯੂ ਹੈਲਪ ਮੀ ਆਈ ਕੈਨ ਨਾਟ ਹੈਲਪ ਦਿਸ ਵਰਕ। ਕਹਿੰਦੇ ਡੈਸ਼ ਯੂ ਹੈਲਪ ਮੀ ਆਈ ਕੈਨ ਨਾਟ ਫਿਨਿਸ਼ ਦਿਸ ਵਰਕ।
ਤਾਂ ਇੱਥੇ ਦੇਖੋ ਜੇ ਆਪਾਂ ਇਫ ਲਾਵਾਂਗੇ ਤਾਂ ਇਹਦਾ ਮਤਲਬ ਇਹ ਹੋਗਾ ਕਿ ਜੇ ਤੂੰ ਮੇਰੀ ਹੈਲਪ ਨਹੀਂ ਕਰੇਗਾ ਤਾਂ ਮੈਂ ਫਿਨਿਸ਼ ਨਹੀਂ ਕਰ ਸਕਦਾ। ਟਿਲ ਆਪਾਂ ਟਾਈਮ ਵਾਸਤੇ ਯੂਜ਼ ਕਰਦੇ ਹੁੰਦੇ ਹਾਂ, ਬਿਕੋਜ਼ ਤਾਂ ਆ ਹੀ ਨਹੀਂ ਸਕਦਾ ਇੱਥੇ, ਤਾਂ ਇੱਥੇ ਅਨਲਿਸ ਆਊਗਾ, ਇਫ ਵੀ ਨਹੀਂ ਆ ਸਕਦਾ। ਅਨਲਿਸ ਦਾ ਮਤਲਬ ਅਨਲਿਸ ਆਪਾਂ ਐਕਸ਼ਨ ਵਾਸਤੇ ਯੂਜ਼ ਕਰਦੇ ਹੁੰਦੇ ਹਾਂ, ਹੈ ਨਾ। ਕਿਵੇਂ ਕਿ ਜਦ ਤੱਕ ਤੂੰ ਮੇਰੀ ਹੈਲਪ ਨਹੀਂ ਕਰੇਗਾ ਤਦ ਤੱਕ ਮੈਂ ਕੰਮ ਨਹੀਂ ਕਰ ਸਕਦਾ ਪੂਰਾ ਆਪਦਾ। ਇਹਦਾ ਮਤਲਬ ਕੀ ਹੋਊਗਾ, ਇਫ ਵੀ ਨਹੀਂ ਆ ਸਕਦਾ, ਟਿਲ ਵੀ ਨਹੀਂ ਆ ਸਕਦਾ, ਬਿਕੋਜ਼ ਵੀ ਨਹੀਂ ਆ ਸਕਦਾ, ਇੱਥੇ ਅਨਲਿਸ ਆਪਣੇ ਕੋਲ ਸਹੀ ਆਂਸਰ ਹੋਊਗਾ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪੈਸੇਜ ਨੂੰ ਰੀਡ ਆਊਟ ਕਰ ਲੈਣਾ ਵੀਡੀਓ ਪੌਜ਼ ਕਰਨ ਤੋਂ ਬਾਅਦ, ਕਿਉਂਕਿ ਪੈਸੇਜ ਮੈਂ ਪੜ੍ਹਿਆ ਨਹੀਂਗਾ। ਐਂਡ ਉਸ ਤੋਂ ਬਾਅਦ ਫਿਰ ਆਪਾਂ ਆਂਸਰ ਦੇਖਦੇ ਹਾਂ। ਦੇਖੋ ਜਿਹੜਾ ਪੈਸੇਜ ਹੈ ਉਸ ਨੂੰ ਮੈਂ ਰੀਡ ਆਊਟ ਕਰ ਲਿਆ ਵਾ। ਰੀਡ ਆਊਟ ਕਰਨ ਤੋਂ ਬਾਅਦ ਹੁਣ ਆਪਾਂ ਦੇਖਦੇ ਅੱਗੇ ਆਂਸਰ ਕੀ ਹੋਣਗੇ ਇਹਦੇ। ਪਹਿਲਾਂ ਉਹਨੇ ਕਿਹਾ ਵਾ ਦੀ ਵੈਰਾਈਟੀ ਆਫ ਟੀ ਇਜ਼ ਨਾਟ ਡਿਸਕਸਡ ਅਬਵ ਦੀ ਪੈਸੇਜ। ਕਹਿੰਦੇ ਕਿਹੜੀ ਟਾਈਪ ਦੀ ਟੀ ਨੂੰ ਉੱਪਰ ਡਿਸਕਸ ਨਹੀਂ ਕੀਤਾ ਗਿਆ, ਇਨਫਿਊਜ਼ ਤਾਂ ਕੀਤਾ ਗਿਆ ਵਾ, ਬਬਲ ਨਹੀਂ ਕੀਤਾ ਗਿਆ, ਹਰਬਲ ਵੀ ਕੀਤੀ ਗਈ ਹੈ ਤੇ ਮਾਚਾ ਵੀ ਕੀਤਾ ਗਿਆ ਵਾ। ਤਾਂ ਆਪਣੇ ਕੋਲ ਇਹਦਾ ਬੀ ਆਂਸਰ ਆਊਗਾ ਸਹੀ, ਠੀਕ ਆ। ਉਸ ਤੋਂ ਬਾਅਦ ਕੀ ਕਹਿੰਦੇ, ਮੈਚਾ ਇਜ਼ ਦੀ ਪਿਓਰੈਸਟ ਫਾਰਮ ਆਫ। ਜਿਹੜੀ ਮੈਚਾ ਹੁੰਦੀ ਉਹ ਪਿਓਰੈਸਟ ਫਾਰਮ ਕਿਹਦੀ ਹੁੰਦੀ ਆ, ਕਿਹੜੀ ਟੀ ਦੀ ਹੁੰਦੀ ਆ? ਬਲੈਕ ਟੀ ਦੀ ਹੁੰਦੀ ਆ, ਲੈਮਨ ਟੀ ਦੀ ਹੁੰਦੀ ਆ, ਗ੍ਰੀਨ ਟੀ ਦੀ ਹੁੰਦੀ ਆ, ਜਾਂ ਫਿਰ ਕੌਫੀ ਦੀ ਹੁੰਦੀ ਆ। ਦੇਖੋ ਜੇ ਆਪਾਂ ਧਿਆਨ ਦੇ ਨਾਲ ਪੜ੍ਹਿਆ ਹੋਊਗਾ ਤਾਂ ਗ੍ਰੀਨ ਟੀ ਦੀ ਹੁੰਦੀ ਆ, ਠੀਕ ਆ। ਉਸ ਤੋਂ ਬਾਅਦ ਹਰਬਲ ਟੀ ਡਜ਼ ਨਾਟ ਟੇਸਟ। ਹਰਬਲ ਟੀ ਕਿਹੜੀ ਚੀਜ਼ ਨੂੰ ਟੇਸਟ ਨਹੀਂ ਕਰਦੀ? ਜੇ ਆਪਾਂ ਥੋੜ੍ਹੇ ਉੱਪਰ ਜਾ ਕੇ ਦੇਖੀਏ ਇੱਕ ਵਾਰੀ ਪੈਸੇਜ ਦੇ ਵਿੱਚ, ਤਾਂ ਇੱਥੇ ਆਪਣੇ ਕੋਲ ਹਰਬਲ ਟੀ ਹੋਊਗੀ। ਹਾਂ, ਹਰਬਲ ਟੀ ਜੇ ਆਪਾਂ ਦੇਖੀਏ ਥੋੜਾ ਉੱਪਰ ਜਾਂਦੇ ਹਾਂ, ਠੀਕ ਆ। ਪੈਸੇਜ ਦੇਖੋ ਰੀਡ ਆਊਟ ਕਰਾਂਗੇ, ਜੇ ਸਾਹਮਣੇ ਆਪਣੇ ਕੋਲ ਪਿਆ ਹੋਵੇ ਤਾਂ ਦੇਖਣਾ ਥੋੜਾ ਸੌਖਾ ਹੋ ਜਾਂਦਾ। ਦੇਖੋ ਸਪਾਈਸੀ ਆ, ਫਲਾਵਰੀ ਐਂਡ ਫਰੂਟੀ ਆ, ਸਪਾਈਸੀ, ਫਲਾਵਰੀ ਐਂਡ ਫਰੂਟੀ। ਤਾਂ ਕਿਹੜਾ ਆਪਸ਼ਨ ਫਿਰ ਇਹਦੇ ਵਿੱਚੋਂ ਨਹੀਂ ਹੋਊਗਾ? ਸਵੀਟ ਨਹੀਂ ਹੋਊਗਾ, ਹੈ ਨਾ। ਸਵੀਟ ਆਪਣੇ ਕੋਲ ਕਰੈਕਟ ਆਂਸਰ ਆ ਜਾਊਗਾ। ਨੋਟ ਕਹਿਣਾ ਉਹਨੇ। ਦੀ ਇਨਫਿਊਜ਼ਡ ਟੀ ਕਲਰ ਇਜ਼ ਨੋਟ। ਇਨਫਿਊਜ਼ ਟੀ ਜਿਹੜੀ ਟੀ ਹੁੰਦੀ ਆ, ਕੂਲਰ ਇਜ਼ ਨੋਟ। ਠੰਡੀ ਜਿਹੜੀ ਆਪਣੇ ਕੋਲ ਚਾਹ ਹੁੰਦੀ ਆ ਉਹਦੇ ਵਿੱਚ ਕੀ ਨਹੀਂ ਹੁੰਦਾ, ਠੀਕ ਆ। ਐਡਡ ਵਿਦ ਮਿਲਕ ਹੁੰਦਾ। ਦੇਖੋ ਫਲਾਵਰਡ ਵਾਟਰ ਵੀ ਹੁੰਦਾ ਆਪਣੇ ਕੋਲ, ਉਹਦੇ ਅੰਦਰ ਹਾਈਡਰੇਟਡ ਫਰੈਸ਼ ਵੀ ਹੁੰਦਾ ਵਾ, ਐਂਡ ਉਹਦੇ ਅੰਦਰ ਆਈਸ ਵੀ ਪਾਉਂਦੇ ਹੁੰਦੇ ਆ। ਤਾਂ ਆਪਣੇ ਕੋਲ ਡੀ ਦੇ ਅੰਦਰ ਕਰੈਕਟ ਆਂਸਰ ਆ ਜਾਊਗਾ। ਪੈਸੇਜ ਦੇ ਅਕੋਰਡਿੰਗ ਤਾਂ ਇਹੀ ਬਣਦਾ, ਠੀਕ ਆ। ਇੱਕ ਵਾਰ ਫਿਰ ਵੀ ਤੁਸੀਂ ਰੀਡ ਆਊਟ ਕਰਕੇ ਦੇਖ ਸਕਦੇ ਆ। ਦੀਜ਼ ਨਿਊ ਏਜ ਬਰਿਊਜ਼ ਆਰ ਨਾਟ ਬੀਇੰਗ ਸਰਵਡ। ਕਹਿੰਦੇ ਕਿੱਥੇ ਸਰਵ ਨਹੀਂ ਕੀਤੇ ਜਾਂਦੇ ਜਿਹੜੇ ਨਵੇਂ ਟਾਈਪ ਦੇ ਆਪਣੇ ਕੋਲ ਬਰਿਊਜ਼ ਆਉਂਦੇ ਆ, ਮਤਲਬ ਟੀਜ਼ ਆਉਂਦੀਆਂ ਨਵੀਆਂ ਟਾਈਪ ਦੀਆਂ, ਵੱਖ-ਵੱਖ ਡਿਫਰੈਂਟ ਟਾਈਪ ਦੀਆਂ ਵੈਰਾਈਟੀਜ਼ ਦੀਆਂ, ਉਹ ਕਿੱਥੇ ਨਹੀਂ ਦਿੱਤੀਆਂ ਜਾਂਦੀਆਂ। ਤਾਂ ਆਪਾਂ ਇੱਕ ਵਾਰੀ ਦੇਖ ਹੀ ਲੈਂਦੇ ਇਹਨੂੰ ਵੀ ਪੈਸੇਜ ਵਿੱਚ, ਫਿਰ ਥੋੜਾ ਆਪਾਂ ਨੂੰ ਕਲੀਅਰ ਹੀ ਹੋ ਜਾਊਗਾ, ਠੀਕ ਆ। ਜੇ ਆਪਾਂ ਦੇਖੀਏ ਤਾਂ ਦੇਖੋ ਇੱਥੇ ਕਾਇਸ ਦੇ ਵਿੱਚ ਵੀ ਹੁੰਦਾ ਵਾ, ਲੌਂਜਸ ਦੇ ਵਿੱਚ ਵੀ ਹੁੰਦਾ ਵਾ, ਠੀਕ ਆ। ਤਾਂ ਟੀ ਆਪਣੇ ਕੋਲੇ ਔਨ ਗੋ ਦੇ ਵਿੱਚ ਵੀ ਹੁੰਦਾ ਵਾ, ਹੈ ਨਾ। ਸਟਰੀਟ ਦੇ ਵਿੱਚ, ਹੋਮਸ ਦੇ ਵਿੱਚ, ਗੈਪ ਬ੍ਰਿਜਸ ਕਰਦੇ ਆ। ਤਾਂ ਜੇਕਰ ਆਪਾਂ ਆਪਸ਼ਨ ਦੇ ਵਿੱਚ ਦੇਖੀਏ ਤਾਂ ਆਪਸ਼ਨ ਦੇ ਵਿੱਚ ਦੇਖਦੇ ਹਾਂ ਆਪਾਂ ਕੀ ਲਿਖਿਆ ਆ। ਆਪਸ਼ਨ ਦੇ ਵਿੱਚ ਆਪਣੇ ਕੋਲੇ ਫਸਟ ਵੀ ਹੈਗਾ ਵਾ, ਔਨ ਗੋ ਵੀ ਹੈਗਾ, ਸਟਾਈਲਿਸ਼ ਟੀ ਰੂਮ ਵੀ ਹੈਗਾ, ਟੈਂਪਲ ਦੇ ਵਿੱਚ ਨਹੀਂ ਕੀਤਾ ਜਾਂਦਾ, ਠੀਕ ਆ। ਬੀ ਆਪਣੇ ਕੋਲੇ ਪੈਸੇਜ ਦੇ ਅਕੋਰਡਿੰਗ ਸਹੀ ਆਂਸਰ ਹੋ ਜਾਊਗਾ। ਕਹਿੰਦੇ ਚੂਜ਼ ਦੀ ਸਟੇਟਮੈਂਟ ਵਿਚ ਇਜ਼ ਅ ਫਾਲਸ ਅਕੋਰਡਿੰਗ ਟੂ ਦੀ ਅਬਵ ਪੈਸੇਜ। ਪਰ ਪੈਸੇਜ ਦੇ ਅਕੋਰਡਿੰਗ ਕਿਹੜੀ ਸਟੇਟਮੈਂਟ ਫਾਲਸ ਆ? ਚਲੋ ਪੜ੍ਹਨਾ ਸ਼ੁਰੂ ਕਰਦੇ ਹਾਂ। ਹਰਬਲ ਟੀ ਹੈਜ਼ ਅ ਹਾਈ ਕੌਨਸਨਟ੍ਰੇਸ਼ਨ ਆਫ ਕੈਫੀਨ। ਹਰਬਲ ਟੀ ਦੇ ਵਿੱਚ ਕੈਫੀਨ ਕਿੱਥੋਂ ਆ ਜਾਊਗੀ? ਤੁਸੀਂ ਖੁਦ ਸੋਚੋ, ਉਹਦਾ ਨਾ ਹੀ ਹਰਬਲ ਆ। ਪੜ੍ਹਨ ਦੀ ਪੈਸੇਜ ਵੀ ਲੋੜ ਨਹੀਂ, ਜੇ ਪੈਸੇਜ ਵੀ ਦੇਖੋਗੇ ਤਾਂ ਤੁਸੀਂ ਖੁਦ ਦੇਖ ਲਓ ਹਰਬਲ ਟੀ ਦੇ ਅੰਦਰ ਕੈਫੀਨ ਕਿੱਥੋਂ ਆ ਜਾਊਗੀ, ਹੈ ਨਾ। ਹਰਬਲ ਟੀ ਦਾ ਤਾਂ ਨਾ ਹੀ ਹਰਬਲ ਆ, ਇਹਦਾ ਮਤਲਬ ਇਹਦੇ ਅੰਦਰ ਤਾਂ ਕੈਫੀਨ ਨਹੀਂ ਆ ਸਕਦੀ। ਇਹਦਾ ਹੀ ਫਸਟ ਸਟੇਟਮੈਂਟ ਹੋਊਗੀ। ਬਾਕੀ ਅਗਲੀਆਂ ਵੀ ਇੱਕ ਵਾਰੀ ਰੀਡ ਆਊਟ ਕਰਕੇ ਦੇਖ ਲਿਓ। ਵਿਚ ਹਰਬਸ ਆਰ ਯੂਜ਼ਡ ਇਨਫਿਊਜ਼ ਅ ਫਲੇਵਰ ਇਨ ਹਰਬਲ ਟੀ। ਹਰਬਲ ਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਆਪਾਂ ਇਨਫਿਊਜ਼ ਕਰਾਂਗੇ? ਤਾਂ ਹੁਣ ਧਿਆਨ ਦੇ ਨਾਲ ਦੇਖੋ, ਇਹ ਤੋਂ ਕਿਹੜੀਆਂ ਚੀਜ਼ਾਂ ਆਪਾਂ ਇਨਫਿਊਜ਼ ਕਰਾਂਗੇ। ਜੇ ਆਪਾਂ ਦੇਖੀਏ ਤਾਂ ਅਸ਼ਵਗੰਧਾ ਵੀ ਕੀਤੀ ਹੈ, ਤੁਲਸੀ ਵੀ ਕੀਤੀ ਹੈ, ਬ੍ਰਾਹਮੀ, ਇਹਦਾ ਮਤਲਬ ਆਲ ਆਫ ਦੀਸ। ਡੀ ਆਪਣੇ ਕੋਲ ਇਹਦਾ ਕਰੈਕਟ ਆਂਸਰ ਹੋ ਜਾਊਗਾ। ਦੇਖੋ ਜਿੰਨੇ ਵੀ MCQ ਸੀਗੇ ਆਪਣੇ ਕੋਲ ਤੁਹਾਡੀ ਮੈਰੀਟੋਰੀਅਸ ਦੇ ਪੇਪਰ ਦੇ ਵਿੱਚ ਆਏ ਹੋਏ, ਮੈਂ ਸਾਰੇ ਦੇ ਸਾਰੇ ਡਿਸਕਸ ਕਰ ਦਿੱਤੇ ਆ। ਤੁਹਾਡਾ ਇੱਥੇ ਫਰਜ਼ ਇਹ ਬਣਦਾ ਵਾ, ਇੱਕ ਤਾਂ ਵੀਡੀਓ ਨੂੰ ਲਾਈਕ ਕਰਨਾ, ਉਸ ਤੋਂ ਬਾਅਦ ਵਧੀਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਾਣਾ, ਐਂਡ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ। ਆਈ ਹੋਪ ਕਿ ਜਿੰਨੇ ਵੀ ਬੱਚੇ ਤੁਸੀਂ ਪੇਪਰ ਦਿੱਤਾ ਵਾ ਮੇਰੇ ਗਰੁੱਪ ਦੇ ਨਾਲ ਜੁੜੇ ਹੋਏ ਹੋ, ਐਂਡ ਜਿੰਨੇ ਵੀ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਹੋ, ਸਾਰੇ ਦੇ ਸਾਰੇ ਬੱਚਿਆਂ ਦਾ ਐਗਜ਼ਾਮ ਕਲੀਅਰ ਹੋ ਜਾਊਗਾ। ਡਰਨ ਦੀ ਕੋਈ ਲੋੜ ਨਹੀਂ। ਦੇਖੋ ਕਾਫੀ ਜ਼ਿਆਦਾ ਬੱਚੇ ਦਾ ਐਗਜ਼ਾਮ ਦੇ ਕੇ ਨਹੀਂ ਆਏ, ਮੈਨੂੰ ਇਸ ਚੀਜ਼ ਦਾ ਵੀ ਪਤਾ ਲੱਗਾ। ਤਾਂ ਤੁਹਾਡੀ ਜਿਹੜੀ ਕੱਟ ਆਫ ਆ 50 ਤੋਂ 50 ਮਸਾਂ ਹੀ ਜਾਣੀ ਆ, ਠੀਕ ਆ। 50 ਵਾਲੇ ਬੱਚੇ ਤਾਂ ਕਲੀਅਰ ਹੋ ਜਾਣ, ਵੈਸੇ 55 ਤੱਕ ਪਿਛਲੀ ਵਾਰ ਗਈ ਸੀ, 50 ਵਾਲੇ ਤਾਂ ਕਲੀਅਰ ਹੋ ਜਾਣ। ਮੈਨੂੰ ਲੱਗਦਾ ਕਿ 50 ਵਾਲੇ ਤਾਂ ਪਾਸ ਹੋ ਹੀ ਜਾਣਗੇ, ਐਂਡ 55 ਵਾਲੇ ਤਾਂ ਬਿਲਕੁਲ ਹੀ ਪਾਸ ਆ। ਬਟ ਉਸ ਤੋਂ ਘੱਟ ਵਾਲਿਆਂ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ, ਸੈਕੰਡ ਚਾਂਸ ਵੀ ਦਿੱਤਾ ਜਾ ਸਕਦਾ ਵਾ। ਸ਼ਾਇਦ ਇਸ ਵਾਰ ਵੀ ਕੱਟ ਆਫ ਘੱਟ ਚਲੀ ਜਾਵੇ, ਠੀਕ ਆ। ਡਿਪੈਂਡ ਕਰਦਾ ਕਿੰਨੇ ਬੱਚਿਆਂ ਨੇ ਪੇਪਰ ਦਿੱਤਾ ਵਾ। ਤਾਂ ਜੇਕਰ ਤੁਸੀਂ ਜਿਹੜੇ ਬੱਚੇ ਜਿਵੇਂ ਮੰਨ ਲਓ ਤੁਸੀਂ ਹੁਣ ਸਾਰੇ ਦੇ ਸਾਰੇ ਕੁਐਸਚਨ ਦੇਖ ਲਏ ਆ, ਉਸ ਤੋਂ ਬਾਅਦ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਊਗਾ ਕਿ ਸਾਡੇ ਮਾਰਕਸ ਕਿੰਨੇ ਆਏ ਆ। ਅੱਛਾ, ਹੁਣ ਸਾਰਿਆਂ ਨੇ ਇੱਕ ਇਹ ਕਰਨਾ ਵਾ ਤਾਂ ਕਿ ਆਪਾਂ ਇਹ ਪਤਾ ਕਰ ਸਕੀਏ ਕਿ ਕਿੰਨੇ ਬੱਚੇ ਆ ਜਿਹੜੇ ਜਿਨ੍ਹਾਂ ਦੇ ਮਾਰਕਸ ਕਿੰਨੇ ਆਏ ਆ, ਠੀਕ ਆ। ਸਹੀ ਤੁਸੀਂ ਆਪਣੇ ਮਾਰਕਸ ਕਾਊਂਟ ਕਰਨੇ ਆ ਜਿੰਨੇ ਮੈਂ MCQ ਦਿੱਤੇ ਆ। ਉਸ ਤੋਂ ਬਾਅਦ ਨਾ ਲਿੰਕ ਦਿੱਤਾ ਮੈਂ ਇੱਕ ਮੈਂ ਲਿੰਕ ਦੇ ਦਊਂਗਾ ਡਿਸਕ੍ਰਿਪਸ਼ਨ ਦੇ ਵਿੱਚ। ਉਹ ਲਿੰਕ 'ਤੇ ਜਾ ਕੇ ਨਾ ਤੁਸੀਂ ਸਾਰਿਆਂ ਨੇ ਆਪਣੇ ਮਾਰਕਸ ਦੱਸਣੇ ਆ ਕਿ ਇੰਨੇ ਆ। ਮੈਂ ਲਿੰਕ ਗੂਗਲ ਫਾਰਮ ਹੋਊਗਾ, ਇੱਕ ਗੂਗਲ ਫਾਰਮ ਹੋਊਗਾ। ਉਹ ਫਾਰਮ ਦੇ ਵਿੱਚ ਤੁਸੀਂ ਕੀ ਕਰਨਾ ਵਾ, ਆਪਣਾ ਰੋਲ ਨੰਬਰ ਭਰ ਦੇਣਾ, ਅਤੇ ਉਸ ਤੋਂ ਬਾਅਦ ਆਪਣਾ ਨੇਮ,
है ना। नेम रोल नंबर ਤੇ ਤੁਸੀਂ ਆਪਣੇ ਮਾਰਕਸ ਲਿਖ ਦੇਣੇ ਆ ਵੀ ਮੇਰੇ ਕਿੰਨੇ ਮਾਰਕਸ ਆਇਆ। ਉਹ ਤੋਂ ਮੈਂ ਅੰਦਾਜ਼ਾ ਲਾ ਲੂੰਗਾ ਕਿ ਕਿਹੜੇ ਬੱਚੇ ਕਲੀਅਰ ਹੋਣਗੇ, ਕਿਹੜੇ ਬੱਚੇ ਨਹੀਂ ਕਲੀਅਰ ਹੋਣਗੇ। ਫਿਰ ਆਪਾਂ ਵੀਡੀਓ ਬਣਾ ਦਾਂਗੇ ਜਾਂ ਫਿਰ ਗਰੁੱਪ 'ਚ ਦੱਸ ਦਾਂਗੇ। ਤੇ ਇਹ ਕੰਮ ਸਾਰਿਆਂ ਨੇ ਕਰਨਾ ਤੇ ਨਾਲ ਦੀ ਨਾਲ ਇਹ ਵੀਡੀਓ ਸਾਰਿਆਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਦੇ ਸਾਰੇ ਬੱਚੇ ਆਪਣੇ ਮਾਰਕਸ ਲਾ ਕੇ ਫਾਰਮ ਦੇ ਵਿੱਚ ਫਿਲ ਕਰ ਦੇਣ ਤੇ ਪਤਾ ਲੱਗ ਜੇ ਆਪਾਂ ਨੂੰ ਕਿ 40 ਤੇ 30 ਵਾਲਾ ਬੱਚਾ ਵੀ ਪਾਸ ਹੋਊਗਾ ਕਿ ਨਹੀਂ ਹੋਊਗਾ, ਹੈ ਨਾ। ਤਾਂ ਸਾਰੇ ਦੇ ਸਾਰੇ ਬੱਚਿਆਂ ਨੇ ਕੀ ਕਰਨਾ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਵਿੱਚ ਕਮੈਂਟ ਕਰਨੇ ਵਧੀਆ ਵਧੀਆ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਸ਼ੇਅਰ ਕਰ ਦੇਣੀ ਆ। ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਦੇਖੋ ਵੀਡੀਓ ਬਣਾਉਂਦੇ ਸਮੇਂ ਜੇ ਕਿਤੇ ਮੇਰੇ ਤੋਂ ਗਲਤੀ ਦੇ ਨਾਲ ਹੋ ਸਕਦਾ ਕਿ ਦੇਖੋ ਵੀਡੀਓ ਜਦੋਂ ਮੈਂ ਬਣਾ ਰਿਹਾ ਵਾਂ ਤਾਂ ਹੋ ਸਕਦਾ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ, ਤਾਂ ਉਸ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਫਿਰ ਮੈਂ ਉਸ ਨੂੰ ਕਲੀਅਰ ਕਰ ਦੂੰਗਾ। ਹੋ ਸਕਦਾ ਜਲਦੀ ਦੇ ਵਿੱਚ ਕਈ ਵਾਰ ਕਿਤੇ ਲਿਖਣ ਦੇ ਵਿੱਚ ਗਲਤੀ ਹੋ ਜਾਂਦੀ, ਜਿਵੇਂ ਮੈਰਾਥਨ ਸੈਸ਼ਨ ਦੇ ਵਿੱਚ ਮੈਂ 12/2 ਲਿਖਿਆ ਹੋਇਆ ਸੀ ਤੇ ਜਦੋਂ ਉਹਨੂੰ ਮੈਂ ਕੈਂਸਲ ਆਊਟ ਕੀਤਾ ਤਾਂ ਮੈਂ 6.5 ਲਿਖਤਾ, ਠੀਕ ਆ। ਕਿਉਂਕਿ ਜਦੋਂ ਵੀਡੀਓ ਬਣਾਉਂਦੇ ਆ ਤਾਂ ਕਾਫੀ ਇਹਦੇ ਦਿਮਾਗ ਵਿੱਚ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਕਿ ਆ ਵੀ ਦੱਸ ਦਈਏ ਤਾਂ ਉਸ ਸਮੇਂ ਗਲਤੀ ਹੋ ਸਕਦੀ ਆ। ਤਾਂ ਜੇਕਰ ਕੋਈ ਗਲਤੀ ਹੈ ਤਾਂ ਕਮੈਂਟ ਬਾਕਸ ਵਿੱਚ ਟਾਈਪ ਕਰੋ, ਮੈਂ ਇਸ ਨੂੰ ਸਹੀ ਕਰ ਦੇਵਾਂਗਾ। ਐਂਡ ਸਾਰੇ ਦੇ ਸਾਰੇ ਬੱਚੇ ਜਿੰਨੇ ਵੀ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਇਸ ਨਾਲ ਵੀਡੀਓ ਦੀ ਕ੍ਰੈਡੀਬਿਲਿਟੀ ਵਧਦੀ ਹੈ ਤੇ ਅਗਲੀ ਵਾਰ ਵੀਡੀਓ ਬਣਾਉਣ ਲਈ ਹੋਰ ਮਨ